ਸਾਡੀ ਸੰਸਕ੍ਰਿਤੀ ਨੇ ਸਪਸ਼ਟ ਰੂਪ ਦੇ ਵਿੱਚ ਕਿਹਾ ਹੈ ਗਾਵੋ ਵਿਸ਼ਵਸਯ ਮਾਤਰः ਕਿ ਗਾਂ ਜਿਹੜੀ ਹੈ ਉਹ ਵਿਸ਼ਵ ਦੀ ਮਾਂ ਹੈ। ਜਿਹੜੀਆਂ ਗਾਵਾਂ ਸੜਕਾਂ ਤੇ ਆ ਜਾ ਰਹੀਆਂ ਨੇ, ਸੜਕਾਂ ਤੱਕ ਗਾਵਾਂ ਕਿੱਦਾਂ ਆ ਰਹੀਆਂ ਨੇ, ਇਹਦਾ ਕੀ ਕਾਰਨ ਹੋ ਸਕਦਾ ਹੈ? ਕਿਉਂਕਿ ਜੇਕਰ ਅਸੀਂ ਸਿਰਫ ਹਿੰਦੂ ਕਮਿਊਨਿਟੀ ਦੀ ਗੱਲ ਕਰੀਏ ਤੇ ਸੋਸ਼ਲ ਮੀਡੀਆ ਰਾਹੀਂ ਉਹਨਾਂ ਨੂੰ ਬਹੁਤ ਸਾਰੀਆਂ ਇਦਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਨੇ। ਲੋਕ ਕਮੈਂਟ ਕਰਦੇ ਨੇ ਕਿ ਇਹ ਸ਼ਾਇਦ ਹਿੰਦੂਆਂ ਦੀਆਂ ਮਾਵਾਂ ਨੇ, ਇਹ ਸੜਕਾਂ ਤੇ ਘੁੰਮਦੀਆਂ ਨੇ, ਹਿੰਦੂ ਇਹਨਾਂ ਨੂੰ ਕਿਉਂ ਨਹੀਂ ਸਾਂਭਦੇ। ਜਿਹੜੀ ਪ੍ਰਾਈਵੇਟ ਗਊਸ਼ਾਲਾ ਦੇ ਵਿੱਚ 3,84,000 ਗਊਆਂ ਰੱਖੀਆਂ ਹੋਣ ਦੇ ਬਾਵਜੂਦ ਵੀ 1 ਲੱਖ ਦੇ ਕਰੀਬ ਪਸ਼ੂ ਐਦਾਂ ਦੇ ਨੇ ਜਿਹੜੇ ਕਿ ਅਵਾਰਾ ਘੁੰਮ ਰਹੇ, ਅੱਜ ਵੀ ਘੁੰਮ ਰਹੇ ਨੇ ਸਰ, ਅੱਜ ਵੀ ਘੁੰਮ ਰਹੇ ਨੇ। 71 ਕਰੋੜ ਐਕਸਾਈਜ਼ ਡਿਪਾਰਟਮੈਂਟ ਨੇ ਕਲੈਕਟ ਜਿਹੜਾ ਕੀਤਾ ਹੋਇਆ ਕਾਊ ਸੈਸ ਦੇ ਨਾਮ ਤੇ, ਉਹ ਹਲੇ ਤੱਕ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਨਹੀਂ ਕਰਵਾਇਆ। ਉਹ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ 13 ਕਰੋੜ ਰੁਪਈਆ ਨਹੀਂ ਕਰਵਾਇਆ। ਕਿਉਂਕਿ ਇਹ ਦੱਸਣਾ ਬਹੁਤ ਜ਼ਰੂਰੀ ਹੈ, ਕਿਉਂਕਿ ਤੁਸੀਂ ਕਿਹਾ ਵੀ ਇੱਕ ਵਰਗ ਵਿਸ਼ੇਸ਼ ਨੂੰ ਕਿਹਾ ਜਾਂਦਾ ਕਿ ਇਹਨਾਂ ਦੀ ਮਾਂ ਹੈ ਜਾਂ ਹੈ ਇਹਦੇ ਵਿੱਚ ਕੋਈ ਗੁੱਸਾ ਮੰਨਣ ਵਾਲੀ ਗੱਲ ਨਹੀਂ ਹੈ, ਦੁਰਭਾਵਨਾ ਵਾਲੀ ਗੱਲ ਨਹੀਂ ਹੈ। ਸਨਾਤਨ ਪਰੰਪਰਾ ਇਹ ਕਹਿੰਦੀ ਹੈ ਉਹ ਸਾਡੀ ਵੀ ਮਾਂ ਹੈ, ਉਹ ਤੁਹਾਡੀ ਵੀ ਮਾਂ ਹੈ, ਸਾਡੇ ਸਾਰਿਆਂ ਦੀ ਮਾਂ ਹੈ। ਹਿੰਦ ਜਾਗਰਤੀ ਹੈਡਲਾਈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਨਵੀਨ ਕੁਮਾਰ। ਅੱਜ ਅਸੀਂ ਮੌਜੂਦ ਹਾਂ ਸ਼ਹਿਰ ਫਗਵਾੜਾ ਦੇ ਵਿੱਚ, ਔਰ ਅੱਜ ਜਿਹੜਾ ਸਾਡਾ ਅੱਜ ਦਾ ਗੱਲ ਕਰਨ ਦਾ ਵਿਸ਼ਾ ਹੈ ਉਹ ਇਹ ਹੈ ਕਿ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਗਾਵਾਂ ਨੇ ਜਾਂ ਗਊ ਵੰਸ਼ ਹੈ ਜਿਹਨੂੰ ਅਸੀਂ ਕਹਿੰਦੇ ਹਾਂ, ਉਹਦਾ ਸਾਨੂੰ ਕੀ ਲਾਭ ਹੈ, ਉਹਦੇ ਗੋਬਰ ਦੀ ਕੀ ਮਹੱਤਤਾ ਹੈ, ਉਹਦੇ ਗਊ ਮੂਤਰ ਦੀ ਕੀ ਮਹੱਤਤਾ ਹੈ, ਉਹਦੇ ਦੁੱਧ ਦੀ ਕੀ ਮਹੱਤਤਾ ਹੈ, ਜਾਂ ਕਹੀ ਅਸੀਂ ਗਊ ਦੀ ਕੀ ਮਹੱਤਤਾ ਹੈ, ਉਹਦੇ ਬਾਰੇ ਵਿਸ਼ੇਸ਼ ਰੂਪ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ। ਔਰ ਸਾਡਾ ਜਿਹੜਾ ਸੰਵਿਧਾਨ ਹੈ ਉਹ ਗਾਂ ਨੂੰ ਜਾਂ ਸਾਡੇ ਜਿਹੜੇ ਪਸ਼ੂ ਪਕਸ਼ੀ ਨੇ ਉਹਨਾਂ ਦੇ ਲਈ ਸਾਡਾ ਸੰਵਿਧਾਨ ਕੀ ਕਹਿੰਦਾ ਹੈ, ਔਰ ਸੰਵਿਧਾਨ ਦੇ ਵਿੱਚ ਕਿਹੜੇ ਉਹਨਾਂ ਦੇ ਉੱਪਰ ਚੀਜ਼ਾਂ ਲਿਖੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਦੀ ਸੁਰੱਖਿਆ ਹੁੰਦੀ ਹੈ, ਜਾਂ ਉਹਨਾਂ ਦਾ ਜੀਵਨ ਜਿਹੜਾ ਅੱਗੇ ਚੱਲਣਾ ਹੈ ਉਹ ਸੰਵਿਧਾਨ ਦੇ ਮੁਤਾਬਿਕ ਕਿੱਦਾਂ ਚੱਲਣਾ ਹੈ, ਉਹਦੇ ਤੇ ਵਿਚਾਰ ਕਰਾਂਗੇ। ਔਰ ਜਿਹੜੀਆਂ ਗਾਵਾਂ ਨੇ ਉਹ ਘਰਾਂ ਤੋਂ ਸੜਕਾਂ ਦੇ ਉੱਪਰ ਕਿੱਦਾਂ ਆਉਂਦੀਆਂ ਨੇ ਇਹਦੇ ਉੱਪਰ ਵੀ ਵਿਚਾਰ ਕਰਾਂਗੇ। ਇਹਦੇ ਉੱਪਰ ਵਿਸ਼ੇਸ਼ ਰੂਪ ਦੇ ਵਿੱਚ ਗੱਲ ਕਰਨ ਦੇ ਲਈ ਅੱਜ ਸਾਡੇ ਨਾਲ ਮੌਜੂਦ ਨੇ ਹਿਮਾਂਸ਼ੂ ਪ੍ਰਾਸ਼ਰ ਜੀ, ਜੋ ਆਰੀਆ ਸਮਾਜ ਬੰਗਾ ਰੋਡ ਮੰਦਿਰ ਦੇ ਜਿਹੜੇ ਸਚਿਵ ਨੇ। ਉਹਨਾਂ ਦੇ ਨਾਲ ਗੱਲ ਕਰਾਂਗੇ ਔਰ ਜਾਣਾਂਗੇ ਕਿ ਗਊ ਵੰਸ਼ ਦੀ ਸਾਡੇ ਜੀਵਨ ਦੇ ਵਿੱਚ ਕੀ ਮਹੱਤਤਾ ਹੈ। ਪ੍ਰਾਸ਼ਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ। ਜਿਹੜਾ ਗਊ ਵੰਸ਼ ਹੈ ਮਾਨਵ ਸਭਿਅਤਾ ਦੇ ਮੁੱਢ ਤੋਂ ਲੈ ਕੇ ਹੁਣ ਤੱਕ ਜੇਕਰ ਅਸੀਂ ਕਹੀਏ ਕਿ ਸਾਡੀ ਜਿਹੜੀ ਇਹ ਔਨਵਰਡਸ ਮਾਰਚ ਹੈ, ਜਿਹੜਾ ਔਨਵਰਡ ਮਾਰਚ ਹੈ, ਉਸ ਸਮੇਂ ਤੋਂ ਲੈ ਕੇ ਅੱਜ ਤੱਕ ਔਰ ਅੱਜ ਤੋਂ ਭਵਿੱਖ ਦੇ ਵਿੱਚ ਇਹ ਜੇਕਰ ਅਸੀਂ ਧਿਆਨ ਦੇ ਨਾਲ ਦੇਖੀਏ ਤਾਂ ਇਹ ਗੋ ਵੰਸ਼ ਦੇ ਉੱਤੇ ਹੀ ਟਿਕਿਆ ਹੋਇਆ ਹੈ। ਉਹਦੇ ਉੱਤੇ ਹੀ ਇਹ ਸਮਰੱਧ ਹੋਇਆ, ਉਹਦੇ ਉੱਤੇ ਹੀ ਉੱਨਤ ਹੋਇਆ, ਔਰ ਇਸੀ ਸਾਰੀ ਵਿਵਸਥਾ ਦੇ ਅਸੀਂ ਸਾਰੇ ਦੇ ਸਾਰੇ ਪ੍ਰੋਡਕਟ ਹਾਂ। ਕਿਉਂਕਿ ਜੇ ਅਸੀਂ ਧਿਆਨ ਦੇ ਨਾਲ ਦੇਖੀਏ ਅੱਜ ਦੇ ਯੁੱਗ ਦੇ ਵਿੱਚ ਵੀ ਜਦੋਂ ਭਾਰਤ ਹੁਣ ਥਰਡ ਵਰਲਡ ਕੰਟਰੀ ਨਹੀਂ ਰਿਹਾ ਹੈ, ਅਸੀਂ ਤਕਰੀਬਨ ਫਸਟ ਵਰਲਡ ਨੇਸ਼ਨ ਦੇ ਰੂਪ ਦੇ ਵਿੱਚ ਉੱਭਰ ਚੁੱਕੇ ਹਾਂ ਔਰ ਬੜੇ ਹੀ ਤੇਜ਼ੀ ਦੇ ਨਾਲ ਪ੍ਰਗਤੀ ਕਰ ਰਹੇ ਹਾਂ। ਜਿਹੜਾ ਸਾਡਾ ਗ੍ਰੋਸ ਡੋਮੈਸਟਿਕ ਪ੍ਰੋਡਕਟ ਹੈ ਉਹਦਾ 35% ਅੱਜ ਵੀ ਖੇਤੀ ਤੋਂ ਆਉਂਦਾ ਹੈ। ਸਾਡੀ ਵਰਕ ਫੋਰਸ ਦਾ 52% ਜਿਹੜੀ ਐਮਪਲੋਇਮੈਂਟ ਹੈ ਉਹ ਖੇਤੀ ਔਰ ਖੇਤੀ ਆਧਾਰਿਤ ਔਰ ਖੇਤੀ ਨਾਲ ਜੁੜੇ ਕਿੱਤਿਆਂ ਦੇ ਨਾਲ ਤੋਂ ਆਉਂਦੀ ਹੈ। ਸਾਡੀ ਇੰਡਸਟਰੀਅਲ ਗਰੋਥ ਦਾ ਜੇ ਕੋਈ ਨੈਚੁਰਲ ਪ੍ਰੋਪੈਲੈਂਟ ਹੈ ਜਿਹਦੇ ਨਾਲ ਉਹ ਵੱਧਦੀ ਹੈ ਤਾਂ ਉਹ ਖੇਤੀਬਾੜੀ ਹੈ। ਔਰ ਇਹ ਇਕੱਲੀ ਭਾਰਤ ਵਰਸ਼ ਦੀ ਪਰੰਪਰਾ ਨਹੀਂ ਹੈ, ਇਹ ਸਮੁੱਚੇ ਮਨੁੱਖ ਸਮਾਜ ਦੀ ਪਰੰਪਰਾ ਹੈ। ਇਸੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਾਡੀ ਸੰਸਕ੍ਰਿਤੀ ਨੇ ਸਪਸ਼ਟ ਰੂਪ ਦੇ ਵਿੱਚ ਕਿਹਾ ਹੈ ਗਾਵੋ ਵਿਸ਼ਵਸਯ ਮਾਤਰः ਕਿ ਗਾਂ ਜਿਹੜੀ ਹੈ ਉਹ ਵਿਸ਼ਵ ਦੀ ਮਾਂ ਹੈ,
ਵਿਸ਼ਵ ਦੀ ਮਾਂ ਕਿਉਂ ਹੈ? ਕਿਉਂਕਿ ਖੇਤੀ ਦਾ ਜਿੰਨਾ ਵੀ ਉਦਯੋਗ ਸੀ, ਜਿੰਨਾ ਵੀ ਪਰਿਸ਼ਰਮ ਉੱਥੇ ਮਨੁੱਖ ਦੇ ਦੁਆਰਾ ਕੀਤਾ ਜਾਂਦਾ ਸੀ, ਉਸ ਨੂੰ ਖੇਤੀ ਦੀ ਉਪਜਾਊ ਜ਼ਮੀਨ ਦੀ ਉਰਵਰਾ ਸ਼ਕਤੀ ਵਧਾਉਣ ਦੇ ਲਈ, ਉਪਜਾਊਪਨ ਵਧਾਉਣ ਦੇ ਵਾਸਤੇ, ਔਰ ਖੇਤੀ ਨੂੰ ਕੀਟ ਪਤੰਗਿਆਂ, ਕੀਟਾਣੂਆਂ ਤੋਂ, ਹਾਰਮਫੁਲ ਹੋਰ ਇਨਸੈਕਟਸ ਤੋਂ ਬਚਾਉਣ ਦੇ ਵਾਸਤੇ, ਔਰ ਇਸੇ ਤਰੀਕੇ ਦੇ ਨਾਲ ਇੱਕ ਖਾਦ ਉਸ ਜਗ੍ਹਾ ਨੂੰ, ਉਸ ਮਿੱਟੀ ਨੂੰ ਦੇਣ ਵਾਸਤੇ ਜਿੱਥੇ ਕਿ ਇੱਕ ਅੱਛੀ ਫਸਲ, ਲਹਿ ਲਹਾਂਦੀ ਫਸਲ ਐਦਾਂ ਦੀ ਪੈਦਾ ਹੋਵੇ, ਨਾ ਕੇਵਲ ਉਗਾਉਣ ਵਾਲੇ ਨੂੰ ਉਹ ਫਾਇਦਾ ਦੇਵੇ, ਬਲਕਿ ਜਿਸ ਨੂੰ ਉਹ ਵੇਚੇ ਉਸ ਦਾ ਜੀਵਨ ਵੀ ਉਸ ਨਾਲ ਪੁਸ਼ਟ ਹੋਵੇ, ਉਸ ਦਾ ਪਰਿਵਾਰ ਵੀ ਉਸ ਦੇ ਨਾਲ ਵਧੇ। ਔਰ ਕਿਉਂਕਿ ਕਾਰਨ ਕੀ ਹੈ? ਸਾਡੇ ਹਰ ਚੀਜ਼ ਦੇ ਵਿੱਚ ਤਪ ਹੈ। ਜਿਹੜਾ ਕਿਸਾਨ ਹੈ ਉਹ ਬੜਾ ਹੀ ਕਠਿਨ ਪਰਿਸ਼ਰਮ ਕਰਦਾ ਹੈ, ਖੇਤਾਂ ਦੇ ਵਿੱਚ ਤਪੱਸਿਆ ਕਰਦਾ ਹੈ, ਔਰ ਉਸ ਤਪੱਸਿਆ ਦੇ ਫਲ ਸਰੂਪ ਇੱਕ ਅੱਛੀ ਫਸਲ ਲੈ ਕੇ ਆਉਂਦਾ ਹੈ, ਔਰ ਜਿਸ ਨਾਲ ਨਾ ਕੇਵਲ ਉਸ ਦਾ ਪਾਲਣ ਪੋਸ਼ਣ ਹੁੰਦਾ ਹੈ, ਬਲਕਿ ਉਹ ਫਸਲ ਲੈ ਕੇ ਸਾਡੇ ਉੱਤੇ ਵੀ ਉਹ ਉਪਕਾਰ ਕਰਦਾ ਹੈ। ਔਰ ਇਸ ਚੀਜ਼ ਨੂੰ ਦੇਖਿਆ ਜਾਵੇ, ਔਰ ਅਸੀਂ ਥੋੜ੍ਹਾ ਜਿਹਾ ਧਿਆਨ ਦੇ ਨਾਲ ਦੇਖੀਏ, ਸਾਡੇ ਸਾਰਿਆਂ ਦੇ ਪੂਰਵਜ ਹੀ, ਚਾਹੇ ਅੱਜ ਅਸੀਂ ਖੇਤੀ ਦਾ ਕਿੱਤਾ ਨਾ ਕਰਦੇ ਹੋਈਏ, ਕਿਤੇ ਨਾ ਕਿਤੇ ਖੇਤੀ ਦੇ ਕਿੱਤੇ ਨਾਲ ਸੰਬੰਧਿਤ ਰਹੇ ਨੇ ਔਰ ਖੇਤੀ ਕਰਦੇ ਰਹੇ ਨੇ। ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ, ਕਿਉਂਕਿ ਇੱਕ ਐਦਾਂ ਦਾ ਖੇਤੀਬਾੜੀ, ਇੱਕ ਐਦਾਂ ਦਾ ਵਧੀਆ ਕਿੱਤਾ ਹੈ ਜਿਹਨੂੰ ਕਿ ਇੱਕ ਬਹੁਤ ਹੀ ਉੱਚੀ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ ਕਿ ਜੇਕਰ ਮੈਨੂੰ ਖੇਤੀ ਕਰਨੀ ਪਵੇ ਤਾਂ ਮੈਨੂੰ ਕੋਈ ਗੁਰੇਜ਼ ਨਹੀਂ ਹੋਵੇਗਾ, ਜਦ ਕਿ ਮੈਂ ਇਸ ਦੇ ਉੱਤੇ ਮਾਣ, ਫਖਰ ਮਹਿਸੂਸ ਕਰਾਂਗਾ। ਤਾਂ ਇਸ ਤਰੀਕੇ ਦੇ ਨਾਲ ਗਊ ਹੁਣ, ਜਾਂ ਗੋਵੰਸ਼ ਜਿਸ ਨੂੰ ਅਸੀਂ ਕਹਿ ਲਈਏ, ਹੁਣ ਮੈਂ ਤੁਹਾਨੂੰ ਇਸ ਦੇ ਨਾਲ ਇੱਕ ਗੱਲ ਹੋਰ ਵੀ ਦੱਸ ਦੇਣਾ ਚਾਹੂੰਗਾ ਕਿ ਆਮ ਤੌਰ ਤੇ, ਕਿਉਂਕਿ ਮੈਂ ਤੁਹਾਨੂੰ ਫੇਰ ਦੱਸ ਦੇਵਾਂ, ਮਨੁੱਖ ਦਾ ਅਰਥ ਇਹ ਹੁੰਦਾ ਹੈ ਜੋ ਮਨਨ ਕਰੇ, ਜੋ ਵਿਚਾਰ ਕਰੇ। ਮੈਂ ਇਹ ਗੱਲ ਕਹਿ ਰਹੀ, ਤੁਸੀਂ ਇਸ ਕਰਕੇ ਮੰਨ ਰਹੇ ਹੋ, ਨਹੀਂ, ਐਦਾਂ ਕਦੀ ਨਹੀਂ ਹੋਣਾ ਚਾਹੀਦਾ। ਸਾਡੀ ਸੰਸਕ੍ਰਿਤੀ, ਸਾਡੀ ਪਰੰਪਰਾ, ਸਾਡੀ ਸੱਭਿਅਤਾ ਇਹ ਕਹਿੰਦੀ ਹੈ ਕਿ ਹਰ ਚੀਜ਼ ਨੂੰ ਸੱਚ ਔਰ ਝੂਠ ਦੀ ਕਸੌਟੀ ਤੇ ਦੇਖੋ, ਸਹੀ ਔਰ ਗਲਤ ਦੀ ਕਸੌਟੀ ਤੇ ਦੇਖੋ। ਧਰਮ ਕੀ ਹੈ? ਧਰੀ ਧਾਤੂ ਤੋਂ ਬਣਿਆ ਹੈ ਸੰਸਕ੍ਰਿਤ ਦੀ ਇਹ ਸ਼ਬਦ, ਇਹਦਾ ਮਤਲਬ ਹੈ ਧਾਰਨ ਕਰਨ ਵਾਲਾ। ਜੋ ਅੱਛੀਆਂ ਚੀਜ਼ਾਂ ਨੇ ਉਹ ਧਾਰਨ ਕਰਨੀਆਂ ਨੇ। ਔਰ ਇੱਥੇ ਹੀ ਜੋ ਮੈਂ ਤੁਹਾਨੂੰ ਕਹਿਣਾ ਹੈ ਕਿ ਮਨੁੱਖ ਦਾ ਅਰਥ ਹੀ ਇਹ ਹੈ ਕਿ ਮਨਨ ਕਰੋ, ਮਨਨ ਕਰਕੇ ਹੀ ਧਾਰਨ ਕਰ ਸਕਦੇ ਹੋ, ਮਨਨ ਕਰਕੇ ਹੀ ਵਿਚਾਰ ਕਰ ਸਕਦੇ ਹੋ। ਮੈਂ ਇਸ ਚੀਜ਼ ਨੂੰ ਧਾਰਨ ਨਹੀਂ ਕਰਾਂਗਾ ਕਿਉਂਕਿ ਇਹ ਕਿਸੇ ਦੇ ਕੰਮ ਨਹੀਂ ਆਉਣ ਵਾਲੀ। ਹੁਣ ਇਸ ਤਰੀਕੇ ਦੇ ਨਾਲ ਜੇ ਅਸੀਂ ਧਿਆਨ ਦੇ ਨਾਲ ਇਹਨੂੰ ਦੇਖੀਏ ਕਿ ਸਾਡੀ ਪਰੰਪਰਾ ਦੇ ਵਿੱਚ, ਔਰ ਖਾਸ ਕਰਕੇ ਅੱਜ ਕੁਝ ਇਨਫਲੂਐਂਸ ਦੇ ਵਿੱਚ, ਚਾਹੇ ਉਹ ਖੱਬੇ ਪੱਖੀ ਲੋਕਾਂ ਦੇ ਇਨਫਲੂਐਂਸ ਦੇ ਵਿੱਚ, ਜਾਂ ਜਿਹੜੇ ਮੇਰੇ ਅਜਿਹੇ ਭੈਣ ਭਰਾ ਨੇ ਜਿਹੜੇ ਕਿ ਬੀਫ ਜਾਂ ਗਊ ਮਾਸ ਜਾਂ ਕੋਈ ਹੋਰ ਪਸ਼ੂਆਂ ਦਾ, ਪਕਸ਼ੀਆਂ ਦਾ ਮਾਸ ਖਾਣ ਦੇ ਵਿੱਚ ਵਿਸ਼ਵਾਸ ਕਰਦੇ ਨੇ, ਉਹ ਇਹ ਕਹਿਣਗੇ ਕਿ ਗਊ ਹੀ ਕਿਉਂ ਮਾਤਾ ਹੈ, ਹੋਰ ਜੀਵ ਕਿਉਂ ਨਹੀਂ, ਮੱਝ ਕਿਉਂ ਨਹੀਂ, ਕਿਉਂਕਿ ਉਸ ਦਾ ਵੀ ਤਾਂ ਦੁੱਧ ਆਉਂਦਾ ਹੈ, ਹੋਰ ਚੀਜ਼ਾਂ ਦਾ ਵੀ ਤਾਂ ਆਉਂਦਾ ਹੈ। ਤਾਂ ਸਾਡੇ ਵੇਦ, ਚਾਰਾਂ ਵੇਦਾਂ ਦੇ ਵਿੱਚ ਹਰ ਪ੍ਰਾਣੀ ਮਾਤਰ ਨੂੰ ਨਾ ਮਾਰਨ ਦੀ, ਉਹਨਾਂ ਪ੍ਰਤੀ ਹਿੰਸਾ ਨਾ ਕਰਨ ਦੀ ਨਿਰਦੇਸ਼ ਦਿੱਤਾ ਗਿਆ ਹੈ। ਯਜੁਰਵੇਦ ਦਾ ਪਹਿਲਾ ਅਧਿਆਏ, ਪਹਿਲਾ ਮੰਤਰ ਪਸ਼ੂਨ ਪਾਹੀ, ਛੋਟੀ ਜੀ ਸੁਕਤੀ ਹੈ, ਮੰਤਰ ਵੱਡਾ ਹੈ, ਉਹਦੇ 'ਚ ਇੱਕ ਛੋਟੀ ਜੀ ਸੁਕਤੀ ਹੈ। ਉਹਦੇ ਵਿੱਚ ਆਉਂਦਾ ਹੈ ਕਿਸੇ ਵੀ ਪਸ਼ੂ ਦੀ ਹੱਤਿਆ ਨਾ ਕਰੋ, ਕਿਸੇ ਵੀ ਪਸ਼ੂ ਦੀ ਕਿਸੇ ਵੀ ਤਰੀਕੇ ਦੀ ਹਿੰਸਾ ਨਾ ਕਰੋ। ਯਾਨੀ ਕਿ ਤੁਸੀਂ ਮਾਰੋ ਵੀ ਨਾ ਉਹਨੂੰ, ਹੱਤਿਆ ਕਰਨਾ ਤਾਂ ਇੱਕ ਦੂਰ ਦੀ ਗੱਲ ਹੈ। ਤਾਂ ਉਹ ਹਰੇਕ ਪਸ਼ੂ ਪਕਸ਼ੀ ਦੇ ਵਾਸਤੇ ਉੱਥੇ ਨਿਰਦੇਸ਼ ਹੈ। ਉੱਥੇ ਇਹੀ ਨਹੀਂ ਹੈ ਕਿ ਮਾਤਰ, ਕਿਉਂਕਿ ਗਊ ਨੂੰ ਤਾਂ ਉੱਥੇ ਇਹ ਵੀ ਕਿਹਾ ਗਿਆ ਅਗਹਨਿਆ ਦਾ ਹੁੰਦਾ ਜਿਸ ਦੀ ਹੱਤਿਆ ਨਹੀਂ ਕੀਤੀ ਜਾ ਸਕਦੀ। ਔਰ ਉਹ ਕਿਉਂ ਕਿਹਾ ਗਿਆ? ਇਸ ਕਰਕੇ ਨਹੀਂ ਕਿਹਾ ਗਿਆ ਕਿ ਉਸ ਦਾ ਕੋਈ ਰਿਲੀਜਨ ਬੇਸਡ ਕੋਈ ਉਹਦਾ ਲੌਜਿਕ ਸੀ ਨਾ। ਧਰਮ ਕੀ ਹੈ? ਆਚਰਣ ਦੀ ਵਸਤੂ ਹੈ। ਆਚਰਣ ਕੀ ਹੈ? ਜਿਸ ਨਾਲ ਮੇਰੇ ਸਰੀਰ ਨੂੰ, ਮੇਰੇ ਪਰੰਪਰਾ ਨੂੰ, ਮੇਰੇ ਵਿਚਾਰ ਨੂੰ ਪੋਸ਼ਣ ਮਿਲੇ। ਔਰ ਇਹ ਪੋਸ਼ਣ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਹੈ ਕਿ ਖੇਤੀਬਾੜੀ ਦੀ ਵਿਵਸਥਾ ਔਰ ਪਸ਼ੂ ਪਾਲਣ ਦੀ ਵਿਵਸਥਾ, ਜਿਸ ਦੇ ਵਿੱਚ ਗਊ ਇੱਕ ਅਨਿੱਖੜਵਾਂ ਅੰਗ ਹੈ ਔਰ ਮੂਲ ਅੰਗ ਹੈ। ਜੇ ਭਾਰਤ ਦੀ ਤੁਸੀਂ ਖੇਤੀ ਦੀ ਪਰੰਪਰਾ ਦੇਖੋ, ਅੱਜ ਵੀ ਤੁਸੀਂ ਦੇਖਦੇ ਹੋਵੋਗੇ, ਦੁੱਧ ਚਾਹੇ ਅਸੀਂ ਮੱਝ ਦਾ ਜਾਂ ਕਹਿ ਲਓ ਬੱਕਰੀਆਂ ਦਾ ਜਾਂ
ਭੇਡਾਂ ਦਾ ਲੈ ਲੈਂਦੇ ਹਾਂ, ਪੈਕੇਟ 'ਚ ਤਾਂ ਚਲੋ ਇਹੀ ਦੁੱਧ ਪੈਂਦਾ ਹੈ ਨਾ, ਇਹਨਾਂ ਪਸ਼ੂਆਂ ਦਾ ਦੁੱਧ ਵੀ ਲੈ ਲੈਂਦੇ, ਕੈਮਲ ਯਾਨੀ ਕਿ ਊਂਠ ਦਾ ਦੁੱਧ ਵੀ ਅਲੱਗ-ਅਲੱਗ ਜਗ੍ਹਾ 'ਤੇ ਵਰਤਿਆ ਜਾਂਦਾ ਹੈ। ਲੇਕਿਨ ਜੇ ਅਸੀਂ ਕੰਪੈਰੇਟਿਵ ਵਰਥ ਦੇਖੀਏ ਤਾਂ ਗਊ ਦਾ ਦੁੱਧ ਹਲਕਾ ਮੰਨਿਆ ਜਾਂਦਾ ਹੈ ਔਰ ਇਹ ਪੁਸ਼ਟੀ ਦੇਣ ਵਾਲਾ ਮੰਨਿਆ ਜਾਂਦਾ ਹੈ। ਔਰ ਇੱਕ ਗੱਲ ਹੋਰ, ਕੁਝ ਲੋਕ ਇਹ ਕਹਿਣਗੇ ਕਿ ਉਹ ਦੁੱਧ ਤਾਂ ਉਹਦੇ ਬਛੜੇ ਜਾਂ ਬਛੜੀ ਵਾਸਤੇ ਹੈ, ਬੱਚੇ ਜਾਂ ਬੱਚੀ ਵਾਸਤੇ ਹੈ। ਲੇਕਿਨ ਜੇ ਅਸੀਂ ਧਿਆਨ ਨਾਲ ਦੇਖੀਏ ਤਾਂ ਮੱਝ ਦੇ 4 ਥਣ ਹੁੰਦੇ ਨੇ, ਉਹਦੇ ਵਿੱਚ ਜਿਹੜਾ ਇੱਕ ਡੋਕਾ ਹੈ ਉਸ ਥਣ ਦਾ, ਜਿਹੜਾ ਇੱਕ ਥਣ ਹੁੰਦਾ ਉਹਦੇ 'ਚ 4 ਡੋਕੇ ਹੁੰਦੇ ਨੇ, ਮੈਂ ਸ਼ਾਇਦ ਉਲਟਾ ਕਹਿ ਗਿਆ ਸੀ। ਔਰ ਇੱਕ ਉਹਦੇ ਵਾਸਤੇ, ਕਿਉਂਕਿ ਸਾਡੇ ਇੱਥੇ ਕਿਹਾ ਗਿਆ ਹੈ ਕਿ ਤੂੰ ਕਦੀ ਲਾਲਚ ਨਹੀਂ ਕਰਨਾ। ਫਿਰ ਮੈਂ ਕਹਿੰਦਾ ਸਾਡੀ ਸੰਸਕ੍ਰਿਤੀ, ਸਾਡੇ ਬਜ਼ੁਰਗ ਕਹਿੰਦੇ ਰਹਿੰਦੇ ਆ ਕਿ ਤੂੰ ਲਾਲਚ ਨਾ ਕਰੀ। ਉਹ ਇਸ ਕਰਕੇ ਹੀ ਹੈ ਕਿ ਉਹਦਾ ਪਾਲਣ ਪੋਸ਼ਣ ਕਰਨਾ ਹੈ। ਜਿਹੜਾ ਬਛੜਾ ਜਾਂ ਬਛੜੀ ਜਿਹੜਾ ਪੈਦਾ ਹੋਇਆ ਹੈ, ਜਦ ਤੱਕ ਉਸਨੇ ਆਪਣੀ ਗਊ ਦਾ ਦੁੱਧ ਪੀਣਾ ਹੈ ਤਾਂ ਇੱਕ ਡੋਕਾ ਉਹਦੇ ਲਈ ਸੁਰੱਖਿਅਤ ਕੀਤਾ ਜਾਂਦਾ ਸੀ ਔਰ ਅੱਜ ਵੀ ਕੀਤਾ ਜਾਂਦਾ ਹੈ। ਜੇ ਤੁਸੀਂ ਪਸ਼ੂ ਪਾਲਣ ਜਿਹੜੇ ਕਰਦੇ ਨੇ ਉਹਨਾਂ ਤੋਂ ਤੁਸੀਂ ਭੈਣ ਭਰਾਵਾਂ ਤੋਂ ਜਾ ਕੇ ਪੁੱਛ ਸਕਦੇ ਹੋ, ਉਹ ਸਾਰੇ ਦਾ ਸਾਰਾ ਉਹਦਾ ਹਿੱਸਾ ਹੈ, ਉਹਨੂੰ ਨਹੀਂ ਕਦੀ ਰੋਕਿਆ ਜਾਂਦਾ। ਜਿਹੜੇ 3 ਨੇ ਉਹ ਜਿਹੜੇ ਉਹਨੂੰ ਪਾਲਣ ਪੋਸ਼ਣ ਕਰ ਰਹੇ ਨੇ, ਜਿਹੜੇ ਉਹਨੂੰ ਖੁਰਾਕ ਦੇ ਰਹੇ ਨੇ, ਹੋਰ ਚੀਜ਼ਾਂ ਕਰ ਰਹੇ ਨੇ, ਉਹ ਕੱਢ ਕੇ ਉਹਨੂੰ ਪ੍ਰਯੋਗ ਦੇ ਵਿੱਚ ਲਿਆਉਂਦੇ ਨੇ। ਔਰ ਇਹਦੇ ਨਾਲ ਤੁਹਾਨੂੰ ਪਤਾ ਹੈ ਦੁੱਧ, ਦਹੀਂ, ਘਿਓ, ਔਰ ਇਸ ਚੀਜ਼ ਨੂੰ ਔਸ਼ਧੀ ਦੇ ਰੂਪ ਦੇ ਵਿੱਚ ਵੀ ਪ੍ਰਯੋਗ ਕੀਤਾ ਜਾਂਦਾ ਹੈ। ਇਹ ਮਾਤਰ ਇੱਕ ਖਾद्य ਪਦਾਰਥ ਨਹੀਂ ਹੈ। ਖਾद्य ਪਦਾਰਥ ਤਾਂ ਹਰ ਚੀਜ਼ ਹੈ ਜਿਹੜੀ ਕਿ ਮਨੁੱਖ ਖਾ ਸਕੇ ਜਾਂ ਕੋਈ ਵੀ ਖਾ ਸਕੇ, ਪੀ ਸਕੇ, ਲੇਕਿਨ ਇਸ ਦੇ ਨਾਲ ਨਾਲ ਇਹ ਔਸ਼ਧੀ ਦੇ ਰੂਪ ਦਾ ਵੀ ਕੰਮ ਕਰਦਾ ਹੈ। ਔਰ ਜੇ ਅਸੀਂ ਇਹਨੂੰ ਧਿਆਨ ਦੇ ਨਾਲ ਫਿਰ ਦੇਖ ਲਈਏ, ਗਊ ਦਾ 5ਵਾਂ, ਕਿਉਂਕਿ ਪੰਚਗਵਯ ਕਿਹਾ ਜਾਂਦਾ ਹੈ, 4ਥਾ ਗੋਮੂਤਰ, 5ਵਾਂ ਗੋਬਰ, ਜੇ ਅਸੀਂ ਧਿਆਨ ਦੇ ਨਾਲ ਦੇਖੀਏ। ਔਰ ਇਹ ਗੋਮੂਤਰ ਔਰ ਗੋਬਰ ਨੂੰ ਇੱਕ ਵਿਸ਼ੇਸ਼ ਵਿਧੀ ਦੇ ਵਿੱਚ ਰਲਾ ਕੇ, ਤਿਆਰ ਕਰਕੇ, ਉਸ ਦੀ ਖਾਦ ਬਣਾ ਕੇ ਖੇਤਾਂ ਦੇ ਵਿੱਚ ਪਾਈ ਜਾਂਦੀ ਹੈ, ਜਿਸ ਨਾਲ ਉਹਦੀ ਉਰਵਰਾ ਸ਼ਕਤੀ ਵਧੇ, ਜਿਸ ਨਾਲ ਉਸ ਦੇ ਵਿੱਚ ਜਿਹੜੇ ਹਾਰਮਫੁਲ, ਜਿਹੜੇ ਫਸਲਾਂ ਨੂੰ ਨੁਕਸਾਨ ਦੇਣ ਵਾਲੇ ਵਿਸ਼ਾਣੂ ਨੇ, ਕੀਟਾਣੂ ਨੇ, ਜੀਵਾਣੂ ਨੇ, ਉਹ ਨਸ਼ਟ ਹੋ ਸਕਣ। ਉਹ ਪੈਦਾ ਹੁੰਦੇ ਆ ਉਹਦੇ ਵਿੱਚ ਆਪਣੇ ਆਪ। ਜਦੋਂ ਕੰਪੋਸਟ ਖਾਦ ਤਿਆਰ ਹੋ ਜਾਂਦੀ ਹੈ ਔਰ ਉਸ ਨੂੰ ਖੇਤਾਂ ਦੇ ਵਿੱਚ ਪਾਇਆ ਜਾਂਦਾ ਔਰ ਉਸ ਨੂੰ ਇਸਤੇਮਾਲ ਕਰਕੇ ਚੰਗੇ ਤਰੀਕੇ ਨਾਲ ਉਹਦਾ ਪ੍ਰਬੰਧਨ ਕਰਕੇ ਇੱਕ ਫਸਲ ਪੈਦਾ ਹੁੰਦੀ ਹੈ। ਔਰ ਫਸਲ ਜਿਹਨੂੰ ਅਸੀਂ ਅੱਜ, ਮੈਂ ਫਿਰ ਉਹੀ ਗੱਲ ਆਪਾਂ ਤੁਹਾਡੇ ਨਾਲ ਦੁਹਰਾਨਾ ਹਾਂ, ਇੱਕ ਇਨਆਰਗੈਨਿਕ ਖੇਤੀ ਹੈ ਜਿਹਦੇ ਵੱਲ ਅਸੀਂ ਪਿਛਲੇ 50-60 ਸਾਲ ਤੋਂ ਵਧੇ ਹਾਂ। ਇੱਕ ਆਰਗੈਨਿਕ ਖੇਤੀ ਹੈ ਜਿਹਦੇ ਵਿੱਚ ਆਹ ਗੋਬਰ, ਗੋਮੂਤਰ, ਇੱਦਾਂ ਦੀਆਂ ਚੀਜ਼ਾਂ ਦਾ ਹੀ ਪ੍ਰਯੋਗ ਹੁੰਦਾ ਸੀ ਜਾਂ ਹੁੰਦਾ ਹੈ। ਅੱਜ ਵੀ ਜੇ ਅਸੀਂ ਮਾਰਕੀਟ ਦੇ ਵਿੱਚ ਜਾਈਏ, ਕਿਉਂਕਿ ਬਾਜ਼ਾਰ ਆਧਾਰਿਤ ਵਿਵਸਥਾ ਹੈ, ਅੱਜ ਵੀ ਸਾਨੂੰ ਆਰਗੈਨਿਕ ਰੂਪ ਨਾਲ ਖੇਤੀ ਕੀਤੇ ਹੋਏ ਅਨਾਜ ਦਾ ਜ਼ਿਆਦਾ ਮੁੱਲ ਮਿਲਦਾ ਹੈ, ਜਿਹੜੇ ਕਿ ਮਨੁੱਖੀ ਕ੍ਰਿਤ, ਜਿਹੜੇ ਕਿ ਕੈਮੀਕਲ ਯੂਜ਼ ਕਰਕੇ ਖੇਤੀ ਕੀਤੀ ਜਾਂਦੀ ਹੈ ਮਨੁੱਖਾਂ ਦੇ ਦੁਆਰਾ, ਉਹਦਾ ਮੁੱਲ ਮਾਰਕੀਟ ਦੇ ਵਿੱਚ ਘੱਟ ਮਿਲਦਾ ਹੈ, ਜਾਂ ਉਹਦਾ ਜੋ ਸਰਕਾਰ ਮੁੱਲ ਕੱਢ ਦਿੰਦੀ ਹੈ ਉੱਥੇ ਹੀ ਰਹਿੰਦਾ ਹੈ। ਤਾਂ ਇਸ ਤਰੀਕੇ ਨਾਲ ਦੇਖਿਆ ਜਾਵੇ ਉਹ ਕਿਉਂ ਹੈ? ਉਹ ਇਸ ਕਰਕੇ ਹੈ ਕਿਉਂਕਿ ਉਹਦੀ ਪੌਸ਼ਟਿਕਤਾ ਜ਼ਿਆਦਾ ਹੈ, ਉਹਦੇ ਨਾਲ ਬਿਮਾਰੀ ਨਹੀਂ ਆਏਗੀ ਇਸ ਚੀਜ਼ ਦੇ ਨਾਲ, ਕਿਉਂਕਿ ਜਿੱਥੇ ਕ੍ਰਿਤਰਿਮ ਚੀਜ਼ਾਂ ਪੈਣਗੀਆਂ ਔਰ ਜਿੱਥੇ ਕਿ ਕੈਮੀਕਲ ਬੇਸਡ ਸਾਰੀਆਂ ਚੀਜ਼ਾਂ ਪੈਣਗੀਆਂ, ਉਹਦੇ ਨਾਲ ਬਿਮਾਰੀ ਲੱਗੇਗੀ। ਔਰ ਅੱਜ ਅਸੀਂ ਕਿਉਂ ਇੰਨੇ ਟਾਈਮ ਤੋਂ ਸੁਰੱਖਿਅਤ ਚਲੇ ਆ ਰਹੇ ਹਾਂ, ਬਿਮਾਰੀ ਸਾਨੂੰ ਨਹੀਂ ਲੱਗ ਸਕੀ, ਕਿਉਂਕਿ ਜਿਹੜੇ ਸਾਡੇ ਅੰਨ ਉਪਜਾਉਣ ਵਾਲੇ ਸਾਡੇ ਭੈਣ ਭਰਾ ਸੀ, ਉਹਨਾਂ ਦੇ ਖੇਤੀ ਕਰਨ ਦਾ ਜਿਹੜਾ ਤਰੀਕਾ ਹੈ ਉਹ ਬੜਾ ਹੀ ਵਿਗਿਆਨਿਕ, ਉન્નਤ ਔਰ ਸੁਲਝਿਆ ਹੋਇਆ ਸੀ। ਉਹਨਾਂ ਨੂੰ ਇਸ ਚੀਜ਼ ਦਾ ਪਤਾ ਸੀ ਔਰ ਉਹ ਲਾਲਚ ਉਹਨਾਂ ਨੇ ਕਦੀ ਨਹੀਂ ਕੀਤਾ ਔਰ ਅੱਜ ਵੀ ਨਹੀਂ ਕਰਦੇ। ਮੈਂ ਤੁਹਾਨੂੰ ਇਹ ਦੱਸ ਦੇਵਾਂ, ਅੱਜ ਵੀ ਨਹੀਂ ਕਰਦੇ। ਅੱਜ ਵਿਵਸਥਾ ਕੀ ਹੋ ਗਈ ਹੈ ਕਿ ਸਰਕਾਰ ਗਾਈਡੈਂਸ ਦਿੰਦੀ ਹੈ ਔਰ ਜਦੋਂ ਸਰਕਾਰ ਗਾਈਡੈਂਸ ਹੀ ਉਹਨਾਂ ਨੂੰ ਜਿਸ ਹਿਸਾਬ ਨਾਲ ਦੇਗੀ ਤਾਂ ਸਾਰਾ ਸਮਾਜ ਉਸੇ ਅਨੁਸਾਰ ਚੱਲੇਗਾ। ਹੁਣ ਲੇਕਿਨ ਸਰਕਾਰ ਵੀ ਔਰ ਸਾਡੇ ਜਾਗਰੂਕ ਕਿਸਾਨ ਭਰਾ ਭੈਣ ਵੀ ਇਸ ਵੱਲ ਆ ਗਏ ਨੇ ਕਿ ਆਪਾਂ ਆਰਗੈਨਿਕ ਖੇਤੀ ਵੱਲ ਤੁਰੀਏ, ਕਿਉਂਕਿ ਕਾਰਨ ਕੀ ਹੈ, ਇਹ ਕੈਮੀਕਲ ਪਾ ਕੇ ਸਾਡੇ ਖੇਤਾਂ ਦੀ ਉਪਜਾਊ ਸ਼ਮਤਾ ਘਟ ਰਹੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੈਰਨ ਹੋ ਜਾਏਗੀ, ਬੰਜਰ ਹੋ ਜਾਏਗੀ ਜ਼ਮੀਨ, ਅਗਰ ਅਸੀਂ ਨਾ ਸੁਧਰੇ ਤਾਂ। ਜਦ ਅਸੀਂ ਸੁਧਰ ਜਾਵਾਂਗੇ, ਖੇਤੀ ਆਰਗੈਨਿਕ ਰੂਪ ਨਾਲ ਕਰਾਂਗੇ, ਗੋਬਰ, ਮੂਤਰ, ਗੋਮੂਤਰ, ਇੱਦਾਂ ਦੀਆਂ ਚੀਜ਼ਾਂ ਜੋ ਕਿ ਇੱਕ ਪਰੰਪਰਾਗਤ ਚੀਜ਼ਾਂ ਨੇ, ਖਾਦਾਂ ਨੇ, ਉਹਨਾਂ ਦਾ ਪ੍ਰਯੋਗ ਕਰਾਂਗੇ, ਨਾ ਕੇਵਲ ਜ਼ਮੀਨ ਦੀ ਸ਼ਕਤੀ ਵਧੇਗੀ, ਉਪਜਾਊ ਸ਼ਕਤੀ ਵਧੇਗੀ, ਬਲਕਿ ਜਿਹੜਾ ਅੰਨ ਵੀ ਪੈਦਾ ਹੋਏਗਾ
ਉਹ ਖਾਣ ਵਾਲਾ ਹੋਏਗਾ। ਤੁਹਾਨੂੰ ਮੈਂ ਦੱਸਾਂ ਕਿ ਜਿੱਦਾਂ ਦਾ ਅਸੀਂ ਜ਼ਮੀਨ ਜਿਸ ਤਰੀਕੇ ਦੀ ਜ਼ਮੀਨ ਦੇ ਵਿੱਚੋਂ ਅੰਨ ਉਗਦਾ ਹੈ, ਜ਼ਮੀਨ ਦਾ ਉਹ ਅੰਸ਼ ਅੰਨ ਦੇ ਵਿੱਚ ਵੀ ਆਪਣੇ ਆਪ ਆ ਜਾਂਦਾ ਹੈ। ਜੇ ਅਸੀਂ ਹਾਰਮਫੁਲ ਕੈਮੀਕਲਸ ਦੇ ਨਾਲ ਖੇਤੀ ਉਗਾਉਂਦੇ ਹਾਂ ਤਾਂ ਜਿਹੜਾ ਅਨਾਜ ਪੈਦਾ ਹੁੰਦਾ ਹੈ, ਅਨਾਜ ਤਾਂ ਪੈਦਾ ਹੋ ਜਾਂਦਾ ਹੈ ਉਸ ਨਾਲ ਵੀ ਹਾਲੇ ਤੱਕ, ਲੇਕਿਨ ਇੱਕ ਟਾਈਮ ਆਏਗਾ ਜਦੋਂ ਬੰਜਰ ਹੋ ਜਾਏਗੀ ਜ਼ਮੀਨ, ਨਹੀਂ ਪੈਦਾ ਹੋ ਪਾਏਗਾ। ਲੇਕਿਨ ਜਿਹੜਾ ਉਹ ਅਨਾਜ ਹੈ ਉਹ ਹਾਰਮਫੁਲ ਹੈ, ਉਹ ਮਨੁੱਖ ਦੇ ਵਿਕਾਸ ਦੇ ਲਈ, ਉਸਦੇ ਸਰੀਰ ਦੇ ਲਈ ਵਧੀਆ ਨਹੀਂ ਹੈ। ਔਰ ਜਦ ਕਿ ਦੂਜੇ ਪਾਸੇ ਜਦ ਇਸ ਤਰੀਕੇ ਨਾਲ ਖੇਤੀ ਨਾਲ ਅਨਾਜ ਉਗਾਇਆ ਜਾਂਦਾ ਹੈ ਤਾਂ ਜਿਹੜੇ ਅੱਛੇ ਅੰਸ਼ ਨੇ ਉਹ ਉਹਦੇ ਵਿੱਚ ਆਉਂਦੇ ਨੇ, ਜਿਹਦੇ ਨਾਲ ਸਾਡੀ ਸਮਰਿੱਧੀ ਸਰੀਰਕ ਰੂਪ ਨਾਲ, ਮਾਨਸਿਕ ਰੂਪ ਨਾਲ ਵੱਧਦੀ ਹੈ ਔਰ ਅਸੀਂ ਬਿਮਾਰੀਆਂ ਤੋਂ ਬਚਦੇ ਹਾਂ। ਤੇ ਇਸ ਤਰੀਕੇ ਨਾਲ ਅਗਰ ਅਸੀਂ ਦੇਖੀਏ, ਇਹੀ ਤਰੀਕਾ ਅਪਣਾ ਕੇ ਸਾਡੀ ਪਰੰਪਰਾ, ਸਾਡੀ ਸੱਭਿਅਤਾ, ਸਾਡੀ ਸੰਸਕ੍ਰਿਤੀ ਦਾ ਖੇਤੀਬਾੜੀ ਔਰ ਇਹ ਗੋਵੰਸ਼ ਇੱਕ ਅਨਿੱਖੜਵਾਂ ਅੰਗ ਰਿਹਾ ਹੈ। ਔਰ ਇਸ ਤਰੀਕੇ ਨਾਲ ਇਹਨੂੰ ਦੇਖਿਆ ਜਾਵੇ ਕਿ ਉੱਥੇ ਕਿਹਾ ਗਿਆ ਹੈ ਕਿ ਇਸ ਨੂੰ ਮਾਰੋ ਨਾ। ਔਰ ਦੂਜੇ ਪਾਸੇ ਵੀ ਦੇਖੀਏ, ਕਿਉਂਕਿ ਆਰਥਿਕਤਾ ਦੇ ਨਾਲ ਸਭ ਕੁਝ ਜੁੜਿਆ ਹੁੰਦਾ, ਚਾਹੇ ਉਹ ਪੁਰਾਣਾ ਜ਼ਮਾਨਾ ਵੀ ਸੀ, ਅੱਜ ਦਾ ਜ਼ਮਾਨਾ ਹੈ ਜਾਂ ਆਉਣ ਵਾਲਾ ਜ਼ਮਾਨਾ। ਇੱਕ ਗਊ ਨੂੰ ਮੈਂ ਇਹ ਗੱਲ ਕਹਿਣਾ ਹਾਂ, ਕਿਉਂਕਿ ਗਊ ਨੂੰ ਮੈਂ ਬਾਰ-ਬਾਰ ਫੇਰ ਕਹਿ ਰਿਹਾ ਹਾਂ, ਇਹਨੂੰ ਕਿਉਂ ਕਿਹਾ ਜਾਂਦਾ ਹੈ, ਇੱਕ ਕੇਸ ਸਟੱਡੀ ਹੁੰਦੀ ਹੈ ਨਾ, ਜਿਸ ਡੋਮੈਸਟਿਕ ਐਨੀਮਲ ਦਾ, ਘਰੇਲੂ ਪਸ਼ੂ ਦਾ ਜ਼ਿਆਦਾ ਪ੍ਰਯੋਗ ਘਰਾਂ ਦੇ ਵਿੱਚ ਕੀਤਾ ਜਾਂਦਾ ਹੈ, ਅਸੀਂ ਉਹਨੂੰ ਇੱਕ ਉਦਾਹਰਣ ਦੇ ਤੌਰ ਤੇ ਲੈ ਲੈਂਦੇ ਹਾਂ। ਇਹਦਾ ਮਤਲਬ ਇਹ ਨਹੀਂ ਹੈ ਤੁਸੀਂ ਬਾਕੀ ਪਸ਼ੂਆਂ ਨੂੰ ਵੱਢ ਦੇਣਾ ਜਾਂ ਬਾਕੀਆਂ ਦੀ ਉਪਾਦੇਇਤਾ, ਯਾਨੀ ਕਿ ਉਹਨਾਂ ਦਾ ਲਾਭ ਨਹੀਂ ਹੈ। ਬਾਕੀਆਂ ਦਾ ਵੀ ਆਪਣੀ ਆਪਣੀ ਥਾਂ ਤੇ ਲਾਭ ਹੈ। ਕਿਸੇ ਨੂੰ ਕਿਸੇ ਪ੍ਰਕਾਰ ਦੀ ਕੋਈ ਹਿੰਸਾ ਜਾਂ ਉਹਨਾਂ ਦਾ ਕਤਲੇਆਮ ਨਹੀਂ ਕਰਨਾ ਹੈ। ਔਰ ਅਗਰ ਅਸੀਂ ਇਸ ਚੀਜ਼ ਨੂੰ ਦੇਖੀਏ, ਇੱਕ ਗਊ ਨੂੰ ਮਾਰ ਕੇ ਆਮ ਤੌਰ ਤੇ ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ ਹੋ, ਸਿਰਫ ਇੱਕ ਸਮੇਂ ਦਾ 8 ਲੋਕਾਂ ਦਾ ਬੀਫ ਤਿਆਰ ਹੋ ਪਾਏਗਾ, ਯਾਨੀ ਕਿ ਗਊ ਮਾਸ ਪ੍ਰਯੋਗ ਕੀਤਾ ਜਾ ਸਕੇਗਾ। ਲੇਕਿਨ ਅਗਰ ਉਹੀ ਗਊ, ਕਿਉਂਕਿ ਗਊ ਦਾ ਕੀ ਹੈ, ਜਿਹੜੀ ਖਾਸ ਕਰਕੇ ਦੇਸੀ ਗਾਂ, ਜਿਹਨੂੰ ਭਾਰਤੀ ਗਾਂ ਕਹਿ ਦਿੰਦੇ ਨੇ, ਔਰ ਜਾਂ ਚਲੋ ਹੁਣ ਬਾਹਰ ਦੀ ਵੀ ਦੇਸ਼ਾਂ ਤੋਂ ਜਿਹੜੀ ਇੰਪੋਰਟ ਨਸਲਾਂ ਨੇ ਉਹ ਵੀ ਗਊਆਂ ਨੇ, ਉਹ 9 ਤੋਂ ਲੈ ਕੇ 18 ਸੂਏ, ਯਾਨੀ ਕਿ ਉਹਨਾਂ ਦੇ ਬੱਚੇ ਪੈਦਾ ਹੁੰਦੇ ਨੇ 18 ਵਾਰ। ਐਵਰੇਜ ਇਹਦੇ ਆ ਜਾਂਦਾ ਹੈ 13 ਐਵਰੇਜ ਦਾ ਮਤਲਬ ਇਹ ਹੈ ਕਿ ਇਹ 14 ਤੋਂ 15 ਸਾਲ ਦੁਧਾਰੂ ਪਸ਼ੂ ਰਹਿੰਦੇ ਨੇ, ਹੈ ਨਾ। ਪੈਦਾ ਹੋਣ ਤੋਂ ਕੁਝ ਸਮੇਂ ਬਾਅਦ ਇਹ ਤਿਆਰ ਹੋ ਜਾਂਦੇ ਨੇ, 15-16 ਸਾਲ ਇਹ ਆਪਣਾ ਦੁੱਧ ਦਿੰਦੇ ਨੇ। ਔਰ ਜੇ ਅਸੀਂ ਉਸ ਦੁੱਧ ਦੀ ਕੈਲਕੂਲੇਸ਼ਨ ਕਰੀਏ, ਕਿਉਂਕਿ ਹਰ ਚੀਜ਼ ਆਪਾਂ ਇਸ ਤਰੀਕੇ ਨਾਲ ਪ੍ਰਯੋਗ 'ਚ ਕਰਨੀ ਹੁੰਦੀ ਹੈ ਕਿ ਜਿਸ ਦੇ ਨਾਲ ਉਹਦਾ ਪ੍ਰਯੋਗ ਵੀ ਹੋਵੇ ਔਰ ਉਹ ਪ੍ਰਯੋਗ ਸਾਡੀ ਉન્નਤੀ ਦਾ ਸਾਧਨ ਬਣੇ, ਨਾ ਕਿ ਬਾਧਕ ਬਣੇ। ਜੇ ਜ਼ਿਆਦਾ ਅਸੀਂ ਅੰਨ ਵੀ ਖਾ ਲਈਏ ਤਾਂ ਆਪਾਂ ਮੋਟੇ ਹੋ ਜਾਵਾਂਗੇ, ਬਿਮਾਰੀਆਂ ਦਾ ਬਣੇਗਾ। ਤਾਂ ਹੀ ਕਹਿੰਦੇ ਨੇ ਸਾਰੇ ਜਿਹੜੇ ਸਮਝਦਾਰ ਲੋਕ ਹੈ ਉਹ ਕਹਿੰਦੇ ਆ ਕਿ ਇੰਨਾ ਜ਼ਿਆਦਾ ਨਾ ਖਾਓ, ਕਿਉਂਕਿ ਜ਼ਿਆਦਾ ਖਾਣ ਦੇ ਨਾਲ ਉਮਰ ਵੱਧਦੀ ਨਹੀਂ, ਘਟਦੀ ਹੈ, ਵੱਧਦੀ ਨਹੀਂ ਹੈ। ਹੁਣ ਉਸ ਚੀਜ਼ ਨੂੰ ਅਸੀਂ ਧਿਆਨ ਦੇ ਵਿੱਚ ਰੱਖੀਏ ਤਾਂ ਇਹ ਅੰਦਾਜ਼ਾ ਹੈ ਕਿ 26 ਤੋਂ 27 ਹਜ਼ਾਰ ਬੰਦੇ ਗਊ, ਜਿਹੜਾ ਗవ్ਯ ਹੈ, ਪੰਚ ਗవ్ਯ ਹੈ, ਇਹਦੇ ਵਿੱਚੋਂ ਦੁੱਧ, ਘਿਓ, ਦੇਸੀ ਘਿਓ ਔਰ ਜਿਹਨੂੰ ਕਹਿੰਦੇ ਆਪਾਂ ਮੱਖਣ ਵਗੈਰਾ ਕਹਿ ਦਿੰਦੇ ਆ, ਦਹੀਂ ਕਹਿ ਦਿੰਦੇ ਆ, ਇਹਨਾਂ ਚੀਜ਼ਾਂ ਦੇ ਨਾਲ ਇੱਕ ਸਮੇਂ ਦੇ 25,000 ਤੋਂ ਲੈ ਕੇ 26,000 ਬੰਦੇ ਭੋਜਨ ਕਰ ਲੈਂਦੇ ਨੇ। ਕਿਉਂਕਿ 15 ਸਾਲ ਦਾ ਦੁੱਧ ਦੇਣਾ ਹੈ ਨਾ, ਮੈਂ ਉਹਦਾ ਅਨੁਪਾਤ ਕੱਢ ਰਿਹਾ ਕਿ ਅਗਰ ਅਸੀਂ ਗਊ ਨੂੰ ਮਾਰ ਦਿੰਦੇ ਹਾਂ ਤਾਂ ਉਹ ਇੱਕ ਵਾਰ 'ਚ ਮਰ ਗਈ ਔਰ 8 ਬੰਦੇ ਉਹਦੇ ਨਾਲ ਆਪਣਾ ਪੇਟ ਭਰ ਸਕੇ। ਜਦਕਿ ਜੇ ਉਹ ਜਿੰਦਾ ਰਹਿੰਦੀ ਹੈ ਤਾਂ ਉਹ ਇੰਨੇ ਬੰਦਿਆਂ ਦਾ ਭੋਜਨ ਇੱਕ ਸਮੇਂ ਦਾ ਦੇ ਸਕੇਗੀ। 8 ਔਰ 25,000 ਤੋਂ ਲੈ ਕੇ 26,000 ਦੇ ਵਿੱਚ ਕਿੰਨਾ ਅੰਤਰ ਹੈ। ਕਹਿਣ ਦਾ ਮਤਲਬ ਇਹ ਹੈ ਜਿਹੜੇ ਸਾਡੇ ਪੂਰਵਜ ਸੀ ਉਹ ਬੜੇ ਸਮਝਦਾਰ ਸੀ, ਉਹਨਾਂ ਨੇ ਇਸ ਦਾ ਆਰਥਿਕ ਪੱਖੋਂ ਵੀ ਵਿਸ਼ਲੇਸ਼ਣ ਕੀਤਾ ਹੋਇਆ ਸੀ। ਉਹਨਾਂ ਨੇ ਕੋਈ ਇਸ ਤਰੀਕੇ ਨਾਲ ਨਹੀਂ ਸਾਨੂੰ ਕਹਿਤਾ ਵੀ ਇਹਦਾ ਇੱਦਾਂ ਪਾਲਣ ਕਰੋ ਜਾਂ ਇਹਨੂੰ ਨਾ ਕਰੋ, ਮਾਰੋ, ਜਾਂ ਆਪਾਂ ਸਾਰਿਆਂ ਨੇ ਮਾਸ ਨਹੀਂ ਖਾਣਾ ਹੈ, ਇੱਦਾਂ ਦੀ ਗੱਲ ਇੱਦਾਂ ਹੀ ਨਹੀਂ ਕਹਿ ਦਿੱਤੀ ਸੀਗੀ। ਉਹਨਾਂ ਨੇ ਕਿਸੇ ਆਧਾਰ ਦੇ ਉੱਤੇ ਕਹੀ ਸੀ। ਔਰ ਜੇ ਅਸੀਂ ਇਸ ਆਧਾਰ ਨੂੰ ਦੇਖੀਏ, ਉਹ ਇੱਕ ਬੋਨਸ ਹੈ, ਐਡਿਡ ਐਡਵਾਂਟੇਜ ਹੈ ਜੀ, ਔਰ ਉਹ ਵੀ ਤੁਹਾਡੇ ਭੋਜਨ ਦੇ ਹੀ ਕੰਮ ਆਇਆ। ਬਿਲਕੁਲ, ਉਹਨੇ ਲਗਾਤਾਰ ਤੁਹਾਡੇ ਖੇਤੀਬਾੜੀ ਦੀ ਸੁਰੱਖਿਆ ਕੀਤੀ ਹੈ।
ਰੱਖਿਆ ਕੀਤੀ ਹੈ। ਇਸੇ ਤਰੀਕੇ ਨਾਲ ਅਸੀਂ ਦੇਖ ਲਈਏ ਸਾਡੀ ਪਰੰਪਰਾ ਜਿਹੜੀ ਮੈਂ ਤੁਹਾਨੂੰ ਕਹਿਣਾ ਹਾਂ ਕਿ ਅਗਰ ਆਪਾਂ ਅੱਜ ਅਲੱਗ-ਅਲੱਗ ਚੀਜ਼ਾਂ ਨੂੰ ਕਰਦੇ ਹਾਂ, ਸੈਨੀਟਾਈਜ਼ ਕਰ ਲਓ ਸਾਡੀ। ਔਰ ਜਾਂ ਗਰਮੀਆਂ 'ਚ ਗਰਮੀ ਬਹੁਤ ਜ਼ਿਆਦਾ ਲੱਗ ਰਹੀ ਹੈ ਨਾ, ਨੋ ਡਾਊਟ ਗਰਮੀਆਂ ਨੂੰ ਗਰਮੀ ਹੁੰਦੀ ਹੈ, ਲੇਕਿਨ ਕਹਿੰਦੇ ਬਹੁਤ ਜ਼ਿਆਦਾ ਲੱਗਦੀ ਹੈ। ਸਰਦੀਆਂ ਨੂੰ ਨੋ ਡਾਊਟ ਸਰਦੀ ਹੁੰਦੀ ਹੈ, ਲੇਕਿਨ ਕਹਿ ਦਿੰਦੇ ਕਿ ਬਹੁਤ ਜ਼ਿਆਦਾ ਲੱਗ ਰਹੀ ਹੈ। ਲੇਕਿਨ ਜਦੋਂ ਸਾਡੀ ਪੂਰਵਜ ਘਰ ਬਣਾਉਂਦੇ ਹੁੰਦੇ ਸੀ, ਦੇਖੋ ਅਸੀਂ ਅੱਜ ਸਾਰੇ ਵਿਗਿਆਨਿਕ ਵੀ ਕਹਿੰਦੇ ਆ ਕਿ ਅਸੀਂ ਸਿਜ਼ਮਿਕ ਜ਼ੋਨ 'ਚ ਰਹਿੰਦੇ ਹਾਂ। ਸਿਜ਼ਮਿਕ ਜ਼ੋਨ ਦਾ ਅਰਥ ਇਹ ਹੈ ਕਿ ਜਿੱਥੇ ਭੂਕੰਪ ਦੇ ਬਹੁਤ ਜ਼ਿਆਦਾ ਖਤਰੇ ਆ ਜਿਹੜੇ ਅਸੀਂ ਪੱਕੇ ਘਰ ਬਣਾਈ ਬੈਠੇ ਆ, ਇਹ ਕਿਸੇ ਵੀ ਸਮੇਂ ਭੂਕੰਪ ਦੇ ਸ਼ਿਕਾਰ ਹੋ ਕੇ ਸਾਡੀਆਂ ਜਾਨਾਂ ਜਾ ਸਕਦੀਆਂ ਨੇ। ਔਰ ਸਾਡਾ ਦੇਸ਼ ਚਾਹੇ ਲਾਤੂਰ ਚਾਹੇ ਹੋਰ ਜਗ੍ਹਾ ਇਸ ਚੀਜ਼ ਦੇ ਗਵਾਹ ਨੇ ਜੀ, ਜਿੱਥੇ ਕਿ ਐਦਾਂ ਦੀ ਹਾਨੀ ਹੋਈ। ਔਰ ਇਤਿਹਾਸ ਤੁਸੀਂ ਚੱਕ ਕੇ ਦੇਖ ਲਓ, ਕਦੀ ਐਦਾਂ ਦੀ ਹਾਨੀ ਨਹੀਂ ਹੋ ਪਾਈ। ਕਾਰਨ ਕੀ ਹੈ? ਸਿਜ਼ਮਿਕ ਜ਼ੋਨ 'ਚ ਰਹਿਣ ਕਰਕੇ। ਸਾਡੇ ਪੂਰਵਜ ਕੀ ਗੱਲ ਪੱਕੇ ਘਰ ਬਣਾਉਣਾ ਜਾਣਦੇ ਨਾ ਹੋਣਗੇ ਜੀ? ਉਹਨਾਂ ਨੇ ਕਿਉਂ ਕਿਹਾ ਕਿ ਆਪਾਂ ਇਸ ਚੀਜ਼ ਨੂੰ ਬਣਾਈਏ ਤਾਂ ਕਿ ਉੱਥੇ ਮਨੁੱਖ ਆਰਾਮ ਦੇ ਨਾਲ ਰਹਿ ਸਕੇ ਔਰ ਉਹਨੂੰ ਕੋਈ ਨੁਕਸਾਨ ਨਾ ਹੋਵੇ। ਔਰ ਉਸ ਹਾਨੀਕਾਰਕ ਕੀਟ ਪਤੰਗੇ ਜ਼ਹਿਰੀਲੇ ਚੀਜ਼ਾਂ ਤੋਂ ਬਚਣ ਵਾਸਤੇ ਪੰਚਗవ్ਯ ਦੇ 2 ਪਦਾਰਥ ਯਾਨੀ ਕਿ ਗਊ ਦਾ ਮੂਤਰ ਔਰ ਗੋਬਰ ਨੂੰ ਇਸ ਵਿਸ਼ੇਸ਼ ਉਹਦੇ ਨਾਲ ਬਣਾਇਆ ਘੋਲ ਉਹਦਾ ਤਿਆਰ ਕਰਕੇ ਲਿਪਿਆ ਜਾਂਦਾ ਸੀ, ਜਿਹਦੇ ਨਾਲ ਕੋਈ ਐਦਾਂ ਦੀ ਚੀਜ਼ ਕੀਟ ਪਤੰਗਾ ਅੰਦਰ ਨਹੀਂ ਆ ਸਕਦਾ ਸੀ। ਔਰ ਗਰਮੀਆਂ ਦੇ ਵਿੱਚ ਸਾਨੂੰ ਸ਼ੀਤਲਤਾ ਦਾ ਅਹਿਸਾਸ ਹੁੰਦਾ ਸੀ ਔਰ ਸਰਦੀਆਂ ਦੇ ਵਿੱਚ ਸਾਨੂੰ ਗਰਮਾਹਟ ਦਾ ਅਹਿਸਾਸ ਉਹਨਾਂ ਘਰਾਂ ਦੇ ਵਿੱਚ ਜਾਂ ਉਹਨਾਂ ਕਮਰਿਆਂ ਦੇ ਵਿੱਚ ਹੁੰਦਾ ਸੀ। ਅੱਜ ਅਸੀਂ ਅਰਬਾਂ ਰੁਪਏ ਲਾ ਰਹੇ ਹਾਂ ਜੀ। ਮੈਂ ਕੱਲ ਹੀ ਪੜ੍ਹ ਰਿਹਾ ਸੀ ਇੱਕ ਅਖਬਾਰ ਦੇ ਵਿੱਚ, ਸ਼ਾਇਦ ਦਾ ਹਿੰਦੂ ਸੀ ਜਾਂ ਇੰਡੀਅਨ ਐਕਸਪ੍ਰੈਸ ਸੀ, ਉਹਦੇ ਵਿੱਚ ਇੱਕ ਲੇਖ ਆਇਆ। ਉਹਦੇ ਵਿੱਚ ਦੱਸਿਆ ਕਿ ਮਿਊਨਿਸਪਲ ਕਾਰਪੋਰੇਸ਼ਨ ਜਿਹੜਾ ਅਹਿਮਦਾਬਾਦ ਹੈ, ਉੱਥੇ ਇੱਕ ਪ੍ਰੋਜੈਕਟ ਬਣਾਇਆ ਹੈ ਕਾਰਪੋਰੇਸ਼ਨ ਨੇ, ਜਿਹਦੇ ਤਹਿਤ ਕਿਉਂਕਿ ਗਰਮੀਆਂ ਨੂੰ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਹੈ, ਛੱਤਾਂ ਦੇ ਉੱਤੇ ਵਾਈਟ ਕਲਰ ਦਾ ਕੀਤਾ ਜਾਏਗਾ ਤਾਂ ਕਿ ਉਹਨੂੰ ਗਰਮੀ ਨੂੰ ਰੋਕ ਸਕੇ, ਰਿਪੈਲ ਕਰ ਸਕੇ ਔਰ ਬਿਲਡਿੰਗਸ ਜ਼ਿਆਦਾ ਗਰਮ ਨਾ ਹੋਵਣ। ਤਾਂ ਤੁਸੀਂ ਦੇਖੋ ਅੱਜ ਆਪਾਂ ਕਿੱਦਾਂ ਦੇ ਉਪਾਅ ਲੱਭ ਰਹੇ ਹਾਂ। ਤੁਹਾਨੂੰ ਪਤਾ ਹੈ ਕਿ ਸਾਰਿਆਂ ਨੂੰ ਅੱਜ ਜੇ ਤੁਸੀਂ ਘਰ 'ਚ ਰੋਗਨ ਕਰਨਾ ਹੋਵੇ, ਕੋਈ ਜ਼ਮਾਨਾ ਹੁੰਦਾ ਸੀ ਜਦੋਂ ਅਸੀਂ ਹਰ ਸਾਲ ਦੀਪਾਵਲੀ ਦੇ ਮੌਕੇ ਘਰਾਂ ਨੂੰ ਸਜਾਉਂਦੇ ਹੁੰਦੇ ਸੀ। ਅੱਜ ਤੁਸੀਂ ਰੰਗ ਰੋਗਨ ਨਹੀਂ ਕਰਵਾ ਸਕਦੇ ਕਿਉਂਕਿ ਪੱਕੇ ਬਣੇ ਹੋਏ ਨੇ ਔਰ ਇੱਕ ਛੋਟੇ ਜਿਹੇ ਘਰ ਨੂੰ 7-8 ਮਰਲੇ ਦੇ ਨੂੰ ਰੰਗ ਰੋਗਨ ਕਰਨ ਵਾਸਤੇ 1.5 ਲੱਖ ਰੁਪਈਆ ਖੁੱਲ ਜਾਂਦਾ ਜੀ। ਔਰ ਇਹ ਸਾਡੇ ਸਾਰਿਆਂ ਦੇ ਬਸ ਦੀ ਗੱਲ ਨਹੀਂ ਰਹੀ ਜੀ। ਔਰ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਹਿਣ ਦਾ ਮਤਲਬ ਇਹ ਹੈ, ਫਿਰ ਖਾਣਾ ਚੁੱਲ੍ਹਾ, ਅੱਜ ਵੀ ਅਸੀਂ ਚੁੱਲ੍ਹੇ ਦੀ ਰੋਟੀ ਨੂੰ ਤਰਸਦੇ ਹਾਂ, ਝੂਰਦੇ ਹਾਂ। ਔਰ ਕੀ ਹੈ, ਫਿਰ ਗੋਮੂਤਰ ਔਰ ਗੋਬਰ ਨੂੰ ਇੱਕ ਵਿਸ਼ੇਸ਼ ਮਾਤਰਾ ਦੇ ਵਿੱਚ ਲੈ ਕੇ ਮਿਲਾ ਕੇ ਉਹਦੇ ਉਪਲੇ ਜਾਂ ਪਾਥੀਆਂ ਬਣਾ ਕੇ ਉਹਨਾਂ ਨੂੰ ਸੁਕਾ ਕੇ, ਹੁਣ ਮੈਂ ਤੁਹਾਨੂੰ ਦੱਸਦਾ ਗੋ ਦੇ ਸ਼ਬਦ ਦੇ ਕਈ ਅਰਥ ਨੇ। ਇੱਕ ਅਰਥ ਇਹਦਾ ਇਹ ਹੈ ਰਿਸ਼ਮਾ, ਪੰਜਾਬੀ 'ਚ ਰਿਸ਼ਮਾ, ਹਿੰਦੀ 'ਚ ਜਾਂ ਸੰਸਕ੍ਰਿਤ 'ਚ ਕਿਰਨਾ ਕਹਿ ਦਿੰਦੇ ਨੇ। ਸੂਰਜ ਦੀਆਂ ਕਿਰਨਾਂ ਨੂੰ ਵੀ ਗੋ ਕਿਹਾ ਜਾਂਦਾ ਹੈ। ਔਰ ਜਦੋਂ ਉਹ ਇਸ ਚੀਜ਼ ਦੇ ਨਾਲ ਮਿਲਦੀਆਂ ਨੇ, ਉਹਦੇ ਵਿੱਚ ਸੁੱਕਦੀਆਂ ਨੇ, ਜਦੋਂ ਗਿੱਲੀਆਂ ਤੋਂ ਸੁੱਕ ਜਾਂਦੀਆਂ ਨੇ, ਤਿਆਰ ਹੋ ਜਾਂਦੀਆਂ ਨੇ, ਤਾਂ ਉਹ ਇਸ ਤਰੀਕੇ ਦੀ ਵਿਗਿਆਨਿਕ ਵਿਧੀ ਨਾਲ ਉਹ ਤਿਆਰੀ ਹੋ ਜਾਂਦੀ ਹੈ ਕਿ ਉਹਦੇ ਵਿੱਚ ਜਿੰਨੇ ਹਾਰਮਫੁਲ ਚੀਜ਼ਾਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਹਟ ਜਾਂਦੀਆਂ। ਉੱਦਾਂ ਵੀ ਕਿਹਾ ਜਾਂਦਾ ਹੈ ਨਾ, ਡਿਸਇਨਫੈਕਟੈਂਟ ਚਾਹੀਦਾ ਹੈ ਸਾਨੂੰ। ਸਭ ਤੋਂ ਵਧੀਆ ਡਿਸਇਨਫੈਕਟੈਂਟ ਕੀ ਹੈ ਜਿਹੜਾ ਪ੍ਰਕਿਰਤਿਕ ਰੂਪ ਨਾਲ ਅਵੇਲੇਬਲ ਹੈ? ਸੂਰਜ ਦੀ ਕਿਰਨ। ਬਿਲਕੁਲ। ਘਰ ਕਿਉਂ ਕਹਿੰਦੇ ਕਿ ਹਵਾਦਾਰ ਰੋਸ਼ਨੀ ਵਾਲੇ, ਜਿਹਦੇ ਅੰਦਰ ਸੂਰਜ ਦੀ ਉਹ ਪਵੇ। ਸਾਡੇ ਆਯੁਰਵੇਦ ਦੇ ਵਿੱਚ ਬਾਰ-ਬਾਰ ਕਿਹਾ ਜਾਂਦਾ ਹੈ ਕੋਈ ਵੀ ਚੀਜ਼ ਪਕਾਣੀ ਹੋਵੇ, ਪੱਕਦੇ ਵੇਲੇ ਚਾਹੇ ਤੁਸੀਂ ਅਗਨੀ ਬਾਲੀ ਹੋਈ ਹੈ, ਜਿਹੜਾ ਕਿ ਸੂਰਜ ਦਾ ਹੀ ਇੱਕ ਦੂਸਰਾ ਰੂਪ ਹੈ, ਕਿਉਂਕਿ ਸੂਰਜ ਵੀ ਅਗਨੀ ਦਾ ਹੀ ਉਹ ਦਿਓਤਕ ਹੈ। ਲੇਕਿਨ ਉਸ ਦੇ ਉੱਤੇ ਅਗਰ ਸੂਰਜ ਦੀਆਂ ਕਿਰਨਾਂ ਉਹਦੇ ਵਿੱਚ ਪੈ ਜਾਣ ਤਾਂ ਉਹ ਅੰਮ੍ਰਿਤ ਬਣ ਜਾਂਦਾ ਹੈ। ਜੇ ਉਹ ਕਿਰਨਾਂ ਨਾ ਪੈਣ ਤਾਂ ਉਹ ਜ਼ਹਿਰੀਲਾ ਰਹਿ ਜਾਂਦਾ ਹੈ। ਔਰ ਜੇ ਅਸੀਂ ਉਹਨੂੰ ਦੇਖਿਆ ਤਾਂ ਉਸ ਚੀਜ਼ ਨੂੰ ਅਸੀਂ ਜਦੋਂ ਉਪਲਿਆਂ ਨੂੰ, ਉਸ ਪਾਥੀਆਂ ਨੂੰ ਪ੍ਰਯੋਗ ਕਰਦੇ ਸੀ ਤਵੇ ਦੇ ਉੱਤੇ ਪਾ ਕੇ ਉਹਨੂੰ ਗਰਮ ਕਰਕੇ, ਲੇਕਿਨ ਜਦੋਂ ਉਹਨੂੰ ਰਾੜਨ ਵਾਸਤੇ, ਉਹ ਕਰਨ ਵਾਸਤੇ ਜਦੋਂ ਅਸੀਂ ਅੰਦਰ ਅਗਨੀ ਦੇ ਵਿੱਚ ਰੱਖਦੇ ਸੀ ਤਾਂ ਜਿਹੜਾ ਸਵਾਦ ਉਸ ਟਾਈਮ ਉਹਦੇ ਵਿੱਚ ਪੈਂਦਾ ਸੀ। ਔਰ ਕਿਸੇ ਨੇ ਅੱਜ ਤੱਕ, ਆਪਾਂ ਸਦੀਆਂ ਤੋਂ ਚੀਜ਼ਾਂ ਖਾਂਦੇ ਆਏ ਹਾਂ, ਕਦੀ ਕੋਈ ਰੋਗ
ਕਿਸੇ ਨੂੰ ਹੋ ਗਿਆ ਹੋਵੇ ਉਹਦੇ ਨਾਲ, ਬਿਲਕੁਲ ਕੋਈ ਅੱਜ ਕਹਿੰਦਾ ਹੈ, ਚਾਹੇ ਉਹ ਮੱਕੀ ਦੀ ਰੋਟੀ ਹੈ, ਬਾਜਰੇ ਦੀ ਰੋਟੀ ਹੈ, ਜਾਂ ਕਿਸੇ ਅਨਾਜ ਦੀ ਰੋਟੀ ਹੈ, ਜੀ ਉਹ ਸਾਰੀ ਦੀ ਸਾਰੀ ਉੱਥੇ ਬਣੀ। ਔਰ ਕਿਸੇ ਵੀ ਚੀਜ਼ ਨੂੰ ਇਹ ਕਹਿ ਦੇਣਾ, ਔਰ ਇਹ ਤੋਂ ਬਾਅਦ ਪੰਚਗవ్ਯ ਦੇ ਜਿਹੜੇ ਔਸ਼ਧੀय ਗੁਣ ਹੈ 5 ਪਦਾਰਥਾਂ ਦੇ, ਉਹਨਾਂ ਦਾ ਤਾਂ ਕਹਿਣਾ ਹੀ ਕੀ। ਜੀ ਔਰ ਇਹਨੂੰ ਇਹ ਵੀ ਨਹੀਂ ਆਪਾਂ ਕਹਿ ਸਕਦੇ ਕਿ ਇਹ ਵਿਗਿਆਨਿਕ ਦ੍ਰਿਸ਼ਟੀਕੋਣ ਨਾਲ ਸਹੀ ਨਹੀਂ ਹੈ। ਜੀ ਵਿਗਿਆਨਿਕ ਦ੍ਰਿਸ਼ਟੀਕੋਣ ਨਾਲ ਵੀ ਇਹ ਸਹੀ ਹੈ, ਕਿਉਂਕਿ ਇਹਦੇ ਉੱਤੇ ਗ੍ਰੰਥ ਲਿਖੇ ਹੋਏ ਨੇ ਬਿਲਕੁਲ ਔਰ ਇਹਦੇ ਉੱਤੇ ਸਾਡੀ ਸਭਿਅਤਾ ਚੱਲਦੀ ਆ ਰਹੀ ਹੈ, ਅੱਜ ਵੀ ਇਹਦੇ ਤੇ ਅਨੁਸੰਧਾਨ ਚੱਲ ਰਿਹਾ ਚੱਲ ਹੈ। ਰਹੇ ਬਿਲਕੁਲ ਔਰ ਉਸ ਅਨੁਸੰਧਾਨ ਦੇ ਨਤੀਜੇ ਇਹੀ ਨੇ ਕਿ ਜੋ ਇਹ ਅੱਜ ਤੱਕ ਅਨੁਸੰਧਾਨ ਹੋਇਆ ਉਹ ਠੀਕ ਹੈ, ਇਹ ਤੋਂ ਅੱਗੇ ਇਹਨੂੰ ਹੋਰ ਉન્નਤ ਕਿਵੇਂ ਕੀਤਾ ਜਾ ਸਕੇ। ਜੀ ਤਾਂ ਇਸ ਤਰੀਕੇ ਨਾਲ ਅਗਰ ਅਸੀਂ ਦੇਖੀਏ ਤਾਂ ਗਊ ਔਰ ਗੋਵੰਸ਼ ਸਾਡੀ ਪਰੰਪਰਾ ਦਾ, ਸਾਡੇ ਸੰਸਕ੍ਰਿਤੀ ਦਾ, ਸਾਡੀ ਸਭਿਅਤਾ ਦਾ ਇੱਕ ਅਨਿੱਖੜਵਾਂ ਅੰਗ ਸੀ, ਹੈ ਔਰ ਰਹੇਗਾ। ਜੀ ਔਰ ਮੈਂ ਤੁਹਾਨੂੰ ਕਹਿ ਦਵਾਂ, ਇਹਦਾ ਕਿਸੇ ਵੀ ਤਰੀਕੇ ਨਾਲ ਸੰਪਰਦਾਇ ਨਾਲ, ਕਿਸੇ ਵਿਸ਼ੇਸ਼ ਰਿਲੀਜਨ ਨਾਲ ਇਹਨੂੰ ਜੋੜ ਕੇ ਦੇਖਣਾ ਬਿਲਕੁਲ ਗਲਤ ਹੈ। ਕਿ ਮੇਰੇ ਜਿਹੜੇ ਕ੍ਰਿਸਚਨ ਜਾਂ ਈਸਾਈ ਜਾਂ ਮੁਸਲਮਾਨ ਭੈਣ ਭਰਾ ਨੇ ਉਹ ਖੇਤੀ ਨਹੀਂ ਕਰਦੇ, ਜਾਂ ਉਹਨਾਂ ਦੇ ਪੂਰਵਜ ਖੇਤੀ ਨਹੀਂ ਕਰਦੇ ਰਹੇ, ਉਹ ਕਿਸ ਪ੍ਰਕਾਰ ਨਾਲ ਕਰਦੇ ਰਹੇ? ਆਖਰਕਾਰ ਅਸੀਂ ਇੱਕ ਹੀ ਪਰੰਪਰਾ ਦੇ ਹਿੱਸਾ ਹਾਂ। ਜੀ ਜੀ ਔਰ ਇਸੇ ਤਰੀਕੇ ਨਾਲ ਕਰਦੇ ਰਹੇ। ਕਿ ਉਹ ਦੁੱਧ ਨਹੀਂ ਪੀਂਦੇ? ਕਿ ਉਹ ਘਿਓ, ਮੱਖਣ, ਦਹੀਂ ਦਾ ਇਸਤੇਮਾਲ ਨਹੀਂ ਕਰਦੇ? ਸਾਰੇ ਦੇ ਸਾਰੇ ਕਰਦੇ ਨੇ। ਤਾਂ ਜਦ ਅਸੀਂ ਇਸ ਤਰੀਕੇ ਨਾਲ ਸਾਰੀ ਚੀਜ਼ ਨੂੰ ਦੇਖਦੇ ਹਾਂ ਤਾਂ ਇਸ ਤਰੀਕੇ ਨਾਲ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਗੋਵੰਸ਼ ਦਾ ਸੰਵਰਧਨ ਔਰ ਇਹਦਾ ਬਚਾਵ ਹੋਣਾ ਹੀ ਹੋਣਾ ਚਾਹੀਦਾ ਹੈ। ਔਰ ਇਹਦੇ ਉੱਤੇ ਕੋਈ ਆਸ਼ੰਕਾ ਜਾਂ ਕਿੰਤੂ ਪਰੰਤੂ ਨਹੀਂ ਹੈ। ਜੇ ਅਸੀਂ ਗੋਵੰਸ਼ ਨੂੰ ਅੱਜ ਨਹੀਂ ਬਚਾਵਾਂਗੇ ਤਾਂ ਮੈਂ ਤੁਹਾਨੂੰ ਸਪਸ਼ਟ ਰੂਪ ਨਾਲ ਦੱਸ ਦੇਣਾ ਚਾਹਾਂਗਾ ਕਿ ਸਾਡੀ ਖੇਤੀਬਾੜੀ, ਚਾਹੇ ਅਸੀਂ ਅੱਜ ਕੱਲ੍ਹ ਮਾਡਰਨ, ਠੀਕ ਹੈ, ਬਲਦ ਦਾ ਪ੍ਰਯੋਗ ਅੱਜ ਨਹੀਂ ਰਿਹਾ ਉਨਾ ਜ਼ਿਆਦਾ, ਲੇਕਿਨ ਫਿਰ ਵੀ ਅੱਜ ਭਾਰਤ ਦੀ ਕਾਫੀ ਵਿਵਸਥਾ ਬਲਦ ਦੇ ਉੱਤੇ ਹੀ ਚੱਲਦੀ ਹੈ। ਬਹੁਤ ਸਾਰੇ ਰਾਜ ਹੈ। ਔਰ ਮੈਂ ਤੁਹਾਨੂੰ ਦੱਸ ਦਵਾਂ, ਜਿਹੜੇ ਤੇਲ ਆਂਦਾ ਪਿਆ ਹੈ ਇਹਦੀ ਵੀ ਇੱਕ ਲਾਈਫ ਹੈ, ਜਿਹੜਾ ਗਲਫ ਦੇ ਵਿੱਚੋਂ ਨਿਕਲਦਾ ਜਾਂ ਕਿਸੇ ਹੋਰ ਖੇਤਰਾਂ ਦੇ ਵਿੱਚੋਂ ਨਿਕਲਦਾ। ਕੋਈ ਸਮਾਂ ਇੱਦਾਂ ਦਾ ਆਣਾ ਜਦੋਂ ਇਹ ਮੁੱਕ ਜਾਣਾ, ਫਿਰ ਅਸੀਂ ਕੀ ਕਰਾਂਗੇ? ਜੀ ਇਹਨੂੰ ਹੀ ਪ੍ਰਯੋਗ ਕਰਨਾ ਪਏਗਾ ਮੁੜ ਕੇ। ਔਰ ਚਾਹੇ ਅਸੀਂ, ਮੈਂ ਇਹ ਨਹੀਂ ਕਹਿੰਦਾ ਕਿ ਸਾਨੂੰ ਉન્નਤ ਔਜ਼ਾਰ ਜਾਂ ਉન્નਤ ਚੀਜ਼ਾਂ ਨਹੀਂ ਵਰਤਣੀਆਂ ਚਾਹੀਦੀਆਂ, ਵਰਤਣੀਆਂ ਹੈ, ਲੇਕਿਨ ਇਹਨਾਂ ਨੂੰ ਵੀ ਵਰਤੀਏ। ਲੇਕਿਨ ਗੋਵੰਸ਼ ਜਿਸ ਨੇ ਸਾਨੂੰ ਅੱਜ ਤੱਕ ਸਮਰਿੱਧੀ ਦਿੱਤੀ ਹੈ, ਔਰ ਅੱਜ ਵੀ ਮੈਂ ਤੁਹਾਨੂੰ ਕਹਿੰਦਾ ਪੰਚਗవ్ਯ, ਅੱਜ ਵੀ ਕਹਿੰਦਾ ਹੈ ਖਾਦ, ਨੈਚੁਰਲ ਡਿਸਇਨਫੈਕਟੈਂਟ। ਇੱਕ ਤਾਂ ਮੈਂ ਤੁਹਾਨੂੰ ਦੱਸਿਆ ਸੀਗਾ ਸੂਰਜ ਦੀਆਂ ਕਿਰਨਾਂ, ਦੂਸਰਾ ਗੋਬਰ ਤੇ ਆ ਜਿਹੜਾ ਗੋਮੂਤਰ ਹੈ, ਇਹ ਵੀ ਤਾਂ ਡਿਸਇਨਫੈਕਟੈਂਟ ਹੀ ਹੈ। ਜੀ ਔਰ ਜਦੋਂ ਇਹਨੂੰ ਔਸ਼ਧੀ ਦੇ ਰੂਪ ਦੇ ਵਿੱਚ ਵੀ ਗੋਮੂਤਰ ਨੂੰ ਪ੍ਰਯੋਗ ਕੀਤਾ ਜਾਂਦਾ, ਤੁਸੀਂ ਕਹਿੰਦੇ ਵੀ ਉਧਰ ਗਊ ਨੇ ਮੂਤਰ ਕੀਤਾ ਤੇ ਉਧਰ ਤੁਸੀਂ ਲੈ ਕੇ ਉਹਨੂੰ ਪੀ ਲਿਆ? ਨਹੀਂ, ਇਹਦਾ ਸੰਸ਼ੋਧਨ ਹੁੰਦਾ ਹੈ, ਇਹਦਾ ਸ਼ੋਧਨ ਹੁੰਦਾ ਹੈ, ਇੱਕ ਪ੍ਰਕਿਰਿਆ ਹੁੰਦੀ ਹੈ, ਇਹਦੀ ਇੱਕ ਮਾਤਰਾ ਹੁੰਦੀ ਹੈ, ਉਹਦਾ ਚਯਨ ਕਰਦੇ ਨੇ, ਉਹ ਵੈਦਿਆ ਨੂੰ ਪਤਾ ਹੋਏਗਾ। ਜੀ ਸਿਰਫ ਉਹਨੂੰ ਹੀ ਪ੍ਰਯੋਗ ਦੇ ਵਿੱਚ ਲਿਆਇਆ ਜਾਂਦਾ ਹੈ। ਤਾਂ ਯਾਨੀ ਕਿ ਕਹਿਣ ਦਾ ਮਤਲਬ ਸਾਨੂੰ ਐਦਾਂ ਦੀ ਗੱਲ ਨਹੀਂ ਕਰਨੀ ਚਾਹੀਦੀ ਜਿਹੜੀ ਹਾਸੋਏ ਨਹੀਂ ਲੱਗੇ। ਯਾਨੀ ਕਿ ਹਰ ਚੀਜ਼ ਦਾ ਇੱਕ ਪੁਰਾਣਾ ਇਹਦਾ ਇਤਿਹਾਸ ਹੈ। ਔਰ ਉਹ ਇਤਿਹਾਸ ਵੀ ਕਿਉਂ ਹੈ? ਕਿਉਂਕਿ ਇਹਦੇ ਉੱਤੇ ਸਾਡੀਆਂ ਪਰੰਪਰਾਵਾਂ ਦਰਜ ਨੇ। ਤੁਹਾਨੂੰ ਪਤਾ ਸਾਡੇ ਉੱਤੇ ਇੱਕ ਵਨਸਪਤੀ ਸ਼ਾਸਤਰ ਵੀ ਹੈ, ਮਹਰਿਸ਼ੀ ਸ਼ਾਇਦ ਪਰਾਸ਼ਰ ਜੀ ਦਾ ਲਿਖਿਆ ਹੋਇਆ। ਮਹਰਿਸ਼ੀ ਭਾਰਦਵਾਜ ਨੇ ਕਈ ਗ੍ਰੰਥ ਦਿੱਤੇ ਨੇ ਜੀ। ਕ੍ਰਿਸ਼ੀ ਨਾਲ ਸੰਬੰਧਿਤ ਸ਼ਾਸਤਰ ਮਹਰਿਸ਼ੀ ਪਰਾਸ਼ਰ ਦਾ ਦਿੱਤਾ ਹੋਇਆ ਸਾਡੇ ਕੋਲ ਅੱਜ ਵੀ ਅਵੇਲੇਬਲ ਹੈ। ਸਾਡੇ ਰਿਸ਼ੀਆਂ ਮੁਨੀਆਂ ਨੇ ਅਲੱਗ-ਅਲੱਗ ਵਿਸ਼ਿਆਂ ਦੇ ਉੱਤੇ ਕਮੈਂਟਰੀਜ਼ ਦੀ ਰਚਨਾ ਕੀਤੀ ਹੈ। ਔਰ ਉਹ ਜਿਹੜੇ ਪੁਸਤਕਾਂ ਨੇ ਗਿਆਨ ਦਾ, ਵਿਗਿਆਨ ਦਾ ਅਥਕ ਭੰਡਾਰ ਨੇ ਜੀ। ਔਰ ਅੱਜ ਗੱਲ ਕੀ ਹੈ, ਅਸੀਂ ਉਹਦਾ ਅਨੁਸੰਧਾਨ ਦਾ ਪ੍ਰਯੋਗ ਲਿਆਈਏ ਜੀ, ਔਰ ਉਹਨੂੰ ਅੱਗੇ ਵਧਾਈਏ। ਤਾਂ ਇਸ ਤਰੀਕੇ ਨਾਲ ਜੇ ਅਸੀਂ ਧਿਆਨ ਦੇ ਨਾਲ ਦੇਖੀਏ, ਮੈਂ ਇਹ ਨਹੀਂ ਕਹਿੰਦਾ ਕਿ ਇਸ ਚੀਜ਼ ਨੂੰ ਵਿਗਿਆਨਿਕ ਔਰ ਅਜੋਕਾ ਦ੍ਰਿਸ਼ਟੀਕੋਣ ਨਹੀਂ ਅਪਣਾਉਣਾ ਚਾਹੀਦਾ, ਲੇਕਿਨ ਆਪਾਂ ਇਹ ਗੱਲ ਦੇਖੀਏ ਕਿ ਜੇਕਰ ਆਰਗੈਨਿਕ ਖੇਤੀ ਕਰਨੀ ਹੈ, ਮੈਨੂੰ ਤੁਸੀਂ ਦੱਸ ਦਿਓ, ਅੱਜ ਦੇ ਕ੍ਰਿਸ਼ੀ ਵਿਗਿਆਨਿਕ ਵੀ ਮੰਨਣਗੇ ਕਿ ਗੋਮੂਤਰ ਔਰ ਗੋਬਰ ਹੈ, ਇਹ ਆਰਗੈਨਿਕ ਖੇਤੀ ਦਾ ਇੱਕ ਅਨਿੱਖੜਵਾਂ ਅੰਗ ਹੈ। ਬਿਲਕੁਲ। ਇਸ ਤੋਂ ਬਿਨਾ ਆਰਗੈਨਿਕ ਖੇਤੀ ਹੋ ਹੀ ਨਹੀਂ ਸਕਦੀ, ਕੀਤੀ ਨਹੀਂ ਜਾ ਸਕਦੀ। ਤਾਂ ਜਦ ਇਹ ਚੀਜ਼ਾਂ ਮੂਲ ਰੂਪ ਨਾਲ ਐਸਟੈਬਲਿਸ਼ ਹੋ ਚੁੱਕੀਆਂ ਨੇ ਔਰ ਐਸਟੈਬਲਿਸ਼ ਹਨ, ਤਾਂ ਅਸੀਂ ਇਹ ਕਿਵੇਂ ਕਹਿ ਸਕਦੇ ਹਾਂ ਕਿ ਆਹ ਜਿਹੜਾ ਗੋਵੰਸ਼ ਹੈ ਅੱਜ ਆਪਣੀ ਉਪਯੋਗਿਤਾ ਖੋ ਚੁੱਕਾ?
ਇਹ ਅੱਜ ਵੀ ਆਪਣੀ ਉਪਯੋਗਤਾ ਰੱਖਦਾ ਹੈ। ਔਰ ਅੱਜ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ, ਗਊਆਂ ਦੀਆਂ ਅਲੱਗ-ਅਲੱਗ ਬਰੀਡਸ ਨੇ। ਭਾਰਤੀ ਬਰੀਡਸ ਨੂੰ ਬੌਸ ਇੰਡੀਕਸ ਕਿਹਾ ਜਾਂਦਾ ਹੈ ਨਾ। ਇਹ ਬੌਸ ਲੈਟਿਨ ਦਾ ਵਰਡ ਹੈ, ਇੰਡੀਕਸ ਵੀ, ਇੰਡੀਕਸ ਦਾ ਮਤਲਬ ਇੰਡੀਆ। ਔਰ ਭਾਰਤੀ ਸੰਵਿਧਾਨ ਦਾ ਜਿਹੜਾ ਅਨੁਛੇਦ ਪਹਿਲਾ ਹੈ ਉਹ ਕਹਿੰਦਾ ਇੰਡੀਆ ਦੈਟ ਇਜ਼ ਭਾਰਤ। ਭਾਰਤ ਦਾ ਅਰਥ ਕੀ ਹੈ? ਸੰਸਕ੍ਰਿਤ ਦਾ ਸ਼ਬਦ ਹੈ ਫਿਰ ਭਾਰਤ। ਭਾ ਦਾ ਮਤਲਬ ਹੁੰਦਾ ਹੈ ਗਿਆਨ, ਵਿਗਿਆਨ, ਰਤ ਲੱਗੇ ਹੋਏ। ਜਿਸ ਖੇਤਰ ਦੇ ਲੋਕ ਗਿਆਨ ਵਿਗਿਆਨ ਦੇ ਵਿੱਚ ਲੱਗੇ ਹੋਣ ਉਸ ਖੇਤਰ ਨੂੰ ਭਾਰਤ ਕਿਹਾ ਜਾਂਦਾ ਹੈ। ਸਾਡੀ ਜਿਹੜੀ ਪਰੰਪਰਾ ਹੈ, ਸਾਡਾ ਜਿਹੜਾ ਪੂਰਾ ਪਿਛੋਕੜ ਹੈ, ਉਹ ਗਿਆਨ ਵਿਗਿਆਨ ਦੀ ਪਰੰਪਰਾ ਰਹੀ ਹੈ। ਔਰ ਕੀ ਗੱਲ ਹੈ, ਅਸੀਂ ਅੱਜ ਕਿਸੇ ਵੀ ਪ੍ਰੀਟੈਕਸਟ ਦੇ ਉੱਤੇ ਇਸ ਗਿਆਨ ਵਿਗਿਆਨ ਦੀ ਪਰੰਪਰਾ ਨੂੰ ਛੱਡ ਦਈਏ, ਇਹ ਕਦੇ ਹੋ ਨਹੀਂ ਸਕਦਾ। ਔਰ ਅੱਜ ਮੈਂ ਤੁਹਾਨੂੰ ਦੱਸਦਾ, ਅੱਜ ਕੁਛ ਅਜਿਹਾ ਕੁਛ ਕਾਰਨਾਤ ਇੱਦਾਂ ਦੇ ਹੋਏ, ਉਹਨੂੰ ਕੁਛ ਵੀ ਕਹਿ ਸਕਦੇ ਹਾਂ, ਪਾਲਿਸੀਜ਼ ਆਫ ਗਵਰਨਮੈਂਟ ਕਹਿ ਲਈਏ ਜਾਂ ਸਾਡੇ ਦੇ ਵਿੱਚ ਪ੍ਰਚਲਨ ਕਹਿ ਲਈਏ। ਜਦ ਸਾਡੇ ਕੋਲ ਅਸੰਖਿਆ ਬਰੀਡ ਸੀਗੀਆਂ ਗਊਆਂ ਦੀਆਂ, ਜਿਹੜੀ ਬੌਸ ਇੰਡੀਕਸ ਭਾਰਤੀ ਗਾਵਾਂ ਸੀਗੀਆਂ। ਸਾਡੇ ਪੰਜਾਬ ਦੀ ਇੱਕ ਸਾਹੀਵਾਲ ਨਸਲ ਬੜੀ ਵਧੀਆ ਨੇ, ਗੁਜਰਾਤ ਦੀ ਗਿਰ ਨਸਲ ਬਹੁਤ ਵਧੀਆ, ਹੋਰ ਵੀ ਬਹੁਤ ਸਾਰੀਆਂ। ਜਦੋਂ ਭਾਰਤ ਆਜ਼ਾਦ ਹੋਇਆ ਤਾਂ ਸਾਡੇ ਕੋਲ 77 ਕਿਸਮਾਂ ਸੀਗੀਆਂ, ਲੇਕਿਨ ਅੱਜ ਉਹਨਾਂ ਦੀ ਦਸ਼ਾ ਇਹ ਹੋ ਗਈ, ਕਾਫੀ ਨਸਲਾਂ ਐਕਸਟਿੰਕਟ ਹੋ ਚੁੱਕੀਆਂ ਨੇ, ਜਾਂ ਕਾਫੀ ਨਸਲਾਂ ਬਹੁਤ ਘੱਟ ਮਾਤਰਾ ਦੇ ਵਿੱਚ ਰਹਿ ਗਈਆਂ ਨੇ, ਕੁਝ ਨਸਲਾਂ ਹੀ ਰਹਿ ਗਈਆਂ ਨੇ। ਕਹਿਣ ਦਾ ਮਤਲਬ ਇਹ ਹੈ ਵੀ ਮੇਰਾ ਜਿਹੜਾ ਅਨੁਮਾਨ ਹੈ ਉਹ ਇਹ ਹੈ ਕਿ ਅਸੀਂ 77 ਤੋਂ 20-25 ਤੱਕ ਸਿਮਟ ਗਏ। ਅੱਜ ਸਾਨੂੰ ਜ਼ਰੂਰਤ ਇਹ ਹੈ ਕਿ ਕਿਉਂਕਿ ਅਸੀਂ, ਤੁਸੀਂ ਦੇਖੋ ਅੱਜ ਬਾਇਓਡਾਇਵਰਸਿਟੀ ਦੀ ਗੱਲ ਹੁੰਦੀ ਹੈ, ਤੁਸੀਂ ਸਮਝਦੇ, ਵਿਵਿਧੀਕਰਨ, ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਕਿ ਅਸੀਂ ਆਪਣਾ ਜੋ ਸਾਡੇ ਪੂਰਵਜ ਸਾਨੂੰ ਛੱਡ ਗਏ ਸੀ, ਕਿ ਅਸੀਂ ਉਹਨੂੰ ਸੰਜੋ ਕਰ ਰੱਖਣ ਦੇ ਵਿੱਚ ਕਾਮਯਾਬ ਹੋਏ ਹਾਂ? ਬਿਲਕੁਲ ਉੱਤਰ ਹੈ ਨਹੀਂ ਹੋਏ। ਜਦੋਂ ਇਹ ਨਸਲਾਂ ਖਤਮ ਹੋ ਜਾਣਗੀਆਂ, ਪੂਰੀ ਦੀ ਪੂਰੀਆਂ ਤਬਾਹ ਹੋ ਜਾਣਗੀਆਂ, ਖਤਮ ਹੋ ਜਾਣਗੀਆਂ, ਤਾਂ ਤੁਸੀਂ ਇਮੇਜਿਨ ਕਰੋ ਸਾਡੀ ਖੇਤੀਬਾੜੀ ਦਾ ਕੀ ਹੋਏਗਾ, ਸਾਡੇ ਸਵਾਸਥ ਦਾ ਕੀ ਹੋਏਗਾ, ਸਾਡੀ ਅਨਾਜ ਦੀ ਜਿਹੜੀ ਸਾਡੀ ਯੋਜਨਾਵਾਂ ਬਣਦੀਆਂ ਨੇ ਉਹਨਾਂ ਦਾ ਕੀ ਹੋਵੇਗਾ, ਸਾਡੇ ਕਿਸਾਨ ਦਾ ਕੀ ਹੋਵੇਗਾ। ਸਾਡੇ ਸਾਰਿਆਂ ਦਾ ਜਿਹੜੇ ਕਿ ਅਨਾਜ, ਕਿਉਂਕਿ ਅਸੀਂ ਵੈਜੀਟੇਰੀਅਨ ਆ, ਈਵਨ ਨੌਨ ਵੈਜੀਟੇਰੀਅਨ ਲੋਕ ਵੀ ਹਰ ਟਾਈਮ ਨੌਨ ਵੈਜੀਟੇਰੀਅਨ ਚੀਜ਼ ਨਹੀਂ ਖਾ ਸਕਦੇ, ਨਾ ਹੀ ਖਾਂਦੇ ਆ, ਕਿਉਂਕਿ ਤੁਹਾਨੂੰ ਪਤਾ ਸਾਡਾ ਜਿਹੜਾ ਪੇਟ ਹੈ, ਅਗਰ ਤੁਸੀਂ ਨੌਨ ਵੈਜੀਟੇਰੀਅਨ ਕੋਈ ਵੀ ਚੀਜ਼ ਆਪਣੇ ਇਹਦੇ ਵਿੱਚ ਪਾ ਲਓ ਮਾਸ ਨਾਲ ਸੰਬੰਧਿਤ, ਉਹਨੂੰ 72 ਘੰਟੇ ਤੁਹਾਡੀ ਆਂਤੜੀਆਂ 'ਚ ਹੀ ਫਸਿਆ ਰਹਿੰਦਾ, ਉਹ ਪਚਦਾ ਨਹੀਂ, ਫਿਰ ਵੀ ਬੜਾ ਔਖਾ ਪੇਟ ਕਿਰਿਆ ਕਰਕੇ ਉਹਨੂੰ ਬਾਹਰ ਕੱਢਦਾ। ਜਦਕਿ ਅਨਾਜ ਤੁਹਾਨੂੰ ਸੂਰਜ ਦੀ ਰੋਸ਼ਨੀ ਦੇ ਵਿੱਚ ਖਾਓ ਤਾਂ ਸੂਰਜ ਦੀ ਰੋਸ਼ਨੀ ਦੇ ਵਿੱਚ ਉਹ ਪਚਿਆ ਹੁੰਦਾ। ਕਹਿਣ ਦਾ ਮਤਲਬ ਜੇ ਅਸੀਂ ਰਾਤ ਨੂੰ ਖਾ ਲਈਏ ਤਾਂ ਉਹ ਸ਼ਾਇਦ 4-5-6 ਘੰਟੇ ਏਦਾਂ ਹੀ ਰਹਿ ਜਾਵੇ, ਕਿਉਂਕਿ ਜਦੋਂ ਸੂਰਜ ਨਿਕਲੇਗਾ ਫਿਰ ਉਹਨੇ ਪਚਣਾ ਚੰਗੇ ਤਰੀਕੇ ਨਾਲ ਚਾਲੂ ਕਰਨਾ, ਲੇਕਿਨ ਇਹ ਨਾਲ ਦੀ ਨਾਲ ਪਚਦਾ ਜੀ। ਔਰ ਇਹੀ ਸਾਰੇ ਲੋਕ ਖਾਂਦੇ ਨੇ, ਔਰ ਇਸ ਚੀਜ਼ ਨੂੰ ਹੀ ਅਸੀਂ ਨਸ਼ਟ ਕਰ ਲਾਂਗੇ ਆਉਣ ਵਾਲੇ ਸਮੇਂ ਦੇ ਵਿੱਚ। ਤਾਂ ਇਸ ਚੀਜ਼ ਨੂੰ ਅਗਰ ਅਸੀਂ ਧਿਆਨ ਦੇ ਵਿੱਚ ਦੇਖੀਏ ਤਾਂ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਪ੍ਰਾਸ਼ਰ ਜੀ, ਜਿੱਦਾਂ ਕਿ ਤੁਸੀਂ ਗੱਲ ਕੀਤੀ ਹੈ ਕਿ ਸਾਡੀਆਂ 77 ਦੇ ਕਰੀਬ ਪਹਿਲਾਂ ਨਸਲਾਂ ਸੀਗੀਆਂ, ਜਿਹੜੀਆਂ ਹੁਣ ਲਗਭਗ ਕੁਝ ਕਹਿ ਸਕਦੇ, ਇੱਕ ਅਨੁਮਾਨ ਲਗਾ ਸਕਦੇ ਕਿ 20 ਤੋਂ 25 ਦੇ ਕਰੀਬ ਜਿਹੜੀਆਂ ਨਸਲਾਂ ਸਾਨੂੰ ਲੱਗਦਾ ਹੈ ਕਿ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਦੇਸੀ ਗਊ ਦੀਆਂ ਉਹ ਰਹਿ ਗਈਆਂ ਨੇ। ਤੇ ਬਹੁਤ ਸਾਰਾ ਸਾਡੇ ਦੇਸ਼ ਦੇ ਵਿੱਚ ਇੱਕ ਚਰਚਾ ਵੀ ਹਮੇਸ਼ਾ ਚੱਲਦੀ ਰਹਿੰਦੀ ਹੈ ਕਿ ਜਿਹੜੀ ਗਊ ਹੱਤਿਆ ਨਹੀਂ ਹੋਣੀ ਚਾਹੀਦੀ ਹਿੰਦੁਸਤਾਨ ਦੇ ਵਿੱਚ। ਤੇ ਕੀ ਸਾਡੇ ਸੰਵਿਧਾਨ ਦੇ ਵਿੱਚ ਇਹਦੇ ਲਈ ਕੋਈ ਆਰਟੀਕਲ ਹੈ, ਇਹਦੇ ਲਈ ਕੋਈ ਕਾਨੂੰਨ ਬਣਿਆ ਹੋਇਆ ਹੈ ਕਿ ਗਊ ਦੀ ਹੱਤਿਆ ਨਹੀਂ ਹੋਣੀ ਚਾਹੀਦੀ ਜਾਂ ਕਿਸੇ ਵੀ ਪਸ਼ੂ ਪਕਸ਼ੀ ਦੀ ਹੱਤਿਆ ਨਹੀਂ ਹੋਣੀ ਚਾਹੀਦੀ? ਇਹ ਸੰਵਿਧਾਨਿਕ ਤੌਰ ਦੇ ਉੱਤੇ ਕੀ ਇਹਨਾਂ ਦੇ ਲਈ ਕੀ ਬਣਿਆ ਹੋਇਆ ਜੀ? ਸਭ ਤੋਂ ਪਹਿਲਾਂ ਇੱਥੇ ਜਾਣ ਲੈਣਾ ਬਹੁਤ ਜ਼ਰੂਰੀ ਹੋਏਗਾ ਕਿ ਜੋ ਵੀ ਮੈਂ ਹਲੇ ਤੱਕ ਗੱਲਾਂ ਦੱਸਦਾ ਆ ਰਿਹਾ, ਇਹ ਤਾਂ ਮੈਂ ਥੋੜਾ ਵਿਸਥਾਰ ਜਾਂ ਆਪਣੇ ਪਿਛੋਕੜ ਦੇ ਉੱਤੇ, ਆਪਣੇ ਅੱਜ ਦੇ ਯੁੱਗ ਦੇ ਉੱਤੇ ਤੇ ਆਉਣ ਵਾਲੇ ਯੁੱਗ 'ਚ ਕੀ ਹੋਏਗਾ ਜਾਂ ਕੀ ਸੰਭਾਵਨਾਵਾਂ ਨੇ, ਉਹਦੇ ਉੱਤੇ ਅਸੀਂ ਨਜ਼ਰਸਾਨੀ ਕੀਤੀ ਹੈ। ਲੇਕਿਨ ਜੇਕਰ ਅਸੀਂ ਦੇਖੀਏ ਕਿ ਜਿਹੜਾ ਭਾਰਤ ਦੇ ਸੰਵਿਧਾਨ ਨਿਰਮਾਤਾਵਾਂ ਨੇ, ਜਿਹੜੇ ਸਾਡੇ ਉਹ ਫਾਊਂਡਿੰਗ ਫਾਦਰਸ ਸੀਗੇ ਕਨਸਟੀਟਿਊਸ਼ਨ ਆਫ ਇੰਡੀਆ ਦੇ, ਉਹਨਾਂ ਦੇ ਦਿਲੋਂ ਦਿਮਾਗ, ਜ਼ਿਹਨ ਦੇ ਵਿੱਚ ਕੀ ਇਹ ਗੱਲਾਂ ਸਨ ਜਾਂ ਨਹੀਂ?
क्योंकि कोई भी चीज़ है अगर ये विचार आया ਤਾਂ ਇਹ ਵਿਚਾਰ ਆਪਣੇ ਆਪ ਤਾਂ ਉੱਠ ਕੇ ਆ ਨਹੀਂ ਗਿਆ ਜੀ ਮੈਂ ਵੀ ਕਿਤੇ ਪੜਿਆ ਹੋਏਗਾ ਕਿਤੇ ਸੁਣਿਆ ਹੋਏਗਾ ਕਿਤੇ ਇਹਦਾ ਵਿਸ਼ਲੇਸ਼ਣ ਕੀਤਾ ਹੋਏਗਾ ਤਾਂ ਜਦ ਅਸੀਂ ਆਪਣੇ ਭਾਰਤੀ ਸੰਵਿਧਾਨ ਜਿਹਨੂੰ ਕਿ ਕਨਸਟੀਟਿਊਸ਼ਨ ਆਫ ਇੰਡੀਆ 1950 ਕਿਹਾ ਜਾਂਦਾ ਹੈ ਕਿਉਂਕਿ ਇਹਨੂੰ ਅਡਾਪਟ ਕੀਤਾ ਗਿਆ ਸੀ 26 ਨਵੰਬਰ 1949 ਨੂੰ ਤੇ ਇਹਨੂੰ ਲਾਗੂ ਕੀਤਾ ਗਿਆ ਸੀ 26 ਜਨਵਰੀ 1950 ਜੀ ਇਹਨੂੰ ਜਦੋਂ ਮੁਕੰਮਲ ਕਰਕੇ ਪੂਰਾ ਕਰਕੇ ਇਹਦੇ ਉੱਤੇ ਜਦੋਂ ਇਹਨੂੰ ਇੱਕ ਅਮਲੀ ਜਾਮਾ ਪਹਿਨਾ ਦਿੱਤਾ ਗਿਆ ਸੀ ਤਾਂ ਇਹਦੇ ਵਿੱਚ ਇੱਕ ਧਾਰਾ 48 ਆਉਂਦੀ ਹੈ ਜੀ ਉਹ ਧਾਰਾ 48 ਕੀ ਹੈ ਇਹਦੇ ਵਿੱਚ ਵਿਸ਼ੇਸ਼ ਰੂਪ ਨਾਲ ਕਿਹਾ ਗਿਆ ਹੈ ਆਰਗੇਨਾਈਜੇਸ਼ਨ ਆਫ ਐਗਰੀਕਲਚਰ ਐਂਡ ਐਨੀਮਲ ਹਸਬੈਂਡਰੀ ਤੁਸੀਂ ਦੇਖੋ ਮੈਂ ਤੁਹਾਨੂੰ ਸ਼ੁਰੂ ਤੋਂ ਹੀ ਇਹ ਮੁੱਢ ਤੋਂ ਹੀ ਇਹ ਜ਼ੋਰ ਪਾ ਰਿਹਾ ਸੀ ਕਿ ਖੇਤੀਬਾੜੀ ਔਰ ਪਸ਼ੂ ਪਾਲਨ ਇੱਕ ਦੂਜੇ ਦੇ ਪੂਰਕ ਹਨ ਜੀ ਇੱਕ ਦੂਜੇ ਤੋਂ ਬਿਨਾ ਇਹਨਾਂ ਦਾ ਕੰਮ ਨਹੀਂ ਚੱਲ ਸਕਦਾ ਤਾਂ ਸੰਵਿਧਾਨ ਦੀ ਜਿਹੜੀ ਮੂਲ ਭਾਵਨਾ ਹੈ ਜਿਹੜਾ ਇਸ ਧਾਰਾ ਦਾ ਜਿਹੜਾ ਮੁੱਢ ਹੈ ਉਹ ਇੱਥੋਂ ਹੀ ਸ਼ੁਰੂ ਹੁੰਦਾ ਤਾਂ ਉੱਥੇ ਕੀ ਕਿਹਾ ਗਿਆ ਹੈ ਕਿ ਜਿਹੜੀ ਸਟੇਟ ਹੈ ਸਟੇਟ ਦਾ ਮਤਲਬ ਜਿਹੜੀ ਯੂਨੀਅਨ ਹੈ ਜਾਂ ਜਿਹੜੀ ਰਾਜ ਸਰਕਾਰਾਂ ਨੇ ਜਾਂ ਕੇਂਦਰ ਸਰਕਾਰ ਹੈ ਇਹ ਪੁਰਜ਼ੋਰ ਕੋਸ਼ਿਸ਼ ਕਰਨਗੀਆਂ ਮਤਲਬ ਹਰ ਹਾਲਤ ਚ ਕਰਨਗੀਆਂ ਕਿਉਂਕਿ ਇਹ ਡਾਇਰੈਕਟਿਵਸ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ ਦੇ ਵਿੱਚ ਨਿਹਿਤ ਹੈ ਇਹ ਜਿਹੜਾ ਉਸ ਚੈਪਟਰ ਦੇ ਵਿੱਚ ਇਹ ਧਾਰਾ ਆਉਂਦੀ ਹੈ ਕਿਸ ਕੰਮ ਨੂੰ ਕਰਨਗੀਆਂ ਉਹ ਕੋਸ਼ਿਸ਼ ਪੁਰਜ਼ੋਰ ਕੋਸ਼ਿਸ਼ ਕੱਲੀ ਕੋਸ਼ਿਸ਼ ਨਹੀਂ ਵਿਸ਼ੇਸ਼ਣ ਹੈ ਉਹਦੇ ਅੱਗੇ ਆਰਗੇਨਾਈਜ਼ ਐਗਰੀਕਲਚਰ ਖੇਤੀਬਾੜੀ ਨੂੰ ਆਰਗੇਨਾਈਜ਼ ਕਰਨਾ ਤੇ ਐਨੀਮਲ ਹਸਬੈਂਡਰੀ ਪਸ਼ੂ ਪਾਲਣ ਨੂੰ ਕਿਹਨਾਂ ਲੀਹਾਂ ਦੇ ਉੱਤੇ ਆਧੁਨਿਕ ਔਰ ਵਿਗਿਆਨਿਕ ਲੀਹਾਂ ਦੇ ਉੱਤੇ ਇਹਨੂੰ ਆਰਗੇਨਾਈਜ਼ ਕਰਨਾ ਇਸ ਸਾਰੇ ਤੰਤਰ ਨੂੰ ਜੀ ਔਰ ਇੱਥੇ ਨਹੀਂ ਰੁਕੇ ਫਿਰ ਅੱਗੇ ਸ਼ਬਦ ਯੂਜ਼ ਕੀਤਾ ਐਂਡ ਸ਼ੈਲ ਇਨ ਪਾਰਟਿਕੂਲਰ ਅਤੇ ਵਿਸ਼ੇਸ਼ ਰੂਪ ਨਾਲ ਕਰਨਗੀਆਂ ਕਦਮ ਚੱਕਣਗੀਆਂ ਕਿ ਜਿਹੜੀ ਬਰੀਡਸ ਹੈ ਜਿਹੜੀਆਂ ਨਸਲਾਂ ਹਨ ਉਹਨਾਂ ਨੂੰ ਇੰਪਰੂਵ ਕੀਤਾ ਜਾ ਸਕੇ ਉਹਨਾਂ ਦੇ ਵਿੱਚ ਉਹਨਾਂ ਨੂੰ ਅੱਗੇ ਉਹਨਾਂ ਦੀ ਉન્નਤੀ ਕੀਤੀ ਜਾ ਸਕੇ ਤੇ ਪ੍ਰੀਜ਼ਰਵ ਕੀਤਾ ਜਾ ਸਕੇ ਜਿਹੜੀ ਮੈਂ ਗੱਲ ਤੁਹਾਨੂੰ ਦੱਸਾਂ ਕਿ ਸਾਡੀਆਂ ਸਰਕਾਰਾਂ ਤੇ ਅਸੀਂ ਇੱਥੇ ਤੱਕ ਕਿ ਇਹਨਾਂ ਗਊਆਂ ਦੀਆਂ ਭਾਰਤੀ ਗਊਆਂ ਦੀਆਂ ਨਸਲਾਂ ਬਚਾਉਣ ਦੇ ਵਿੱਚ ਵੀ ਨਾਕਾਮਯਾਬ ਰਹੇ ਹਾਂ ਬਿਲਕੁਲ ਬਿਲਕੁਲ ਕਿਉਂਕਿ ਸੰਵਿਧਾਨ ਦਾ ਮੈਂਡੇਟ ਕੀ ਹੈ ਪ੍ਰੀਜ਼ਰਵ ਕਰਨਗੀਆਂ ਉਹਨਾਂ ਨੂੰ ਜਿੱਦਾਂ ਦੀਆਂ ਉਹ ਹੈਗੀਆਂ ਨੇ ਉਹਨਾਂ ਨੂੰ ਰੱਖਣਗੀਆਂ ਕਿਉਂਕਿ ਦੇਖੋ ਇਹ ਅਨੁਮਾਨ ਲਗਾਇਆ ਜਾਂਦਾ ਹੈ ਕਿ ਜਦੋਂ ਸਾਡੇ ਉੱਤੇ ਅੰਗਰੇਜ਼ਾਂ ਨੇ ਕੋਲੋਨਾਈਜੇਸ਼ਨ ਕੀਤੀ ਉਹ ਤੋਂ ਪਹਿਲਾਂ ਵੀ ਥੋੜੀ ਕੋਲੋਨਾਈਜੇਸ਼ਨ ਸਾਡੇ ਤੇ ਰਹੀ ਚਾਹੇ ਉਹ ਬਾਹਰ ਤੋਂ ਅਲੱਗ-ਅਲੱਗ ਵੇਵਸ ਆਈਆਂ ਕੁਝ ਸਮੇਂ ਤੋਂ ਔਰ ਉਹ ਕੋਲੋਨਾਈਜੇਸ਼ਨ ਜੇ ਆਪਾਂ ਕਹਿ ਲਈਏ ਕਿ ਉਹਦੇ ਐਫਰਟ ਉਹਨਾਂ ਨੇ ਸ਼ੁਰੂ ਕੀਤੇ 800 ਈਸਵੀ ਦੇ ਲਗਭਗ ਤੇ ਲਗਾਤਾਰ ਉਹ ਚੱਲਦੀ ਰਹੀ ਠੀਕ ਹੈ ਕਿ ਕਿਸੇ ਸਮੇਂ ਤੇ ਉਹਨਾਂ ਲੋਕਾਂ ਦਾ ਅੰਗਰੇਜ਼ਾਂ ਤੋਂ ਪਹਿਲਾਂ ਇੰਨਾ ਜ਼ਿਆਦਾ ਵਿਆਪਕ ਪ੍ਰਭਾਵ ਨਹੀਂ ਰਿਹਾ ਕਿਉਂਕਿ ਰੈਜ਼ਿਸਟੈਂਸ ਰਹੀ ਇੱਥੇ ਅੰਗਰੇਜ਼ਾਂ ਦੇ ਖਿਲਾਫ ਵੀ ਰੈਜ਼ਿਸਟੈਂਸ ਰਹੀ ਔਰ ਜੇਕਰ ਅਸੀਂ ਦੇਖੀਏ ਉਸ ਟਾਈਮ ਗਊਆਂ ਦੀਆਂ ਨਸਲਾਂ ਬਹੁਤ ਸੀ ਪਰ ਮੈਂ ਤੁਹਾਨੂੰ ਦੱਸ ਰਿਹਾ ਕਿ ਸਾਡੀ ਹੁਣ ਦੀ ਸੁਤੰਤਰਤਾ ਦੇ ਸਮੇਂ ਇੰਨੀ ਨਸਲਾਂ ਸੀਗੀਆਂ ਜਿਹੜੀਆਂ ਕਿ ਘਟ ਗਈਆਂ ਹਨ ਜੀ ਔਰ ਪ੍ਰੀਜ਼ਰਵ ਅਸੀਂ ਨਹੀਂ ਕਰ ਪਾਏ ਇਸ ਕਨਸਟੀਟਿਊਸ਼ਨਲ ਮੈਂਡੇਟ ਨੂੰ ਅਸੀਂ ਪੂਰਾ ਨਹੀਂ ਕਰ ਪਾਏ ਲੇਕਿਨ ਅੱਜ ਵੀ ਇਹ ਸਾਡੇ ਸਾਹਮਣੇ ਚੁਣੌਤੀ ਬਣੀ ਹੋਈ ਹੈ ਕਿ ਅਸੀਂ ਜੋ ਸਾਡੇ ਸੰਵਿਧਾਨ ਨਿਰਮਾਤਾਵਾਂ ਨੇ ਕਿਹਾ ਜੋ ਅਸੀਂ ਸੰਵਿਧਾਨ ਸਾਡੇ ਫੋਰਫਾਦਰਸ ਨੇ ਇਹਨੂੰ ਅਡਾਪਟ ਕੀਤਾ ਔਰ ਸਾਡੇ ਲਈ ਲਾਗੂ ਕਰਵਾਇਆ ਅਸੀਂ ਉਹਦੀ ਪਾਲਣਾ ਕਰੀਏ ਔਰ ਫਿਰ ਕੀ ਉਹ ਤੋਂ ਬਾਅਦ ਕੀ ਗਿਆ ਐਂਡ ਪ੍ਰੋਹਿਬਿਸ਼ਨ ਦਾ ਸਲੌਟਰ ਆਫ ਕਾਊਜ਼ ਐਂਡ ਕਾਵਸ ਐਂਡ ਅਦਰ ਮਿਲਚ ਐਂਡ ਡਰਾਫਟ ਕੈਟਲ ਕਿ ਜਿੰਨੀਆਂ ਵੀ ਦੁੱਧ ਦੇਣ ਵਾਲੇ ਪਸ਼ੂ ਹੈ ਗਊਆਂ ਹਨ ਕਾਊਜ਼ ਦਾ ਵਿਸ਼ੇਸ਼ ਕਰ ਜ਼ਿਕਰ ਹੈ ਕਾਵਸ ਬਛੜੇ ਬਛੜੀਆਂ ਦਾ ਜ਼ਿਕਰ ਹੈ ਇੱਥੇ ਤੇ ਹੋਰ ਜਿਹੜੇ ਡਰਾਫਟ ਕੈਟਲ ਨੇ ਹੋਰ ਜਿਹੜੇ ਪਸ਼ੂ ਨੇ ਉਹਨਾਂ ਸਾਰਿਆਂ ਦੀ ਸਲੌਟਰ ਯਾਨੀ ਕਿ ਉਹਨਾਂ ਦਾ ਕਤਲੇਆਮ ਹੋਣ ਤੋਂ ਬਚਾਣਗੇ ਔਰ ਤੁਸੀਂ ਦੇਖੋ ਇਹ ਸਾਰਾ ਮੈਂਡੇਟ ਸਾਡੇ ਭਾਰਤੀ ਸੰਵਿਧਾਨ ਦੀ ਵਿਵਸਥਾ ਦੇ ਵਿੱਚ ਹੈ ਔਰ ਇਹਦਾ ਮਤਲਬ ਕੀ ਹੈ ਕਿ ਸਾਡੇ ਜਿਹੜੇ ਪੂਰਵਜ ਸੀ ਉਹਨਾਂ ਨੂੰ ਚੰਗੇ ਤਰੀਕੇ ਨਾਲ ਪਤਾ ਸੀ ਕਿ ਸਾਡੀ ਮਾਨਵੀ ਹੋਂਦ ਦੇ ਪਿੱਛੇ ਸਾਡੀ ਆਰਥਿਕਤਾ ਦੇ ਪਿੱਛੇ ਰੀੜ੍ਹ ਦੀ ਹੱਡੀ ਕੀ ਚੀਜ਼ ਹੈ ਰੀੜ੍ਹ ਦੀ ਹੱਡੀ ਹੈ ਖੇਤੀਬਾੜੀ ਔਰ ਤੁਸੀਂ ਦੇਖੋ ਅੱਜ ਦੇ ਯੁੱਗ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਹੈ ਸਾਰੇ ਲੋਕ ਕੋਸ਼ਿਸ਼ ਕਰ ਰਹੇ ਨੇ ਔਰ ਇਹ ਸਰਕਾਰਾਂ ਨੂੰ ਵੀ ਪ੍ਰਾਰਥਨਾ ਹੈ ਔਰ ਕੇਂਦਰ ਸਰਕਾਰ ਨੂੰ ਵੀ ਪ੍ਰਾਰਥਨਾ ਹੈ ਕਿ ਜਿਹੜੀ
ਖੇਤੀਬਾੜੀ ਦੇ ਨਾਲ ਜੁੜੇ ਲੋਕਾਂ ਦੀਆਂ ਮੰਗਾਂ ਨੇ ਉਹਨੂੰ ਬੜੇ ਹੀ ਸਿੰਪੈਥੈਟਿਕ ਤਰੀਕੇ ਦੇ ਨਾਲ, ਬੜੇ ਹੀ ਵਿਗਿਆਨਿਕ ਢੰਗ ਦੇ ਨਾਲ ਉਹਨੂੰ ਕੰਸੀਡਰ ਕਰਨਾ ਚਾਹੀਦਾ ਹੈ, ਔਰ ਜੋ ਅੱਛੀਆਂ ਚੀਜ਼ਾਂ ਨੇ ਉਹ ਸਾਰੀਆਂ ਦੇ ਸਾਰੀਆਂ ਮੰਨਣੀਆਂ ਚਾਹੀਦੀਆਂ ਹਨ, ਕਿਉਂਕਿ ਇਹ ਸਾਡੀ ਸੰਵਿਧਾਨਿਕ ਵਿਆਖਿਆ ਦਾ ਵੀ ਇੱਕ ਹਿੱਸਾ ਹੈ। ਤਾਂ ਇਸ ਚੀਜ਼ ਨੂੰ ਦੇਖਦੇ ਹੋਏ ਅਲੱਗ-ਅਲੱਗ ਰਾਜਾਂ ਦੇ ਵਿੱਚ ਅਲੱਗ-ਅਲੱਗ ਸਮੇਂ ਤੇ ਵਾਈਲਡ ਲਾਈਫ ਨਾਲ ਸੰਬੰਧਿਤ ਜਾਂ ਪਸ਼ੂਆਂ ਦੇ ਨਾਲ ਸੰਬੰਧਿਤ ਕਾਨੂੰਨ ਬਣੇ। ਪੰਜਾਬ ਦੇ ਵਿੱਚ 1955 ਦੀ ਗੱਲ ਹੈ, ਪੰਜਾਬ ਪ੍ਰੋਹਿਬਿਸ਼ਨ ਆਫ ਕਾਊ ਸਲੌਟਰ ਐਕਟ, ਇਹ 1955 ਦੇ ਵਿੱਚ ਬਣ ਗਿਆ। ਇਹ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਕੋਈ ਪਾਰਟਿਕੂਲਰ ਜਮਾਤ, ਕੋਈ ਵਿਸ਼ੇਸ਼ ਜਮਾਤ ਬਾਅਦ ਦੇ ਵਿੱਚ ਸ਼ਕਤੀ ਦੇ ਵਿੱਚ ਆਈ, ਸੱਤਾ ਦੇ ਵਿੱਚ ਆਈ ਤਾਂ ਉਸਨੇ ਇਹ ਚੀਜ਼ਾਂ ਨੂੰ ਬਣਾ ਦਿੱਤਾ। ਅਗਰ ਉਸ ਸਮੇਂ ਦੇਖੀਏ ਕਨਸਟੀਟਿਊਸ਼ਨਲ ਮੈਂਡੇਟ, ਇਹ ਜਿਹੜਾ ਆਰਟੀਕਲ 48 ਹੈ, ਅਨੁਛੇਦ 48, ਧਾਰਾ 48, ਇਹਨੂੰ ਅਮਲੀ ਜਾਮਾ ਪਹੁੰਚਾਉਣ ਦੇ ਲਈ, ਕਿਉਂਕਿ ਸਟੇਟ ਨੂੰ ਇਹ ਡਾਇਰੈਕਸ਼ਨ ਸੀ ਤਾਂ ਉਸ ਸਮੇਂ ਇਹ ਐਕਟ ਬਣ ਗਿਆ ਸੀ, ਇਹ ਹੋਂਦ ਦੇ ਵਿੱਚ ਆ ਗਿਆ ਸੀ, ਔਰ ਇਹ ਐਕਟ ਅੱਜ ਵੀ ਲਾਗੂ ਹੈ ਜੀ ਪੰਜਾਬ ਦੇ ਵਿੱਚ। ਉਸ ਸਮੇਂ ਯੂਨਾਈਟਿਡ ਪੰਜਾਬ ਸੀਗਾ, ਯਾਨੀ ਕਿ ਹਰਿਆਣਾ ਉਹਦਾ ਹਿੱਸਾ ਅਲੱਗ ਨਹੀਂ ਹੋਇਆ ਸੀ, ਔਰ ਉਸ ਤੋਂ ਨਾਲੇ ਹੀ ਹਿਮਾਚਲ ਦੇ ਵੀ ਕਾਫੀ ਹਿੱਸੇ ਸਾਡੇ ਨਾਲ ਸੀ, ਇਸ ਲਈ ਇਹੀ ਐਕਟ ਉੱਥੇ ਵੀ ਅੱਜ ਅਲੱਗ-ਅਲੱਗ ਅਮੈਂਡਮੈਂਟਸ ਦੇ ਨਾਲ ਚੱਲ ਰਿਹਾ ਹੈ। ਔਰ ਇसी ਚੀਜ਼ ਨੂੰ ਦੇਖਦੇ ਹੋਏ ਅਗਰ ਅਸੀਂ ਦੇਖੀਏ ਤਾਨਾ ਬਾਨਾ ਔਰ ਰੂਲਸ ਵੀ ਬਣ ਚੁੱਕੇ ਨੇ, ਹਰ ਚੀਜ਼ ਅਵੇਲੇਬਲ ਹੈ, ਔਰ ਇਹਦੇ ਮੁਤਾਬਿਕ ਅਗਰ ਕੋਈ ਵੀ ਉਹਦੀ ਉਲੰਘਣਾ ਕਰਦਾ ਤਾਂ ਤੁਹਾਨੂੰ ਪਤਾ ਹੀ ਹੈ ਕਿ ਉਹਦੇ ਲਈ ਲਾਅ ਐਨਫੋਰਸਮੈਂਟ ਏਜੰਸੀਜ਼ ਹੈ, ਅਦਾਲਤ ਹੈ ਉਸ ਚੀਜ਼ ਨੂੰ ਦੇਖਣ ਵਾਸਤੇ ਕਿ ਉਸਨੇ ਅਪਰਾਧ ਕੀਤਾ ਹੈ ਜਾਂ ਨਹੀਂ। ਸਾਰੀ ਚੀਜ਼, ਸਾਰੀ ਵਿਵਸਥਾ ਅੱਜ ਦੇ ਯੁੱਗ ਦੇ ਵਿੱਚ ਕਾਨੂੰਨ ਦੇ ਵਿੱਚ ਹੈਗੀ ਹੈ। ਹੁਣ ਇਸ ਦੇ ਨਾਲ ਦੇਖੀਏ ਬੜੀ ਹੀ ਸਮੱਸਿਆ ਆਉਂਦੀ ਹੈ ਕਿ ਸੰਵਿਧਾਨ ਨਿਰਮਾਤਾਵਾਂ ਨੇ ਆਪਣੀ ਜੋ ਇੱਛਾ ਸੀ ਉਹ ਪ੍ਰਗਟ ਕਰ ਦਿੱਤੀ, ਔਰ ਵੀ ਦ ਪੀਪਲ ਆਫ ਇੰਡੀਆ, ਹੁਣ ਮੈਂ ਤੁਹਾਨੂੰ ਦੱਸਦਾ ਧਾਰਾ ਪਹਿਲੀ ਕੀ ਕਹਿੰਦੀ ਹੈ, ਇੰਡੀਆ ਦੈਟ ਇਜ਼ ਭਾਰਤ। ਭਾਰਤ ਦਾ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹੈ, ਇਹ ਫਿਰ ਸੰਸਕ੍ਰਿਤ ਦਾ ਸ਼ਬਦ ਹੈ ਭਾਰਤ। ਭਾ ਦਾ ਮਤਲਬ ਹੁੰਦਾ ਗਿਆਨ, ਰਤ ਦਾ ਮਤਲਬ ਲੱਗਾ ਹੋਇਆ। ਜਿਹੜੇ ਲੋਕ ਗਿਆਨ ਦੇ ਅਨਵੇਸ਼ਣ ਦੇ ਵਿੱਚ, ਅਨੁਸੰਧਾਨ ਦੇ ਵਿੱਚ ਲਗਾਤਾਰ ਜਿਸ ਖੇਤਰ ਦੇ ਲੋਕ, ਜਿਸ ਖਿੱਤੇ ਦੇ ਲੋਕ ਲੱਗੇ ਹੋਏ ਰਹਿੰਦੇ ਨੇ, ਉਹਨਾਂ ਉਸ ਖਿੱਤੇ ਨੂੰ ਭਾਰਤ ਨਾਮ ਦਿੱਤਾ ਗਿਆ। ਅਸੀਂ ਇਹ ਗੱਲ ਦੇਖੀਏ ਕਿ ਸਾਡਾ ਜਿਹੜਾ ਕਹਿਣ ਦਾ ਮਤਲਬ ਇਹ ਹੈ, ਸੰਵਿਧਾਨ ਨਿਰਮਾਤਾਵਾਂ ਨੂੰ ਪਤਾ ਸੀ ਕਿ ਅੱਜ ਦੇ ਜਿਹੜੇ ਸਾਡੇ ਭਾਰਤ ਦੇ ਰਹਿਣ ਵਾਲੇ ਲੋਕ ਹੈ, ਇਹ ਲਗਾਤਾਰ ਆਧੁਨਿਕ ਲੀਹਾਂ ਤੇ ਚੱਲਣ ਵਾਲੇ ਲੋਕ ਹੈ ਜੀ, ਇਹ ਵਿਗਿਆਨਿਕ ਟੈਂਪਰਾਮੈਂਟ ਵਾਲੇ ਲੋਕ ਹੈ। ਤਾਂ ਹੀ ਉਹਨਾਂ ਨੇ ਇਹ ਗੱਲ ਕਹੀ ਕਿ ਇਹਨਾਂ ਦੋ ਚੀਜ਼ਾਂ ਦਾ ਵੀ ਧਿਆਨ ਦਿੱਤਾ ਜਾਵੇਗਾ ਔਰ ਰੱਖਿਆ ਜਾਵੇਗਾ। ਹੁਣ ਅਸੀਂ ਇਸ ਸਾਰੀ ਚੀਜ਼ ਨੂੰ, ਸਾਰੀ ਵਿਵਸਥਾ ਨੂੰ ਅਗਰ ਧਿਆਨ ਦੇ ਵਿੱਚ ਰੱਖ ਲੈਂਦੇ ਆ ਤਾਂ ਮੈਨੂੰ ਨਹੀਂ ਲੱਗਦਾ ਕਿ ਕਿਸੇ ਤਰੀਕੇ ਦਾ ਕੋਈ ਕਿੰਤੂ ਪਰੰਤੂ ਰਹਿ ਜਾਂਦਾ ਹੈ, ਕੋਈ ਆਕਸ਼ੇਪ ਰਹਿ ਜਾਂਦਾ ਹੈ, ਜਾਂ ਕਿਸੇ ਵੀ ਚੀਜ਼ ਤਰੀਕੇ ਦੀ ਕੋਈ ਚੀਜ਼ ਰਹਿ ਜਾਂਦੀ ਹੈ। ਔਰ ਕਾਓ ਯਾਨੀ ਕਿ ਗੋਵੰਸ਼ ਇੱਥੇ ਇੱਕ ਰਿਪਰੈਜ਼ੈਂਟੇਟਿਵ ਥਿੰਗ ਹੈ, ਯਾਨੀ ਕਿ ਕਹਿਣ ਦਾ ਮਤਲਬ ਹੈ ਪ੍ਰਤੀਕਾਤਮਕ, ਇੱਕ ਪ੍ਰਤੀਨਿਧੀ ਦੇ ਤੌਰ ਤੇ ਉਹਨੂੰ ਰੱਖਿਆ ਗਿਆ, ਜਦ ਕਿ ਅਸੀਂ ਹਰੇਕ ਪਸ਼ੂ ਪਕਸ਼ੀ ਨੂੰ ਜੀ, ਕਿਉਂਕਿ ਜਿਵੇਂ ਸਾਨੂੰ ਜੀਣ ਦਾ ਅਧਿਕਾਰ ਹੈ, ਇਸ ਤਰੀਕੇ ਦੇ ਨਾਲ ਸਾਰੇ ਪਸ਼ੂ ਪਕਸ਼ੀਆਂ ਨੂੰ ਜੀਣ ਦਾ ਪੂਰਾ ਅਧਿਕਾਰ ਹੈ। ਔਰ ਕਿਸੇ ਵੀ ਉਹਦੇ ਉੱਤੇ ਕਹਿ ਲਓ ਪਰੰਪਰਾ ਦੇ ਭਾਰ ਦੇ ਥੱਲੇ, ਜੇ ਕਿਸੇ ਕੁਰੀਤੀ ਦੇ ਭਾਰ ਦੇ ਥੱਲੇ ਉਸ ਹੱਕ ਨੂੰ ਖੋਇਆ ਨਹੀਂ ਜਾ ਸਕਦਾ। ਤਾਂ ਇਸ ਤਰੀਕੇ ਨੂੰ ਬੜੀ ਸੁੰਦਰ ਵਿਵਸਥਾ ਹੈ, ਔਰ ਇਹਨੂੰ ਕਾਨੂੰਨੀ ਜਾਮਾ, ਵਿਧਾਨਿਕ ਜਾਮਾ ਵੀ ਪਹਿਨਾ ਦਿੱਤਾ ਗਿਆ ਹੈ। ਔਰ ਇਹਦੇ ਤੇ ਕਿਸੇ ਕਿਸਮ ਦਾ, ਔਰ ਕਾਰਨ ਕੀ ਹੈ, ਇਹ ਕਾਨੂੰਨ ਅੱਜ ਦਾ ਨਹੀਂ 1955 ਚ ਬਣਿਆ ਸੀ, ਤੇ ਮਤਲਬ ਕੀ ਹੈ ਇਹਦਾ ਕਿ ਅੱਜ 66 ਸਾਲ ਇਸ ਕਾਨੂੰਨ ਨੂੰ ਬਣੇ ਨੂੰ ਵੀ ਹੋ ਗਈ ਹੈ। ਅਗਰ ਇਹ ਕਾਨੂੰਨ ਅਸੰਵਿਧਾਨਿਕ ਹੁੰਦਾ ਤਾਂ ਕੀ ਇਸ ਨੂੰ ਅਦਾਲਤਾਂ ਦੇ ਵਿੱਚ ਚੈਲੰਜ ਨਹੀਂ ਕੀਤਾ ਜਾਣਾ ਸੀ? ਬਿਲਕੁਲ। ਕੀ ਇਸ ਨੂੰ ਅੱਜ ਤੱਕ ਸਟਰਕ ਡਾਊਨ ਨਹੀਂ ਕੀਤਾ ਜਾਣਾ ਸੀ? ਔਰ ਇਸੇ ਕਰਕੇ ਨਹੀਂ ਕੀਤਾ ਗਿਆ ਕਿਉਂਕਿ ਸੰਵਿਧਾਨ ਦੇ ਵਿੱਚ ਇਹਨੂੰ ਆਪਾਂ ਇੰਟਰਪ੍ਰੀਟੇਸ਼ਨ ਦੇ ਵਿੱਚ ਲੈ ਕੇ ਨਹੀਂ ਜਾ ਰਹੇ। ਸੰਵਿਧਾਨ ਦੇ ਵਿੱਚ ਇੱਕ ਸਪਸ਼ਟ ਸ਼ਬਦਾਂ ਦੇ ਵਿੱਚ ਇਹਦੇ ਲਈ ਵਿਧਾਨ ਕੀਤਾ ਗਿਆ ਕਿ ਐਦਾਂ ਕਰੋ, ਔਰ ਉਸ ਦੇ ਉੱਤੇ ਕਿੰਤੂ ਪਰੰਤੂ ਕਰਨਾ, ਜਦ ਤੱਕ ਇਹ ਧਾਰਾ 48 ਸੰਵਿਧਾਨ ਦਾ ਅਨਿੱਖੜਵਾਂ ਅੰਗ ਹੈ, ਤਦ ਤੱਕ ਕਿਸੇ ਵੀ ਉਹਦੇ ਉੱਤੇ, ਅੱਜ ਕੱਲ ਕੁਝ ਲੋਕ ਇਹ ਕੁਤਰਕ ਦਿੰਦੇ ਨੇ, ਤੁਸੀਂ ਕਿਸੇ ਦੀਆਂ ਖਾਣ ਪੀਣ ਦੀਆਂ ਰਵਾਇਤਾਂ ਦੇ ਉੱਤੇ, ਖਾਣ ਪੀਣ ਦੀਆਂ ਆਦਤਾਂ ਦੇ ਉੱਤੇ ਪ੍ਰਸ਼ਨ ਚਿੰਨ੍ਹ ਨਹੀਂ ਲਾ ਸਕਦੇ। ਤੁਸੀਂ ਨਹੀਂ ਖਾਣਾ, ਤੁਸੀਂ ਨਾ। ਮੇਰੇ ਵੀਰੋ, ਮੇਰੀਆਂ ਭੈਣੋ, ਅਸੀਂ ਆਰਟੀਕਲ 48 ਨੂੰ
ਅਪਣਾਇਆ ਹੈ ਕੌਨਸ਼ੀਅਸਲੀ। ਮੈਂ ਤੁਹਾਨੂੰ ਕਹਿੰਦਾ, ਇੱਕ ਹੁੰਦਾ ਅਣਜਾਣੇ 'ਚ, ਇੱਕ ਹੁੰਦਾ ਅਸੀਂ ਪੂਰੇ ਉਹਦੇ ਤੇ ਸੋਚ ਵਿਚਾਰ ਕਰਕੇ। ਔਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਕਈ ਵਾਰ ਆਪਾਂ ਅੱਜ ਕੱਲ੍ਹ ਆਕਸ਼ੇਪ ਲਾ ਦਿੰਦੇ ਆ ਕਾਨੂੰਨ ਦੇ ਉੱਤੇ, ਜਾਂ ਜਿਹੜੇ ਕਾਨੂੰਨ ਬਣਾਉਣ ਵਾਲੇ ਸਾਡੇ ਲੈਜਿਸਲੇਚਰ ਜਾਂ ਪਾਰਲੀਮੈਂਟੇਰੀਅਨਸ ਦੇ ਉੱਤੇ, ਕਿ ਤੁਸੀਂ ਇਹਦੇ ਤੇ ਚਰਚਾ ਨਹੀਂ ਕੀਤੀ। ਸੰਵਿਧਾਨ ਬਣਨ ਵੇਲੇ ਇਹਦੇ ਉੱਤੇ ਤਕਰੀਬਨ 2 ਸਾਲ ਦੇ ਸਮੇਂ ਦੇ ਲਈ ਲਗਾਤਾਰ ਚਰਚਾ ਹੋਈ, ਲਗਾਤਾਰ ਅਖਬਾਰਾਂ ਦੇ ਵਿੱਚ ਆਇਆ, ਲਗਾਤਾਰ ਜਗ੍ਹਾ ਜਗ੍ਹਾ ਜਿਹੜੇ ਸਾਡੇ ਸੰਵਿਧਾਨ ਸਭਾ ਦੇ ਨੁਮਾਇੰਦੇ ਸੀ ਉਹ ਪਬਲਿਕ ਦੇ ਟੱਚ 'ਚ ਵੀ ਰਹੇ, ਔਰ ਉਹ ਇਸ ਦੇਸ਼ ਦੀ ਜੋ ਸਾਡਾ ਪਿਛੋਕੜ ਸੀ ਉਹਦੇ ਟੱਚ 'ਚ ਵੀ ਰਹੇ, ਔਰ ਉੱਥੇ ਸਾਰੀ ਚੀਜ਼ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ, ਔਰ ਹਰ ਸਮਾਜ ਦੇ ਵਰਗ ਦੇ ਉੱਥੇ ਪ੍ਰਤੀਨਿਧੀ ਮੌਜੂਦ ਸਨ। ਉਹਨਾਂ ਨੇ ਪੂਰਾ ਸੋਚ ਵਿਚਾਰ ਕਰਕੇ ਇਹਨਾਂ ਚੀਜ਼ਾਂ ਨੂੰ ਸਾਡੇ ਸੰਵਿਧਾਨ ਦਾ ਹਿੱਸਾ ਬਣਾਇਆ, ਔਰ ਅੱਜ ਤੱਕ ਅਸੀਂ ਇਸ ਨੂੰ ਸਹੀ ਮੰਨਦੇ ਆ ਰਹੇ ਹਾਂ। ਤਾਂ ਕਿਸੇ ਤਰੀਕੇ ਦਾ ਕੋਈ ਕੁਤਰਕ ਚੱਲਣ ਵਾਲਾ ਨਹੀਂ ਹੈ, ਕਿਉਂਕਿ ਇਹ ਆਰਟੀਕਲ 48 ਸੰਵਿਧਾਨ ਦਾ ਹਿੱਸਾ ਹੈ, ਔਰ ਇਹਦੇ ਆਧਾਰ ਦੇ ਉੱਤੇ ਅਲੱਗ-ਅਲੱਗ ਰਾਜਾਂ ਨੇ ਕਾਨੂੰਨ ਬਣਾਏ ਹੈ, ਕੁਝ ਰਾਜ ਕਾਨੂੰਨ ਬਣਾ ਰਹੇ ਨੇ, ਔਰ ਜਦਕਿ ਅਜਿਹੀ ਹਲੇ ਹੋਰ ਵੀ ਮੰਗ ਹੈ ਕਿ ਅਗਰ ਅਸੀਂ ਇਸ ਨੂੰ ਹੋਰ ਜ਼ਿਆਦਾ ਮਜ਼ਬੂਤੀ ਪ੍ਰਦਾਨ ਕਰਨੀ ਹੈ ਤਾਂ ਸਾਨੂੰ ਇੱਕ ਬੜਾ ਹੀ ਵਧੀਆ ਕਾਨੂੰਨ ਇਸ ਦੇਸ਼ ਦੇ ਵਿੱਚ ਲਿਆਉਣਾ ਪਵੇਗਾ, ਔਰ ਕਿਸੇ ਵੀ ਤਰੀਕੇ ਦਾ ਕੁਤਰਕ ਇਹਦੇ ਉੱਤੇ ਵਾਧਾ ਨਹੀਂ ਬਣਨੀ ਚਾਹੀਦੀ। ਕਿਉਂਕਿ ਅਗਰ ਜੇ ਅਸੀਂ ਚਾਹੁੰਦੇ ਹਾਂ, ਅਸੀਂ ਜਾਂ ਤਾਂ ਅਸੀਂ ਸੰਵਿਧਾਨ ਨੂੰ ਅਗਰ ਜੇ ਰਿਸਪੈਕਟ ਦਿਲ ਤੋਂ ਦਿੰਦੇ ਹਾਂ, ਔਰ ਸਾਨੂੰ ਦੇਣੀ ਪਵੇਗੀ। ਕਾਰਨ ਪਤਾ ਕੀ ਹੈ? ਜੇ ਮੈਂ ਕਹਿੰਦਾ ਮੇਰੇ ਨਾਗਰਿਕ ਅਧਿਕਾਰ ਹੈ, ਮੇਰੇ ਫੰਡਾਮੈਂਟਲ ਰਾਈਟਸ ਹੈ, ਮੂਲਭੂਤ ਅਧਿਕਾਰ ਹੈ, ਮੈਨੂੰ ਕਿੱਥੋਂ ਮਿਲੇ ਹੈ ਜੀ? ਇਹਨਾਂ ਦੀ ਪਹਿਲਾਂ ਵੀ ਸਨ, ਲੇਕਿਨ ਇਸ ਸੰਵਿਧਾਨ ਦੇ ਵਿੱਚ ਉਹਨਾਂ ਦੇ ਬਾਰੇ, ਉਹਨਾਂ ਅਧਿਕਾਰਾਂ ਦੇ ਬਾਰੇ ਵਿਸ਼ੇਸ਼ ਰੂਪ ਨਾਲ ਰੱਖਿਆ ਕਰਨ ਦੇ ਉਪਾਅ ਵੀ ਕੀਤੇ ਗਏ ਹਨ। ਰੈਕਗਨੀਸ਼ਨ ਦਿੱਤੀ ਗਈ ਹੈ ਕਿ ਹਾਂ ਇਹ ਤੁਹਾਡੇ ਮੂਲਭੂਤ ਅਧਿਕਾਰ ਹਨ। ਫਿਰ ਉਹ ਮੂਲਭੂਤ ਅਧਿਕਾਰ ਜੇ ਕੋਈ ਵਾਇਲੇਟ ਕਰਦਾ ਹੈ, ਉਹਦੀ ਕੋਈ ਉਲੰਘਣਾ ਕਰਦਾ ਹੈ, ਤਾਂ ਉਹਨੂੰ ਕਿੱਦਾਂ ਅਸੀਂ ਉਹ ਤੋਂ ਬਚਣਾ ਹੈ, ਉਹਦਾ ਵੀ ਨਿਰੂਪਣ ਇਸ ਸੰਵਿਧਾਨ ਦੇ ਵਿੱਚ, ਭਾਰਤ ਦੇ ਸੰਵਿਧਾਨ ਦੇ ਵਿੱਚ ਕੀਤਾ ਗਿਆ ਹੈ। ਤਾਂ ਦੇਖੋ ਕਿੰਨੀ ਅੱਛੀ ਵਿਵਸਥਾ ਹੈਗੀ ਹੈ। ਜਦੋਂ ਮੇਰੇ ਅਧਿਕਾਰ ਉੱਥੇ ਹੈਗੇ ਨੇ ਤਾਂ ਉਹਨਾਂ ਅਧਿਕਾਰਾਂ ਦੇ ਲਈ ਹੀ ਇਹ ਵੀ ਮੇਰੇ ਬਚਾਉਣ ਦੇ ਵਾਸਤੇ ਹੈ। ਮੈਂ ਇੱਥੇ ਇਹ ਵੀ ਦੱਸ ਦਿਆਂ, ਕੋਈ ਅਗਰ ਜੇ ਖੇਤੀਬਾੜੀ ਨੂੰ ਬਚਾਉਣਾ ਹੈ ਤਾਂ ਮਨੁੱਖਤਾ ਨੂੰ, ਸਾਡੀ ਆਰਥਿਕਤਾ ਨੂੰ ਬਚਾਉਣਾ ਹੈ। ਜੇ ਪਸ਼ੂ ਪਾਲਣ ਨੂੰ ਬਚਾਉਣਾ ਹੈ ਤਾਂ ਸਾਡੀ ਮਨੁੱਖਤਾ ਨੂੰ ਸ਼ੋਅ ਕਰਨ ਲਈ ਬਚਾਉਣਾ ਹੈ, ਔਰ ਸਾਡੀ ਆਰਥਿਕਤਾ ਨੂੰ ਬਚਾਉਣ ਲਈ ਬਚਾਉਣਾ ਹੈ। ਅਗਰ ਜੇ ਅਸੀਂ ਇਹਨੂੰ ਨਹੀਂ ਬਚਾ ਪਾਏ ਤਾਂ ਸਭ ਕੁਝ ਨਸ਼ਟ ਭ੍ਰਸ਼ਟ ਹੋ ਜਾਵੇਗਾ ਜੀ। ਤੇ ਸਰ ਤੁਸੀਂ ਜਿੱਦਾਂ ਸੰਵਿਧਾਨ ਦੀ ਗੱਲ ਕੀਤੀ ਹੈ, ਫਿਰ ਇਹ ਕੀ ਕਾਰਨ ਹੈ ਕਿ ਸੰਵਿਧਾਨ ਦੇ ਵਿੱਚ ਇੰਨੇ ਖੂਬਸੂਰਤ ਤਰੀਕੇ ਦੇ ਨਾਲ ਇਹਨਾਂ ਚੀਜ਼ਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ, ਪਰ ਇੱਕ ਸੰਵਿਧਾਨ ਫਿਰ 2 ਕਾਨੂੰਨ ਕਿਉਂ ਨੇ ਸਾਡੇ ਦੇਸ਼ ਦੇ ਵਿੱਚ? 2 ਕਾਨੂੰਨ ਦਾ ਮਤਲਬ ਕਿ ਜੇ ਉਹਦੇ ਵਿੱਚ ਲਿਖਿਆ ਗਿਆ, ਅਸੀਂ ਇਹਨੂੰ ਇੰਪਲੀਮੈਂਟ ਕਿਉਂ ਨਹੀਂ ਕਰ ਪਾ ਰਹੇ ਅਜੇ ਤੱਕ? ਦੇਖੋ, ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਹਾਂ ਕਿ ਇੰਪਲੀਮੈਂਟ ਕਰਨ ਵਾਲੀ ਗੱਲ ਹੈ ਜਿਹੜਾ ਅੱਜ ਦੀ ਐਗਜ਼ੈਕਟਿਵ ਹੈ ਸਾਡੀ, ਜਿਹੜੀ ਸਾਡੇ ਸਰਕਾਰ ਦਾ ਅੰਗ ਹੈ। ਗਵਰਨਮੈਂਟ ਦੇ 3 ਅੰਗ ਹੁੰਦੇ ਨੇ, ਇੱਕ ਹੁੰਦੀ ਹੈ ਕਾਰਜਪਾਲਿਕਾ, ਇੱਕ ਹੁੰਦੀ ਹੈ ਵਿਧਾਨ ਪਾਲਿਕਾ, ਇੱਕ ਹੁੰਦੀ ਹੈ ਨਿਆਂਪਾਲਿਕਾ। ਇਹਨਾਂ ਤਿੰਨਾਂ ਨੇ ਆਪਸ ਦੇ ਵਿੱਚ ਮਿਲ ਕੇ ਇਹ ਸਾਰਾ ਕਾਰਜ ਕਰਨਾ ਹੁੰਦਾ ਹੈ, ਔਰ ਇਹਦੇ ਬਾਰੇ 'ਚ ਤਿੰਨਾਂ ਅੰਗਾਂ ਨੂੰ, ਸਰਕਾਰ ਦੇ ਤਿੰਨਾਂ ਅੰਗਾਂ ਨੂੰ ਇਸ ਚੀਜ਼ ਦਾ ਪੂਰਾ ਆਭਾਸ ਹੈ, ਔਰ ਸਰਕਾਰ ਦੇ ਤਿੰਨਾਂ ਅੰਗਾਂ ਦੇ ਪੱਖ ਦੇ ਉੱਤੇ ਕਿਸੇ ਵੀ ਤਰੀਕੇ ਦਾ ਉਲੰਘਣ ਦਾ ਨਾ ਤਾਂ ਸੋਚਿਆ ਜਾ ਸਕਦਾ, ਨਾ ਹੀ ਉਹ ਸੋਚਣਗੇ। ਅਗਰ ਕੋਈ ਵੀ ਅੰਗ ਇੱਦਾਂ ਦਾ ਸੋਚਦਾ ਹੈ ਤਾਂ ਉਹ ਗੈਰ ਸੰਵਿਧਾਨਕ ਹੋਵੇਗਾ। ਔਰ ਉਹਦੇ ਲਈ ਆਪਾਂ ਕਹੀਏ, ਅਗਰ ਐਗਜ਼ੈਕਟਿਵ ਜਾਂ ਲੈਜਿਸਲੇਚਰ ਇੱਦਾਂ ਦਾ ਕੋਈ ਕਾਨੂੰਨ ਕਰਦੀ ਹੈ ਜਿਹੜੀ ਕਿ ਸੰਵਿਧਾਨ ਦੀ ਅਵਧਾਰਣਾ ਦੇ ਖਿਲਾਫ ਹੈ, ਤਾਂ ਉੱਥੇ ਨਿਆਂਪਾਲਿਕਾ ਇਸੇ ਲਈ ਬੈਠੀ ਹੈ, ਉਹਨੂੰ ਨਿਰਸਤ ਕੀਤਾ ਜਾ ਸਕੇ। ਹੁਣ ਇਸ ਚੀਜ਼ ਨੂੰ ਦੇਖਿਆ ਜਾਵੇ ਤਾਂ ਜਿਹੜੇ ਕੁਝ ਲੋਕ ਨੇ ਜਿਹੜੇ ਨਿਆਂਪਾਲਿਕਾ ਨੂੰ ਤਾਂ ਵਧੀਆ ਤਰੀਕੇ ਨਾਲ ਚਲਾਉਂਦੇ ਨੇ, ਔਰ ਦੂਸਰਿਆਂ ਨੂੰ ਵੀ ਪ੍ਰੇਰਿਤ ਕਰਦੇ ਨੇ ਕਿ ਕਿਸੇ ਵੀ ਤਰੀਕੇ ਨਾਲ ਸੰਵਿਧਾਨ ਦੀ ਉਲੰਘਣਾ ਨਾ ਹੋਵੇ। ਔਰ ਜਿਹੜੀ ਆਪਾਂ ਕਹਿ ਲਈਏ ਲੈਜਿਸਲੇਚਰ ਹੈ, ਜਿਹਨੂੰ ਆਪਾਂ ਵਿਧਾਨ ਮੰਡਲ ਕਹਿੰਦੇ ਆ, ਤੇ ਕਾਰਜਪਾਲਿਕਾ ਹੈ, ਅਗਰ ਉਹਦੇ ਵਿੱਚ ਬੈਠੇ ਕੁਝ ਲੋਕ ਇੱਦਾਂ ਦੀ ਕੋਈ ਗੱਲ ਕਹਿੰਦੇ ਨੇ, ਜਾਂ ਇੱਦਾਂ ਦਾ ਕੋਈ ਕਾਨੂੰਨ ਲੈ ਕੇ ਆਉਂਦੇ ਨੇ, ਜਾਂ ਇੱਦਾਂ ਦੇ ਰੂਲਸ ਰੈਗੂਲੇਸ਼ਨਸ ਬਣਾਉਂਦੇ ਨੇ ਜਿਹੜੇ ਕਿ ਸੰਵਿਧਾਨ ਦੀ ਅਵਧਾਰਣਾ ਦੇ ਖਿਲਾਫ ਜਾਂਦੇ ਨੇ, ਤਾਂ ਨਿਆਂਪਾਲਿਕਾ ਉਹਨੂੰ ਇਮੀਡੀਏਟਲੀ ਸਟਰਕ ਡਾਊਨ ਕਰੇਗੀ। ਤਾਂ ਇਸ ਕਰਕੇ ਇਹ ਸਿਰਫ ਇੱਕ ਰੈਟੋਰਿਕ ਨਹੀਂ ਹੁੰਦਾ, ਇਹ ਰੈਟੋਰਿਕ ਹੀ ਕੁਝ ਨੇਤਾਵਾਂ ਦੇ ਦੁਆਰਾ ਜਾਂ ਕੁਝ ਬਿਊਰੋਕਰੇਟਸ ਦੇ ਦੁਆਰਾ ਫੈਲਾਇਆ ਜਾਂਦਾ ਹੈ
ਕਿ ਇਹ ਤਾਂ ਤੁਹਾਡੇ ਖਾਣ ਪੀਣ ਦੀ ਸੁਤੰਤਰਤਾ ਹੈ, ਇਹਦੇ ਵਿੱਚ ਕੋਈ ਕੁਐਸਚਨ ਮਾਰਕ ਨਹੀਂ ਹੋ ਸਕਦਾ। ਕਾਰਨ ਕੀ, ਸੰਵਿਧਾਨ ਦੀ ਵਿਚਾਰਧਾਰਾ ਕੀ ਹੈ ਕਿ ਮੇਰਾ ਹੱਥ ਘੁਮਾਉਣ ਦਾ, ਮੈਨੂੰ ਮੁੱਠੀ ਬਣਾਉਣ ਦਾ ਹੱਕ ਹੈ। ਮੁੱਠੀ ਬਣਾ ਕੇ ਮੈਨੂੰ ਆਪਣੇ ਆਸ-ਪਾਸ ਦੇ ਵਾਤਾਵਰਣ ਜਿੱਥੇ ਤੱਕ ਮੇਰੀ ਬਾਹ ਜਾਂਦੀ ਹੈ ਘੁਮਾਉਣ ਦਾ ਵੀ ਹੱਕ ਹੈ। ਪਰ ਜਿੱਥੇ ਮੈਨੂੰ ਤੁਹਾਡਾ ਨੱਕ ਨਜ਼ਰ ਆ ਗਿਆ, ਮੈਨੂੰ ਆਪਣੀ ਮੁੱਠੀ ਤੁਹਾਡੇ ਨੱਕ ਦੇ ਵਿੱਚ ਮਾਰਨ ਦਾ ਕੋਈ ਅਧਿਕਾਰ ਨਹੀਂ ਹੈ। ਜੀ ਸਮਝ ਰਹੇ ਜੀ। ਯਾਨੀ ਕਿ ਮੈਨੂੰ ਸੰਵਿਧਾਨ ਦੇ ਵਿੱਚ ਇਹ ਸੁਤੰਤਰਤਾ ਹੈ ਕਿ ਮੈਂ ਆਪਣਾ ਹਿੱਲਾ ਜੁਲਾ ਆਪਣੀ ਬਾਹ ਨੂੰ ਜਿੱਥੇ ਤੱਕ ਮਰਜ਼ੀ ਲੈ ਜਾਵਾਂ, ਲੇਕਿਨ ਮੇਰਾ ਅਧਿਕਾਰ ਜਿੱਥੇ ਤੁਹਾਡਾ ਨੱਕ ਸ਼ੁਰੂ ਹੋ ਜਾਂਦਾ ਹੈ ਉਹ ਤੋਂ ਪਹਿਲਾਂ ਸਮਾਪਤ ਹੋ ਜਾਂਦਾ ਹੈ। ਵਾਹ। ਕਹਿਣ ਦਾ ਮਤਲਬ ਇਹ ਹੈ, ਸੰਵਿਧਾਨ ਨਿਰਮਾਤਾਵਾਂ ਨੇ ਸਾਨੂੰ ਜਿਹੜੇ ਹੱਕ ਦਿੱਤੇ ਨੇ ਉਹ ਰੀਜ਼ਨੇਬਲ ਰੈਸਟ੍ਰਿਕਸ਼ਨਸ ਉਹਦੇ ਤੇ ਲੱਗਦੀਆਂ ਨੇ। ਔਰ ਨਿਆਂਪਾਲਿਕਾ ਦਾ ਸਾਰੀ ਦੀ ਸਾਰੀ ਨਿਆਂਪਾਲਿਕਾ, ਕਿਉਂਕਿ ਨਿਆਂਪਾਲਿਕਾ ਦੇ ਵਿੱਚ ਫੋਰਚੂਨੇਟਲੀ ਸਾਡੇ ਵਧੀਆ ਲੋਕ ਬੈਠੇ ਨੇ ਔਰ ਉਹਨਾਂ ਨੂੰ ਪਤਾ ਹੈ ਕਿ ਸੰਵਿਧਾਨ ਕੀ ਹੈ, ਕਾਨੂੰਨ ਕੀ ਹੈ। ਔਰ ਜਦੋਂ ਉਹਨਾਂ ਨੂੰ ਪਤਾ ਹੈ ਕਿ ਸੰਵਿਧਾਨ ਕੀ ਹੈ, ਕਾਨੂੰਨ ਕੀ ਹੈ, ਨਿਆਂਪਾਲਿਕਾ ਦੇ ਵਿੱਚ ਬੈਠੇ ਸਾਡੇ ਨਿਆਂਧੀਸ਼ ਜਿਹੜੇ ਜੱਜਿਸ ਨੇ ਉਹ ਚੰਗੇ ਤਰੀਕੇ ਨਾਲ ਇਸ ਚੀਜ਼ ਨੂੰ ਲਾਗੂ ਵੀ ਕਰਵਾਉਣਾ ਜਾਣਦੇ ਆ। ਇਸ ਕਰਕੇ ਉਹਨਾਂ ਦੀ ਜਿਹੜੀ ਗੱਲਬਾਤ ਹੈ ਉਹ ਰਿਟੋਰਿਕ, ਯਾਨੀ ਕਿ ਸਿਰਫ ਗੱਲਾਂ ਬਾਤਾਂ ਤੱਕ ਹੀ ਸੀਮਿਤ ਹੈ। ਅਗਰ ਕੋਈ ਐਦਾਂ ਦਾ ਕਾਨੂੰਨ ਲਿਆਉਂਦੇ ਨੇ ਜਾਂ ਐਦਾਂ ਦੀ ਕੋਈ ਰੂਲਸ ਐਂਡ ਰੈਗੂਲੇਸ਼ਨਸ ਬਣਾਉਂਦੀ ਹੈ ਸਾਡੀ ਕਾਰਜਪਾਲਿਕਾ ਜਾਂ ਵਿਧਾਨ ਮੰਡਲ, ਤਾਂ ਉਹ ਗੈਰ ਸੰਵਿਧਾਨਕ ਹੋਣ ਕਰਕੇ ਉਸੇ ਸਮੇਂ ਅਨਕਨਸਟੀਟਿਊਸ਼ਨਲ ਡਿਕਲੇਅਰ ਕਰ ਦਿੱਤਾ ਜਾਵੇਗਾ। ਅਜਿਹਾ ਮੇਰਾ ਮੰਨਣਾ ਜੀ। ਸੋ ਪ੍ਰਾਸ਼ਰ ਜੀ, ਸਾਨੂੰ ਹੁਣ ਇਹ ਥੋੜਾ ਜਿਹਾ ਵਿਸਤਾਰ ਦੇ ਵਿੱਚ ਹੀ ਇਸੇ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਹਰੇਕ ਗੱਲ ਨੂੰ ਬੜੇ ਵਿਸਤਾਰ ਦੇ ਨਾਲ ਦੱਸ ਰਹੇ ਹੋ ਔਰ ਵਧੀਆ ਲੱਗ ਰਿਹਾ ਸੁਣ ਕੇ ਕਿ ਉਹ ਲੌਜੀਕਲੀ ਹਰੇਕ ਗੱਲ ਨੂੰ ਤੁਸੀਂ ਸਾਡੇ ਦਰਸ਼ਕਾਂ ਦੇ ਸਾਹਮਣੇ ਰੱਖ ਰਹੇ ਹੋ। ਔਰ ਮੈਂ ਚਾਹੁੰਦਾ ਕਿ ਜਿਹੜੀਆਂ ਗਾਵਾਂ ਸੜਕਾਂ ਤੇ ਆ ਜਾ ਰਹੀਆਂ ਨੇ, ਸੜਕਾਂ ਤੱਕ ਗਾਵਾਂ ਕਿੱਦਾਂ ਆ ਰਹੀਆਂ ਨੇ, ਇਹਦਾ ਕੀ ਕਾਰਨ ਹੋ ਸਕਦਾ ਹੈ? ਕਿਉਂਕਿ ਜੇਕਰ ਅਸੀਂ ਸਿਰਫ ਹਿੰਦੂ ਕਮਿਊਨਿਟੀ ਦੀ ਗੱਲ ਕਰੀਏ ਤੇ ਸੋਸ਼ਲ ਮੀਡੀਆ ਰਾਹੀਂ ਉਹਨਾਂ ਨੂੰ ਬਹੁਤ ਸਾਰੀਆਂ ਇਦਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਨੇ। ਲੋਕ ਕਮੈਂਟ ਕਰਦੇ ਨੇ ਕਿ ਇਹ ਸ਼ਾਇਦ ਹਿੰਦੂਆਂ ਦੀਆਂ ਮਾਵਾਂ ਨੇ, ਇਹ ਸੜਕਾਂ ਤੇ ਘੁੰਮਦੀਆਂ ਨੇ, ਹਿੰਦੂ ਇਹਨਾਂ ਨੂੰ ਕਿਉਂ ਨਹੀਂ ਸਾਂਭਦੇ। ਐਕਚੁਅਲੀ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਇਹ ਗਾਵਾਂ ਆਉਂਦੀਆਂ ਕਿੱਥੋਂ ਨੇ, ਇਹ ਸੜਕਾਂ ਤੱਕ ਕਿੱਦਾਂ ਪਹੁੰਚਦੀਆਂ ਨੇ। ਇਹ ਗੱਲ ਇਹ ਹੈ, ਪਸ਼ੂ ਪਾਲਣ ਦਾ ਵਿਵਸਾਏ ਸਾਡੇ ਖੇਤੀਬਾੜੀ ਨਾਲ ਜੁੜੇ ਲੋਕ ਤੇ ਜਿਹੜੇ ਖੇਤੀਬਾੜੀ ਨਾਲ ਨਹੀਂ ਵੀ ਜੁੜੇ ਉਹ ਕਰਦੇ ਨੇ। ਹੁਣ ਕੀ ਹੈ, ਉਹਨਾਂ ਵਿੱਚੋਂ ਸਾਰੇ ਲੋਕਾਂ ਦੀ ਮੈਂ ਗੱਲ ਨਹੀਂ ਕਰ ਰਿਹਾ। ਜਿਵੇਂ ਕੁਝ ਲੋਕ ਐਦਾਂ ਦੇ ਹੁੰਦੇ ਨੇ, ਜਾਂ ਉਹਨਾਂ ਦੇ ਹਾਲਾਤ ਕਹਿ ਲਓ ਜਾਂ ਉਹਨਾਂ ਨੂੰ ਕਹਿ ਲਓ ਕਿ ਚੇਤਨਾ ਨਹੀਂ ਹੈ ਇਸ ਚੀਜ਼ ਦੀ। ਜਦੋਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਕਿ ਇੱਕ ਗਊ ਦਾ ਜਿਹੜਾ ਦੁੱਧ ਦੇਣ ਦਾ ਸਮਾਂ ਪੀਰੀਅਡ ਹੈ 14-15 ਸਾਲ, ਜਦੋਂ ਲੰਘ ਜਾਂਦਾ ਹੈ ਉਹ ਬੁੜੀਆਂ ਹੋ ਜਾਂਦੀਆਂ ਨੇ ਜਾਂ ਬਿਮਾਰ ਹੋ ਜਾਂਦੀਆਂ ਨੇ ਗੋਵੰਸ਼, ਤਾਂ ਉਹਨੂੰ ਆਪਣੇ ਕੋਲ ਰੱਖਣ ਦੀ ਬਜਾਏ, ਕਿਉਂਕਿ ਉਹਦੇ ਤੇ ਖਰਚਾ ਵੀ ਹੁੰਦਾ ਹੈ, ਬਿਲਕੁਲ ਤੇ ਲੇਕਿਨ ਉਹ ਇਸ ਚੀਜ਼ ਨੂੰ ਭੁੱਲ ਜਾਂਦੇ ਨੇ ਕਿ ਜਦੋਂ ਸਮਾਜ ਹੁਣ ਹੌਲੀ-ਹੌਲੀ ਆਰਗੈਨਿਕ ਖੇਤੀ ਵੱਲ ਜਾ ਰਿਹਾ ਹੈ ਤਾਂ ਚਾਹੇ ਉਹਨੇ ਦੁੱਧ, ਦਹੀਂ, ਮੱਖਣ ਉਹਦੇ ਪਦਾਰਥ ਨਹੀਂ ਬਣਦੇ, ਲੇਕਿਨ ਗੋਬਰ ਤੇ ਗੋਮੂਤਰ ਅੱਜ ਵੀ ਉੱਥੇ ਅਵੇਲੇਬਲ ਹੈ ਔਰ ਉਹ ਮਿਲਾ ਕੇ ਖਾਦ ਦੇ ਰੂਪ ਵਿੱਚ ਬਣਾ ਕੇ ਉਹ ਆਪਣਾ ਖਰਚਾ ਕੱਢਣ ਦੇ ਵਿੱਚ ਸક્ષਮ ਹਨ। ਸਿਰਫ ਜ਼ਰੂਰਤ ਹੈ ਉਹਨਾਂ ਦੀ ਸਾਡੇ ਵੱਲੋਂ ਸੇਵਾ ਕਰਨ ਦੀ। ਸੇਵਾ ਵੀ ਕਾਦੀ ਹੈ, ਕਿਉਂਕਿ ਉਹਨਾਂ ਨੇ ਸਾਨੂੰ ਰੁਜ਼ਗਾਰ ਦਿੱਤਾ ਹੈ 15 ਸਾਲ ਲਈ। ਜੇ ਸਾਨੂੰ ਉਹਨਾਂ ਦੀ ਸੇਵਾ ਵੀ ਕਰਨੀ ਪੈ ਗਈ ਔਰ ਇੱਥੇ ਤੱਕ ਕਿ ਉਹਨਾਂ ਦੇ ਮਰਨ ਤੋਂ ਬਾਅਦ ਉਹਨਾਂ ਦਾ ਸਰੀਰ ਕਈ ਕਿਸਮ ਦੇ ਕੰਮਾਂ ਦੇ ਵਿੱਚ ਆਉਂਦਾ ਹੈ। ਔਰ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਜਦੋਂ ਇਸ ਤਰੀਕੇ ਦੇ ਉਹਦੇ ਵਿੱਚ ਆਉਂਦਾ ਹੈ ਤਾਂ ਇਹਦਾ ਮਤਲਬ ਉਹ ਆਪਣਾ ਖਰਚਾ ਕੱਢ ਲੈਂਦੀਆਂ ਹਨ। ਲੇਕਿਨ ਅਸੀਂ ਕਿਸੇ ਅਗਿਆਨਤਾ ਪੂਰਵਕ, ਕੁਝ ਲੋਕ ਸਾਡੇ ਦੇ ਵਿੱਚੋਂ, ਸਾਡੇ ਹੀ ਭੈਣ ਭਰਾ, ਕਿਉਂਕਿ ਗਾਂ ਦੇ ਵਿੱਚ ਇੱਕ ਬੜੀ ਹੀ ਖੂਬਸੂਰਤੀ ਹੈ ਕਿ ਅਗਰ ਇਹਨੂੰ ਅਸੀਂ ਨੇੜੇ ਤੇੜੇ ਕਿਤੇ ਇੱਦਾਂ ਦਾ ਜਗ੍ਹਾ ਤੇ ਵੀ ਛੱਡੇ ਆਈਏ ਤਾਂ ਇਹ ਵਾਪਸ ਆਪਣੇ ਖੂੰਟੇ ਤੇ ਆਪਣੇ ਆਪ ਆ ਜਾਂਦੀ ਹੈ। ਸਾਡੇ ਜਿਹੜੇ ਪੂਰਵਜ ਹੈ ਸਾਨੂੰ ਜਦੋਂ ਚੇਤਾਉਂਦੇ ਨੇ ਕਿ ਭਾਈ ਚੰਗੇ ਕਰਮ ਕਰਿਆ ਕਰ, ਤਾਂ ਸਾਨੂੰ ਉਦਾਹਰਣ ਪਤਾ ਕੀ ਦਿੰਦੇ ਨੇ ਕਿ ਬੰਦੇ ਦਾ ਕੀਤਾ ਮਾੜਾ ਜਾਂ ਚੰਗਾ ਕਰਮ ਬੰਦਾ ਉਹ ਤੋਂ ਬਚ ਨਹੀਂ ਸਕਦਾ। ਜਿਵੇਂ ਲੱਖਾਂ ਹਜ਼ਾਰਾਂ ਗਾਵਾਂ ਦੇ ਵਿੱਚ ਬਛੜਾ ਆਪਣੀ ਹੀ ਮਾਂ ਦੇ ਕੋਲ ਜਾਂ ਜਾ ਕੇ ਖੜਾ ਹੋ ਜਾਂਦਾ ਹੈ ਔਰ ਇਸ ਚੀਜ਼ ਦੀ ਪੂਰੀ ਭਾਲ ਉਹਨੂੰ ਰਹਿੰਦੀ ਹੈ, ਮੇਰੀ ਮਾਂ ਕਿਹੜੀ ਹੈ, ਔਰ ਪਛਾਣ ਲੈਂਦਾ ਹੈ ਉਹਨਾਂ ਦੇ ਵਿੱਚ। ਇਸੇ ਤਰੀਕੇ ਨਾਲ ਤੇਰੇ ਕੀਤੇ ਕਰਮ ਉਹ ਤੈਨੂੰ ਪਛਾਣ ਲੈਣਗੇ। ਤਾਂ ਆਪਾਂ ਲੇਕਿਨ ਕੀ ਕਰਦੇ ਆ, ਆਪਾਂ ਜਿੱਦਾਂ ਮੰਨ ਲਓ ਫਗਵਾੜੇ ਰਹਿ ਰਹੇ ਹਾਂ, ਮੇਰੀ ਗਊ ਬੁੜੀ ਹੋ ਗਈ ਹੈ, ਮੈਂ ਚਾਹੁੰਦਾ ਯਾਰ ਮੈਨੂੰ ਸੇਵਾ ਨਾ ਹੁਣ ਕਰਨੀ ਪਵੇ, ਜਾਂ ਮੈਂ ਅਗਿਆਨਤਾ ਵਸ਼ ਉਹਨੂੰ ਲੱਦਦਾ, ਉਹਨੂੰ ਮੈਂ ਮੌਕੇ ਛੱਡਿਆ ਨਾ। ਹੁਣ ਉਹ ਵਿਚਾਰੇ ਨੂੰ ਆਉਣ 'ਚ ਹੈ ਨਾ, ਕਿਉਂਕਿ ਮੈਂ ਪੈਦਲ ਨਹੀਂ ਲੈ ਕੇ ਗਿਆ ਔਰ ਉਹ ਨਹੀਂ, ਹੁਣ ਉੱਥੇ ਸੜਕਾਂ ਤੇ ਘੁੰਮੇਗੀ, ਉਹਦੇ ਕਿੰਨੇ ਨੁਕਸਾਨ ਹੋਣਗੇ। ਇੱਕ ਤਾਂ ਉਹ ਜਗ੍ਹਾ ਜਗ੍ਹਾ ਦਰ ਦਰ ਤੇ ਘੁੰਮੇਗੀ, ਬਿਮਾਰੀ ਪਏਗੀ।
ਗੰਦਗੀ ਫੈਲੇਗੀ ਜਿੱਥੇ ਜਿੱਥੇ, ਕਿਉਂਕਿ ਉਹਦੀ ਸੇਵਾ ਕਰਨ ਨੂੰ ਕੋਈ ਨਹੀਂ ਹੈ। ਇਹਨੂੰ ਗੋਬਰ ਵਗੈਰਾ ਨੂੰ ਇਕੱਠਾ ਕਰਕੇ ਤਾਂ ਹੀ ਆਪਾਂ ਖਾਦ ਬਣਾਵਾਂਗੇ ਜਦ ਇੱਕ ਵਿਸ਼ੇਸ਼ ਵਿਧੀ ਨਾਲ ਉਹਦਾ ਪ੍ਰਯੋਗ ਕਰਾਂਗੇ। ਹੁਣ ਉਹ ਸੜਕਾਂ ਤੇ ਘੁੰਮੇਗੀ। ਤੁਹਾਨੂੰ ਪਤਾ ਅੱਜ ਕੱਲ ਜਿਹੜੇ ਦਰੁੱਤ ਗਤੀ ਤੇਜ਼ ਗਤੀ ਦੇ ਵਾਹਨ ਨੇ ਉਹਨਾਂ ਵਿੱਚ ਟਕਰਾਏਗੀ, ਉਹਨਾਂ ਨਾਲ ਕਿੱਦਾਂ ਨੁਕਸਾਨ ਹੋਏਗਾ। ਆਪ ਤਾਂ ਉਹਨੂੰ ਨੁਕਸਾਨ ਹੋਣਾ ਹੀ ਹੋਣਾ, ਮਰੇਗੀ ਜਾਂ ਇੰਜਰ ਹੋਏਗੀ, ਲੇਕਿਨ ਵਾਹਨ ਦੇ ਵਿੱਚ ਬੈਠੇ ਜਿਹੜੇ ਮਨੁੱਖੀ ਜਾਨਾਂ ਹੈ ਉਹ ਵੀ ਜਾਣਗੀਆਂ। ਬਹੁਤ ਸਾਰੇ ਏਦਾਂ ਦੀ ਦੁਰਘਟਨਾਵਾਂ ਰੋਡ ਦੀਆਂ ਹੁੰਦੀਆਂ ਨੇ ਜਿਨ੍ਹਾਂ 'ਚ ਲੋਕ ਸੀਰੀਅਸ ਜ਼ਖਮੀ ਹੁੰਦੇ ਆ, ਲਾਈਫ ਲੌਂਗ ਕ੍ਰਿਪਲ ਹੋ ਜਾਂਦੇ ਆ ਜਾਂ ਡੈਥ ਹੋ ਜਾਂਦੀ ਹੈ ਜੀ। ਹੁਣ ਇਹ ਜਿਹੜੇ ਚੀਜ਼ ਹੈ ਇਹ ਸੋਸ਼ਲ ਕੋਸਟ ਹੈ, ਇਹ ਪੈਂਦੀ ਹੈ। ਇਹ ਥੋੜਾ ਜਿਹਾ ਮੇਰਾ ਲਾਲਚ ਜਾਂ ਮੇਰੀ ਆਲਸ ਦੇ ਕਰਕੇ ਅਜਿਹਾ ਵਾਤਾਵਰਣ ਸਿਰਜਣ ਉਹਦਾ ਹੋ ਜਾਂਦਾ ਹੈ। ਹੁਣ ਇਹਨੂੰ ਦੇਖੀਏ ਸਟੇਟ, ਕਿਉਂਕਿ ਕਾਰਨ ਕੀ ਹੈ, ਅਸੀਂ ਇੱਕ ਕਾਨੂੰਨ ਦੇ ਦਾਇਰੇ 'ਚ ਰਹਿੰਦੇ ਹਾਂ, ਅਸੀਂ ਸਾਰੇ ਕਰ ਪੇ ਕਰਦੇ ਹਾਂ, ਟੈਕਸਿਸ ਦਿੰਦੇ ਹਾਂ। ਉਹਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਸਾਡੇ ਕਾਨੂੰਨ ਦੀਆਂ ਜਿਹੜੀਆਂ ਕਹਿ ਲਓ ਉਹਦੇ ਵਿੱਚ ਜਿਹੜੇ ਪ੍ਰਾਵਧਾਨ ਕੀਤੇ ਗਏ ਹਨ ਉਹਨਾਂ ਨੂੰ ਅਮਲੀ ਜਾਮਾ ਵੀ ਪਜਾਇਆ ਜਾਵੇ। ਤਾਂ 16/12/2016 ਨੂੰ ਪੰਜਾਬ ਸਰਕਾਰ ਨੇ ਜਿਹੜਾ ਡਿਪਾਰਟਮੈਂਟ ਆਫ ਲੋਕਲ ਗਵਰਨਮੈਂਟ ਹੈ ਉਹਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ। ਉਹਦੇ ਤਹਿਤ ਕੀ ਜਾਰੀ ਕੀਤਾ ਕਿ ਇੱਕ ਕਾਓ ਸੈਸ ਲਗਾਇਆ ਜਾਏਗਾ। ਉਹਦੇ ਲਈ ਮਿਊਨਿਸਪਲ ਕਾਉਂਸਲਸ, ਮਿਊਨਿਸਪਲ ਕਾਰਪੋਰੇਸ਼ਨਸ ਨੇ ਮਤੇ ਪਾਏ ਪਹਿਲਾਂ ਕਿ ਯੈਸ ਅਸੀਂ ਕਾਓ ਸੈਸ ਲਗਾਉਣ ਲਈ ਤਿਆਰ ਹੈ। ਉਹਦੇ ਵਿੱਚ ਕਾਓ ਸੈਸ ਲਗਾਉਣ ਦਾ ਮਤਲਬ ਇਹ ਹੈ ਕਿ ਜਿਹੜੇ ਪਸ਼ੂ ਨੇ, ਜਿਹੜੇ ਅਵਾਰਾ ਘੁੰਮਦੇ ਨੇ, ਉਹਨਾਂ ਦੇ ਖਾਣ ਪੀਣ ਰਹਿਣ ਦੀ ਵਿਵਸਥਾ ਕਰਨ ਵਾਸਤੇ, ਉਹਨਾਂ ਦੀ ਸੇਵਾ ਦਵਾਈ ਦੀ ਵਿਵਸਥਾ ਕਰਨ ਵਾਸਤੇ ਸਰਕਾਰ ਆਮਦਨ ਜਨਰੇਟ ਕਰੇਗੀ ਔਰ ਉਹ ਆਮਦਨ ਲੋਕਾਂ ਤੋਂ ਦੁਆਰਾ ਹੀ ਜਨਰੇਟ ਕੀਤੀ ਜਾਏਗੀ, ਲਗਜ਼ਰੀ ਗੁੱਡਸ ਤੋਂ ਲਈ ਜਾਏਗੀ ਜੀ। ਆਮ ਸਧਾਰਨ ਰੋਜ਼ ਦੀ ਪ੍ਰਯੋਗ ਹੋਣ ਵਾਲੀ ਚੀਜ਼ਾਂ ਤੋਂ ਨਹੀਂ ਲਿਆ ਜਾਏਗਾ। ਕਾਓ ਸੈਸ ਲਗਜ਼ਰੀ ਗੁੱਡਸ ਦੇ ਲੱਗੇਗਾ। ਉਹ ਕੀ ਸੀ, ਜਿਵੇਂ ਤੁਸੀਂ ਦੇਖਦੇ ਹੋਣੇ ਆਇਲ ਟੈਂਕਰ ਚੱਲਦੇ ਨੇ ਜੀ, ਆਇਲ ਆਂਦਾ ਹੈ, ਬਹੁਤ ਜ਼ਿਆਦਾ ਖਪਤ ਹੈ, ਇਹਦੇ ਹਰ ਗੇੜੇ ਦੇ ਉੱਤੇ 100 ਰੁਪਏ ਨਿਸ਼ਚਿਤ ਕਰ ਦਿੱਤਾ ਗਿਆ ਕਿ ਇਹ ਕਾਓ ਸੈਸ ਲੱਗੇਗਾ। ਫਿਰ ਹਰ ਸੀਮੈਂਟ ਦਾ ਬੈਗ, ਤੁਹਾਨੂੰ ਪਤਾ ਕੰਸਟਰਕਸ਼ਨ ਮੈਨੂਫੈਕਚਰਿੰਗ ਐਕਟੀਵਿਟੀ ਸੀਮੈਂਟ ਨਾਲ ਚੱਲਣੀ ਹੈ, 1 ਰੁਪਏ ਪ੍ਰਤੀ ਬੋਰੀ ਲਾ ਦਿੱਤਾ ਗਿਆ। ਠੀਕ ਹੈ, ਇਹ 2016 ਦੇ ਵਿੱਚ। ਫਿਰ ਇਲੈਕਟ੍ਰਿਸਿਟੀ ਯੂਨਿਟ ਦੇ ਉੱਤੇ ਵੀ 2 ਪੈਸੇ ਪਰ ਯੂਨਿਟ ਦੇ ਹਿਸਾਬ ਨਾਲ ਲਗਾ ਦਿੱਤੇ ਗਏ। ਫਿਰ ਏਸੀ ਮੈਰਿਜ ਪੈਲੇਸ ਹੈ ਤਾਂ 1000 ਰੁਪਏ ਪਰ ਫੰਕਸ਼ਨ, ਨॉन ਏਸੀ ਹੈ ਤਾਂ 500 ਰੁਪਏ ਪਰ ਫੰਕਸ਼ਨ, 4 ਵੀਲਰ ਜੇ ਸੇਲ ਹੋਣੀ ਹੈ 1000 ਰੁਪਇਆ, ਜੇ 2 ਵੀਲਰ ਸੇਲ ਹੋਣੀ ਹੈ ਤਾਂ 200 ਰੁਪਇਆ। ਇੱਦਾਂ ਅਲੱਗ-ਅਲੱਗ ਚੀਜ਼ਾਂ ਦੇ ਉੱਤੇ ਇਸ ਤਰੀਕੇ ਨਾਲ ਐਕਸਾਈਜ਼ ਆਈਟਮਸ, ਜਿਹੜੀ ਸ਼ਰਾਬ ਹੈ, ਇਹਦੇ ਉੱਤੇ ਵੀ ਕਾਓ ਸੈਸ ਲਗਾ ਦਿੱਤਾ ਗਿਆ। ਔਰ ਇਹ ਸਾਰਾ ਐਕਸਾਈਜ਼ ਡਿਪਾਰਟਮੈਂਟ ਨੇ ਇਕੱਠਾ ਕਰਨਾ ਹੈ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ ਨੇ ਇਕੱਠਾ ਕਰਨਾ ਹੈ, ਟਰਾਂਸਪੋਰਟ ਡਿਪਾਰਟਮੈਂਟ ਨੇ ਇਕੱਠਾ ਕਰਨਾ ਹੈ, ਜਾਂ ਗਵਰਨਮੈਂਟ ਦੇ ਵੱਖ-ਵੱਖ ਅਦਾਰਿਆਂ ਨੇ ਇਕੱਠਾ ਕਰਨਾ ਹੈ। ਔਰ ਇਕੱਠਾ ਕਰਕੇ ਇਹਨੂੰ ਡਿਪਾਰਟਮੈਂਟ ਆਫ ਐਨੀਮਲ ਹਸਬੈਂਡਰੀ ਨੂੰ ਦੇ ਦੇਣਾ ਹੈ, ਯਾਨੀ ਕਿ ਪਸ਼ੂ ਪਾਲਣ ਵਿਭਾਗ ਨੂੰ ਜਾਂ ਹੋਰ ਸੰਬੰਧਿਤ ਵਿਭਾਗਾਂ ਨੂੰ, ਜਿੱਦਾਂ ਕਾਰਪੋਰੇਸ਼ਨਸ ਨੇ, ਲੋਕਲ ਬਾਡੀਜ਼ ਡਿਪਾਰਟਮੈਂਟ ਨੂੰ, ਜਿਨ੍ਹਾਂ ਨੇ ਉਹ ਕਾਓ ਸ਼ੈਲਟਰ ਸਰਕਾਰੀ। ਹੁਣ ਮੈਂ ਤੁਹਾਨੂੰ ਦੱਸ ਰਿਹਾ ਕਿ ਗਊ ਦੇ ਪ੍ਰਤੀ ਸਾਡੀ ਆਸਥਾ ਇੱਦਾਂ ਦੀ ਹੈ, ਹਜ਼ਾਰਾਂ ਦੀ ਸੰਖਿਆ ਦੇ ਵਿੱਚ ਪ੍ਰਾਈਵੇਟ ਗਊਸ਼ਾਲਾਸ ਨਿੱਜੀ ਉਦਯੋਗ ਦੇ ਨਾਲ, ਨਿੱਜੀ ਐਫਰਟ ਦੇ ਨਾਲ ਬਣੀਆਂ ਹੋਈਆਂ ਨੇ, ਬਿਲਕੁਲ, ਜਿਹੜੀਆਂ ਕਿ ਲੋਕ ਕਰਾਊਡ ਫੰਡ ਕਰਕੇ ਖੁਦ ਚਲਾਉਂਦੇ ਨੇ। ਤੁਹਾਨੂੰ ਸਾਰਿਆਂ ਨੂੰ ਹੀ ਪਤਾ ਜੀ। ਉਹਨਾਂ ਗਊਸ਼ਾਲਾ ਤੋਂ ਇਲਾਵਾ ਜੇ ਉਹਨਾਂ ਨੂੰ ਵੀ ਕੋਈ ਅਨੁਦਾਨ ਦੇਣਾ ਹੈ ਤਾਂ ਉੱਥੋਂ ਦੇਣਾ ਹੈ ਜੀ। ਔਰ ਜੇਕਰ ਉਹ ਦੇਖਿਆ ਜਾਵੇ, ਸਰਕਾਰ ਨੇ ਇਹ ਤੋਂ ਇਲਾਵਾ, ਕਿਉਂਕਿ ਸਰਕਾਰ ਦੇ ਕੋਲ ਬਹੁਤ ਸਾਰੀ ਭੂਮੀ ਪਈ ਹੈ, ਲੈਂਡ ਬੈਂਕ ਪਏ ਨੇ, ਉੱਥੇ ਉਹਨੂੰ ਪ੍ਰਯੋਗ ਦੇ ਵਿੱਚ ਕਰ ਸਕਦੀ ਹੈ ਕਿ ਇਹਨਾਂ ਜਿਹੜੀਆਂ ਗਊਆਂ ਨੂੰ ਉੱਥੇ ਰੱਖਿਆ ਜਾ ਸਕੇ। ਇਸ 2012 ਦੇ ਵਿੱਚ ਜਿਹੜਾ ਸੈਂਸਸ ਹੋਇਆ ਸੀ 2011-12 ਦੇ ਵਿੱਚ, ਉਹਦੇ ਵਿੱਚ ਇਹ ਅਨੁਮਾਨ ਆਇਆ ਸੀ ਕਿ 1,10,000 ਅਵਾਰਾ ਗਊਆਂ ਨੇ ਜਿਹੜੀਆਂ ਘੁੰਮ ਰਹੀਆਂ ਨੇ। 7-8 ਸਾਲ ਪਹਿਲਾਂ ਦਾ ਜਿਹੜਾ 17-18 ਦੇ ਵਿੱਚ ਜਿਹੜਾ ਅਨੁਮਾਨ ਹੈ, ਉਹਦੇ ਵਿੱਚ ਇਹ ਆਇਆ ਕਿ 1,30,000 ਦੇ ਕਰੀਬ ਅਵਾਰਾ ਗਊਆਂ ਘੁੰਮ ਰਹੀਆਂ ਨੇ। ਔਰ ਇਸ ਚੀਜ਼ ਨੂੰ ਰੱਖਣ ਵਾਸਤੇ ਇਹ ਸੈਸ ਲਗਾਇਆ ਗਿਆ। ਲੇਕਿਨ ਔਰ ਜਿਹੜਾ ਇਹ ਸੈਸ ਹੈ, ਮੈਂ ਤੁਹਾਨੂੰ ਦੱਸ ਦੇਵਾਂ, ਕਈ ਲੋਕ ਕਹਿੰਦੇ ਨੇ, ਕੁਝ ਲੋਕ ਇਹ ਸੋਚਦੇ ਨੇ ਕਿ ਇਹ ਬੜਾ ਹਾਸੋਹਾਣਾ ਹੈ ਕਾਓ ਸੈਸ ਜੀ। ਕਾਓ ਸੈਸ ਕਿਸ ਚੀਜ਼ ਲਈ? ਮੈਂ ਤੁਹਾਨੂੰ ਇੱਥੇ ਦੱਸ ਦੇਣਾ ਚਾਹਾਂਗਾ ਕਿ ਅਲੱਗ-ਅਲੱਗ ਜੁਰਿਸਡਿਕਸ਼ਨਸ ਦੇ ਵਿੱਚ, ਜੇ ਕਹਿ ਲਈਏ ਅਲੱਗ-ਅਲੱਗ ਦੇਸ਼ਾਂ ਦੇ ਵਿੱਚ, ਅਲੱਗ-ਅਲੱਗ ਉਹਦੇ ਉੱਤੇ ਡਿਫਰੈਂਟ ਕਾਨੂੰਨ ਔਰ ਟੈਕਸਿਸ ਇਕੱਠੇ ਹੁੰਦੇ ਨੇ। ਮੈਂ ਤੁਹਾਨੂੰ ਆ ਵੀ ਦੱਸ ਦਿੰਦਾ ਕਿ ਇੱਕ
ਸਵਿਟਜ਼ਰਲੈਂਡ ਦੇਸ਼ ਹੈ, ਉੱਥੇ ਜੇ ਪਾਲਤੂ ਕੋਈ ਪਸ਼ੂ ਰੱਖਣਾ ਹੈ ਜਿਵੇਂ ਕੁੱਤਾ ਵਗੈਰਾ, ਉਹਦੇ ਉੱਤੇ ਵੀ ਟੈਕਸ ਹੈ। ਓਕੇ। ਜਦ ਕਿ ਅਸੀਂ ਉਹਨੂੰ ਮੰਨਦੇ ਹਾਂ ਕਿ ਇਹ ਫਸਟ ਵਰਲਡ ਕੰਟਰੀ ਹੈ, ਫੁੱਲੀ ਡਿਵੈਲਪਡ ਹੈ। ਇੱਕ ਆਇਰਲੈਂਡ ਹੈ। ਕਾਰਨ ਕੀ ਹੈ, ਜਦੋਂ ਗਊ ਦੇ ਅੰਦਰੋਂ ਦੀ ਗੈਸ ਨਿਕਲਦੀ ਹੈ ਤਾਂ ਉਹਦੇ ਵਿੱਚ ਮੀਥੇਨ ਵੀ ਨਿਕਲਦਾ, ਤਾਂ ਉਹਨਾਂ ਨੇ ਉਹਦੇ ਉੱਤੇ ਟੈਕਸ ਲਗਾਇਆ ਹੋਇਆ। ਓ, ਤੁਸੀਂ ਸਮਝੇ ਗੱਲ ਨੂੰ? ਉਹ ਕਾਰਨ ਕੀ ਹੈ, ਮੀਥੇਨ ਨੂੰ ਜਦੋਂ ਵਾਤਾਵਰਣ 'ਚ ਘੁਲਦਾ ਤਾਂ ਵਾਤਾਵਰਣ ਥੋੜਾ ਜਿਹਾ ਖਰਾਬੀ ਚੱਲਦਾ, ਠੀਕ ਹੈ, ਔਰ ਉਹਦੇ ਉੱਤੇ ਵੀ ਉਹਨਾਂ ਨੇ ਟੈਕਸ ਲਗਾਇਆ ਹੋਇਆ। ਹੁਣ ਸਾਡਾ ਟੈਕਸ ਇੰਨਾ ਹਾਸੋਹੀਣਾ ਤਾਂ ਨਹੀਂ ਹੈ ਜੀ। ਸਾਡਾ ਟੈਕਸ ਤਾਂ ਸਾਡੀ ਜਿਹੜੀ ਕਾਨੂੰਨਿਕ, ਵਿਧਾਨਿਕ, ਸੰਵਿਧਾਨਿਕ ਰਚਨਾ ਹੈ, ਜਿਹ 'ਚ ਕਿਹਾ ਕਿ ਪ੍ਰੀਜ਼ਰਵ ਕਰੋ ਤੇ ਇਹਨਾਂ ਨੂੰ ਵਡੋਤਰੀ ਕਰੋ, ਤੇ ਉਹਨਾਂ ਪਸ਼ੂਆਂ ਦੇ ਪ੍ਰਤੀ ਮਾਨਵੀ ਦ੍ਰਿਸ਼ਟੀਕੋਣ ਅਪਣਾਉਂਦੇ ਹੋਏ ਕਿ ਜਦੋਂ ਉਹਨਾਂ ਦਾ ਕੋਈ ਇੰਡੀਵਿਜੂਅਲ ਝਾਲੂ ਜਿਨ੍ਹਾਂ ਨੇ ਰੱਖਿਆ ਹੋਇਆ ਸੀ, ਉਹਨਾਂ ਨੇ ਉਹਨਾਂ ਨੂੰ ਕੱਢ ਦਿੱਤਾ ਹੈ ਜੀ, ਔਰ ਸਾਡੀ ਬਤੌਰ ਸਮਾਜ ਇਹ ਜ਼ਿੰਮੇਵਾਰੀ ਬਣਦੀ ਹੈ, ਤਾਂ ਉਹ ਸਰਕਾਰ ਸਾਤੋਂ ਹੀ ਥੋੜੇ ਥੋੜੇ ਪੈਸੇ ਇਕੱਠੇ ਕਰਕੇ ਜੀ, ਉਹਨਾਂ ਨੂੰ ਸ਼ੈਲਟਰ ਹੋਮ ਤੇ ਉਹਨਾਂ ਨੂੰ ਤਾਂ ਕਿ ਫੂਡ ਮੈਡੀਸਿਨ ਦੀ ਵਿਵਸਥਾ ਕੀਤੀ ਜਾ ਸਕੇ, ਇਹ ਟੈਕਸ ਲਗਾਇਆ ਗਿਆ। ਔਰ ਇਸ ਚੀਜ਼ ਨੂੰ ਅਗਰ ਦੇਖੀਏ ਤਾਂ ਇਹ ਕਿਸੇ ਵੀ ਤਰੀਕੇ ਨਾਲ ਇਹਨੂੰ ਨਾਜਾਇਜ਼ ਨਹੀਂ ਠਹਿਰਾਇਆ ਜਾ ਸਕਦਾ, ਜੀ। ਔਰ ਜੇ ਨਾਜਾਇਜ਼ ਠਹਿਰਾਇਆ ਜਾ ਸਕਦਾ ਹੁੰਦਾ ਤਾਂ ਅੱਜ ਤੱਕ ਇਹਨੂੰ ਚੈਲੰਜ ਵੀ ਹੋ ਜਾਣਾ ਸੀ। ਬਿਲਕੁਲ। ਇਹ ਉਸ ਸਮੇਂ ਦੀ ਜਿਹੜੀ ਸਰਕਾਰ ਸੀ 2016 ਚ ਪੰਜਾਬ ਸਰਕਾਰ, ਉਹਨਾਂ ਨੇ ਲਗਾਇਆ ਸੀ। ਆਪਣੇ ਸਮੇਂ ਵੀ ਉਹਨਾਂ ਨੇ ਇਕੱਠਾ ਕੀਤਾ। ਫੋਰਚੂਨੇਟਲੀ ਜਿਹੜੀ ਅੱਜ ਦੀ ਪੰਜਾਬ ਸਰਕਾਰ ਹੈ, ਜਿਹੜੀ ਇਹ ਚੱਲ ਰਹੀ ਨੇ, ਇਹਨਾਂ ਨੇ ਵੀ ਇਹਨੂੰ ਲਾਗੂ ਹੀ ਰੱਖਿਆ ਔਰ ਇਹ ਵੀ ਇਕੱਠਾ ਕਰ ਰਹੇ ਨੇ। ਲੇਕਿਨ ਕਿਤੇ ਜਿੱਥੇ ਗਲਤੀ ਜਿੱਥੇ ਹੋ ਜਾਂਦੀ ਹੈ, ਔਰ ਐਡੀ ਬੜੀ ਉਹਦੇ ਵਿੱਚ ਹੁੰਦਾ ਰਹਿੰਦਾ ਹੈ, ਇੱਦਾਂ ਇਹਦੇ ਉੱਤੇ ਕੋਈ ਉਹ ਗੱਲ ਨਹੀਂ ਹੈ। ਜੇ ਅਸੀਂ ਇਹਨੂੰ ਥੋੜਾ ਜਿਹਾ ਧਿਆਨ ਦੇ ਵਿੱਚ ਦਸੀਏ ਜਾਂ ਰੱਖੀਏ ਤਾਂ ਇੱਕ ਗਊ ਦਾ ਜਿਹੜਾ ਖਰਚਾ ਹੈ, ਜੋ ਇਹ ਗਊ ਸੈਸ ਇਕੱਠਾ ਹੋ ਰਿਹਾ ਹੈ, ਉਹਦੇ 'ਚ ਸਿਰਫ 30 ਰੁਪਏ ਹੀ ਪ੍ਰਤੀ ਸ਼ੈਲਟਰ ਦੇ ਰਹੇ ਨੇ। ਓਕੇ। ਜਦ ਕਿ ਅੰਦਾਜ਼ਾ ਇਹ ਲਗਾਇਆ ਜਾਂਦਾ ਹੈ ਕਿ 100 ਰੁਪਇਆ ਓਹੋ, ਪ੍ਰਤੀ ਦਿਨ ਦਾ ਖਰਚ ਇੱਕ ਪਸ਼ੂ ਦਾ ਹੈ। ਔਰ ਹੁਣ ਉਹ 70 ਰੁਪਏ ਕਿੱਥੋਂ ਆਣਗੇ? 70 ਰੁਪਏ ਦੇ ਵਾਸਤੇ ਫਿਰ ਬੜੀ ਦਿੱਕਤ ਆਉਂਦੀ ਹੈ, ਕਿਉਂਕਿ ਉੱਥੇ ਜਿਹੜੇ ਗਵਰਨਮੈਂਟ ਦੇ ਬਣਾਏ ਸ਼ੈਲਟਰ ਨੇ, ਜੀ, ਉੱਥੇ ਸਮੱਸਿਆ ਇਹ ਪੈਦਾ ਹੋ ਜਾਂਦੀ ਹੈ। ਪਰ ਜੇ ਅਸੀਂ ਫਿਰ ਦੇਖੀਏ, ਫਿਰ ਸਾਡਾ ਸਮਾਜ, ਮੈਂ ਇੱਥੇ ਇਹ ਨਹੀਂ ਕਹਿੰਦਾ ਕਿ ਇਕੱਲੇ ਹਿੰਦੂ ਹੀ ਕਰਦੇ ਨੇ ਜਾਂ ਹਿੰਦੂ ਹੀ ਕਰਦੇ ਹੋਣਗੇ, ਜਿਹੜਾ ਦਾ ਇਹ ਵੀ ਕਹਿਣਾ ਉਹ ਹੈ ਕਿ ਨੋ ਡਾਊਟ ਹਿੰਦੂ ਜਾਂ ਵੈਦਿਕ ਜਾਂ ਸਨਾਤਨ ਸੰਸਕ੍ਰਿਤੀ ਨੂੰ ਮੰਨਣ ਵਾਲੇ ਲੋਕ ਗਊ ਨੂੰ ਆਪਣੀ ਮਾਤਾ ਮੰਨਦੇ ਆ। ਮਾਤਾ ਇਸ ਕਰਕੇ ਮੰਨਦੇ ਆ ਕਿਉਂਕਿ ਇਹਦੇ ਬੇਸ ਤੇ ਸਾਡੀ ਸਭਿਅਤਾ ਚੱਲਦੀ ਰਹੀ ਹੈ। ਔਰ ਕਿਉਂਕਿ ਜਿਵੇਂ ਮੇਰੀ ਮਾਂ ਨੇ ਮੈਨੂੰ ਜਨਮ ਦਿੱਤਾ, ਮੈਨੂੰ ਪਾਲਿਆ ਪੋਸਿਆ, ਇਸੇ ਤਰੀਕੇ ਨਾਲ ਕਿਉਂਕਿ ਖੇਤੀ ਵੀ ਅਸੀਂ ਕਹਿੰਦੇ ਆ ਨਾ ਕਿ ਵੇਦ ਦੇ ਵਿੱਚ ਮੰਤਰ ਵੀ ਆਂਦਾ ਹੈ ਕਿ ਧਰਤੀ ਮੇਰੀ ਮਾਂ ਹੈ ਔਰ ਮੈਂ ਇਸ ਧਰਤੀ ਦਾ ਪੁੱਤਰ ਜਾਂ ਪੁੱਤਰੀ ਹਾਂ। ਔਰ ਇਸੇ ਤਰੀਕੇ ਨਾਲ ਉਹ ਜਦੋਂ ਅਸੀਂ ਦੇਖਦੇ ਹਾਂ, ਇਹ ਧਰਤੀ ਨੂੰ ਕਿਉਂ ਮਾਂ ਕਿਹਾ ਗਿਆ ਹੈ? ਕਿਉਂਕਿ ਇੱਥੇ ਦਾ ਹੀ ਜਿਹੜਾ ਅੰਨ, ਫਲ, ਵਨਸਪਤੀ ਪੈਦਾ ਹੁੰਦੀ ਹੈ, ਉਹਦੇ ਨਾਲ ਹੀ ਮੇਰਾ ਸਰੀਰ ਨੂੰ ਪੁਸ਼ਟੀ ਮਿਲਦੀ ਹੈ ਜੀ। ਇਹਦੇ ਉੱਤੇ ਹੀ ਕੰਮ ਕਰਕੇ ਮੈਂ ਸੁਖਪੂਰਵਕ ਨਿਰਵਾਹ ਕਰ ਰਿਹਾ। ਮੇਰੇ ਪੂਰਵਜਾਂ ਨੇ ਨਿਰਵਾਹ ਕੀਤਾ, ਮੇਰੀ ਆਉਣ ਵਾਲੀਆਂ ਨਸਲਾਂ ਨਿਰਵਾਹ ਕਰਨਗੀਆਂ। ਤੇ ਇਸੇ ਧਰਤੀ ਨੂੰ ਉਪਜਾਊ ਬਣਾਉਣ ਵਾਸਤੇ, ਇਹ ਅੰਨ ਨੂੰ ਉਗਾਉਣ ਵਾਸਤੇ ਗੋਵੰਸ਼ ਦਾ ਇੱਕ ਬੜਾ ਹੱਥ ਹੈ। ਇਸੇ ਲਈ ਕਿਹਾ ਗਿਆ ਹੈ ਗਾਵੋ ਵਿਸ਼ਵਸਯ ਮਾਤਰਾ, ਕਿ ਇਹ ਕੋਈ ਹਿੰਦੂ, ਮੁਸਲਮਾਨ, ਕ੍ਰਿਸਚਨ ਦੀ ਗੱਲ ਨਹੀਂ ਹੈ, ਇਹ ਸਾਰੇ ਵਿਸ਼ਵ ਦੀ ਮਾਤਾ ਹੈ। ਔਰ ਇਸ ਤਰੀਕੇ ਉਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ, ਔਰ ਮੈਂ ਫਿਰ ਗੱਲ ਸਪਸ਼ਟ ਕਰ ਦੇਣਾ ਚਾਹੁੰਦਾ, ਸਨਾਤਨ ਸੰਸਕ੍ਰਿਤੀ ਹਰ ਤਰੀਕੇ ਦੀ ਪਸ਼ੂ ਹੱਤਿਆ ਦੇ ਵਿਰੁੱਧ ਹੈ। ਬਿਲਕੁਲ, ਕੱਲੀ ਗਾਏ ਦੀ ਹੋਈ ਨਹੀਂ। ਔਰ ਇਹ ਵੀ ਕੁਤਰਕ ਹੈ ਕਿ ਤੁਸੀਂ ਗਾਂ ਨੂੰ ਤਾਂ ਚਾਹੁੰਦੇ ਹੋ, ਅਗਰ ਜੇ ਇਹ ਦੇਖਣਾ ਚਾਹੀਏ ਤਾਂ ਤੁਸੀਂ ਦੇਖਿਆ ਗਊ ਦੇ ਵਿੱਚ ਵੀ ਜਿਹੜੀ ਉਹਦੀ ਸੰਰਚਨਾ ਹੈ, ਇੱਕ ਹਮਪਾਲੀ ਹੁੰਦੀ ਹੈ, ਉਹਨੂੰ ਬੋਸ ਇੰਡੀਕਸ ਕਹਿੰਦੇ ਆ, ਜਿਹੜੀ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ। ਉਹਨੂੰ ਬੋਸ ਇੰਡੀਕਸ ਕਿਹਾ ਜਾਂਦਾ ਹੈ ਕਿ ਆਮ ਤੌਰ ਤੇ ਉਹ ਭਾਰਤੀ ਗਾਂ ਹੈ। ਨਹੀਂ ਤਾਂ ਹਿੰਦੂ ਲੋਕ ਤਾਂ ਇਹ ਕਹਿ ਸਕਦੇ ਆ, ਤੁਸੀਂ ਅੱਜ ਗਊਸ਼ਾਲਾਵਾਂ ਵਿੱਚ ਜਾ ਕੇ ਦੇਖ ਲਓ, ਜਰਸੀ ਅਮਰੀਕਨ ਗਊਆਂ ਨੂੰ ਵੀ ਉਹੀ ਮਾਨ ਸਨਮਾਨ ਮਿਲ ਰਿਹਾ ਹੈ, ਬਿਲਕੁਲ, ਜਿਹੜਾ ਕਿ ਬੋਸ ਇੰਡੀਕਸ ਯਾਨੀ ਕਿ ਭਾਰਤੀ ਗਾਂ ਨੂੰ ਮਿਲ ਰਿਹਾ। ਕਿ ਕਿਸੇ ਸਨਾਤਨੀ ਪਰੰਪਰਾ ਦੇ ਮੰਨਣ ਵਾਲੇ ਵਿਅਕਤੀ ਨੇ ਜਾਂ ਕਿਸੇ ਵੀ ਐਦਾਂ ਦਾ ਸਮੁਦਾਇ, ਚਾਹੇ ਉਹ ਸਾਡਾ ਮਾਣਯੋਗ ਅਲੱਗ-ਅਲੱਗ ਪਰੰਪਰਾਵਾਂ ਨੂੰ ਮੰਨਣ ਵਾਲੇ ਲੋਕ ਨੇ, ਚਾਹੇ ਬੁੱਧ ਪਰੰਪਰਾ ਨੂੰ ਮੰਨਣ ਵਾਲੇ ਲੋਕ ਨੇ, ਚਾਹੇ ਜੈਨ ਨੂੰ, ਚਾਹੇ ਸਿੱਖ ਨੂੰ,
ਚਾਹੇ ਸਨਾਤਨ ਸੰਸਕ੍ਰਿਤੀ ਨੂੰ, ਕਿਸੇ ਨੂੰ ਵੀ ਮੰਨਣ ਵਾਲੇ ਲੋਕ ਨੇ, ਜਦੋਂ ਉਹ ਜਾਂਦੇ ਨੇ ਗਊਸ਼ਾਲਾਵਾਂ ਦੇ ਵਿੱਚ ਜਾਂ ਆਪਣੇ ਪ੍ਰਾਈਵੇਟ ਰੂਪ ਨਾਲ ਉਹਨਾਂ ਨੇ ਗਊਆਂ ਰੱਖੀਆਂ ਹੋਈਆਂ ਨੇ ਆਪਣੇ ਆਪਣੇ ਘਰਾਂ ਦੇ ਵਿੱਚ, ਤਾਂ ਉਹ ਇਸ ਤਰੀਕੇ ਦਾ ਕੋਈ ਭੇਦਭਾਵ ਉਹਨਾਂ ਵਿੱਚ ਨਹੀਂ ਕਰਦੇ ਹਨ ਜੀ। ਔਰ ਨਹੀਂ ਤਾਂ ਦੇਖਿਆ ਜਾਵੇ ਤਾਂ ਉਹ ਕਹਿਣਗੇ ਕਿ ਸਾਡੀ ਮਾਤਾ, ਅਸੀਂ ਤਾਂ ਇਹਨੂੰ ਮਾਤਾ ਕਿਹਾ ਹੈ, ਅਸੀਂ ਤਾਂ ਇਹਨੂੰ ਮਾਤਾ ਨਹੀਂ ਕਿਹਾ ਜੀ। ਜੇ ਇਸ ਤਰੀਕੇ ਨਾਲ ਦੇਖ ਲਿਆ ਜਾਵੇ ਤਾਂ ਅਮਰੀਕਨ ਜਰਸੀ ਜਿਹੜੀਆਂ ਗਊਆਂ ਨੇ, ਕਾਰਨ ਕੀ ਹੈ ਮੈਂ ਤੁਹਾਨੂੰ ਦੱਸਦਾ। ਮੈਂ ਇਹ ਨਹੀਂ ਕਹਿੰਦਾ ਕਿ ਕੋਈ ਪਸ਼ੂ ਜ਼ਿਆਦਾ ਹੈ ਕੋਈ ਘੱਟ ਹੈ। ਤੁਸੀਂ ਅਮਰੀਕਨ ਜਾਂ ਜਰਸੀ ਗਊਆਂ ਜਾਂ ਜਿਹੜੀਆਂ ਵੀ ਵਿਦੇਸ਼ੀ ਨਸਲ ਦੀਆਂ ਗਊਆਂ ਨੇ, ਉਹਨਾਂ ਦੇ ਕੋਈ ਬਲਦ ਦੇਖੇ ਨੇ ਖੇਤਾਂ 'ਚ ਕੰਮ ਕਰਦੇ? ਉਹ ਸਿਰਫ ਬੋਸ ਇੰਡੀਕਸ ਦੀ ਜਿਹੜੀ ਮੇਲ ਪ੍ਰੋਜਨੀ ਹੈ ਉਹੀ ਬਲਦ ਬਣਦੀ ਹੈ, ਔਰ ਉਹਦੇ ਕੰਧਿਆਂ ਦੇ ਉੱਤੇ ਖੇਤੀਬਾੜੀ ਦਾ ਇੱਕ ਬੜਾ ਭਾਰੀ, ਕਿਉਂਕਿ ਟਰੈਕਟਰ ਤਾਂ ਹੁਣ ਹੋਂਦ 'ਚ ਆਏ ਨੇ, ਔਰ ਜਦ ਤੱਕ ਤੇਲ ਦੀ ਵਿਵਸਥਾ ਹੈ, ਜਦ ਤੱਕ ਹੋਰ ਆਲਟਰਨੇਟਿਵ ਐਨਰਜੀ ਹੈ, ਤਦ ਤੱਕ ਹੈ, ਲੇਕਿਨ ਜਿਹੜਾ ਨੈਚੁਰਲ ਸੋਰਸ ਹੈ ਉਹ ਤਾਂ ਇਹੀ ਰਹਿਣਾ ਜੀ। ਔਰ ਅੱਜ ਵੀ ਕਾਫੀ ਸਾਰੀ ਜਨਤਾ ਬਲਦਾਂ ਦੇ ਉੱਤੇ ਬੈਲਾਂ ਦੇ ਉੱਤੇ ਖੇਤੀ ਕਰ ਰਹੀ ਹੈ, ਮਾਲ ਢੋ ਰਹੀ ਹੈ, ਔਰ ਇਹਦੇ ਉੱਤੇ ਹੀ ਚੱਲ ਰਿਹਾ। ਤਾਂ ਉਹ ਤਾਂ ਇਹ ਵੀ ਕਹਿ ਸਕਦੇ ਨੇ ਵੀ ਠੀਕ ਹੈ, ਫਿਰ ਇਹ ਤਾਂ ਇਹੀ ਮਾਂ ਹੈ ਜੀ, ਅਸੀਂ ਤਾਂ ਇਹਨਾਂ ਹੀ ਨੂੰ ਰੱਖਾਂਗੇ। ਇਸ ਕਰਕੇ ਮੈਂ ਕਿਉਂ ਕਹਿ ਰਿਹਾ, ਸਨਾਤਨ ਸੰਸਕ੍ਰਿਤੀ ਔਰ ਇਹਦੇ ਨਾਲ ਜੁੜੀਆਂ ਜਿਹੜੀਆਂ ਸੰਸਕ੍ਰਿਤੀਆਂ ਨੇ, ਅਲੱਗ-ਅਲੱਗ ਸਾਡੇ ਗੁਰੂ ਹੋਏ ਨੇ, ਮਹਾਤਮਾ ਹੋਏ ਨੇ, ਉਹਨਾਂ ਦੇ ਅਲੱਗ-ਅਲੱਗ ਸੰਪਰਦਾਇ ਚੱਲੇ ਨੇ, ਉਹਨਾਂ ਸਾਰਿਆਂ ਨਾਲ ਜੁੜੇ ਵਿਅਕਤੀ ਇਹਨਾਂ ਗਊਸ਼ਾਲਾਵਾਂ ਨੂੰ ਜਿਹੜੀਆਂ ਕਿ ਪ੍ਰਾਈਵੇਟ ਰੂਪ ਨਾਲ ਬਣਾਈਆਂ ਹੋਈਆਂ ਨੇ, ਉਹਨਾਂ ਨੂੰ ਚਲਾ ਰਹੇ ਨੇ, ਉਹਦੇ ਵਿੱਚ ਇਹਨਾਂ ਦੀ ਸੇਵਾ ਕਰ ਰਹੇ ਨੇ, ਲੇਕਿਨ ਭੇਦਭਾਵ ਕੋਈ ਨਹੀਂ ਹੈ। ਚਾਹੇ ਉਹ ਭਾਰਤੀ ਗਾਂ ਹੈ, ਚਾਹੇ ਉਹ ਅੰਗਰੇਜ਼ੀ ਗਾਂ ਹੈ ਜਾਂ ਅਮਰੀਕਨ ਗਾਂ ਹੈ, ਸਾਰਿਆਂ ਨੂੰ ਇੱਕ ਸਮਾਨ ਦ੍ਰਿਸ਼ਟੀ ਨਾਲ ਉਹਨਾਂ ਦੀ ਉੱਥੇ ਸੇਵਾ ਹੋ ਰਹੀ ਹੈ। ਔਰ ਜੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ, ਇਸ ਚੀਜ਼ ਦੀ ਇੱਕ ਪ੍ਰਪੋਜ਼ਲ ਆਈ ਸੀ। ਉਹ ਕੀ ਕਹਿੰਦੇ ਆ ਕਿ ਜਿਹੜੀ ਸਟੇਟ ਗਵਰਨਮੈਂਟ ਹੈ, ਇਹਨੇ ਜੇ ਆਪਾਂ 2000 ਹੁਣ ਦੇ ਆંકੜੇ ਲੈ ਲਈਏ, 18-19 ਦੇ ਵਿੱਚ ਆંકੜੇ ਲੈ ਲਈਏ, ਤਾਂ ਉਹ ਕਹਿੰਦੇ ਹੈ ਕਿ 14.98 ਕਰੋੜ ਰੁਪਈਆ ਜਦੋਂ ਇਹ ਨੋਟੀਫਿਕੇਸ਼ਨ ਹੋਇਆ, ਇਕੱਠਾ ਉਸ 2016-17 ਦੇ ਵਿੱਚ ਕੀਤਾ ਗਿਆ ਜੀ। ਔਰ ਕੈਟਲ ਕਿੰਨੇ ਰੱਖੇ ਗਏ ਗਵਰਨਮੈਂਟ ਸ਼ੈਲਟਰਸ ਦੇ ਵਿੱਚ? 512। ਯਾਨੀ ਕਿ ਕਹਿਣ ਦਾ ਮਤਲਬ ਇਹ ਹੈ, ਉਸ ਟਾਈਮ ਮੈਂ ਘੁੰਮ ਕਿੰਨੇ ਰਹੇ ਸੀ? 1,10,000 ਜੀ। ਔਰ ਉਹਦੇ ਲਈ ਕੀ ਕਰਨਾ ਹੈ? ਇਹਦੇ ਲਈ ਦੋਸ਼ੀ ਇਕੱਲੀ ਸਰਕਾਰ ਨਹੀਂ ਹੈ, ਕਿਉਂਕਿ ਸਰਕਾਰ ਨੇ ਹੋਰ ਬਹੁਤ ਸਾਰੇ ਕੰਮ ਕਰਨੇ ਆ, ਹੋਰ ਸਾਰੀਆਂ ਚ ਵਿਵਸਥਾਵਾਂ ਨੂੰ ਵੀ ਦੇਖਣਾ ਹੈ, ਲੇਕਿਨ ਜਿਹੜੀ ਸਾਡੀ ਬਿਊਰੋਕ੍ਰੇਸੀ ਹੈ ਉਹਦਾ ਵੀ ਬਹੁਤ ਬੜਾ ਯੋਗਦਾਨ ਹੈ। ਜੇਕਰ ਅਸੀਂ ਇਸ ਕਾਓਸੈਸ ਨੂੰ ਪ੍ਰੋਪਰਲੀ ਯੂਟਿਲਾਈਜ਼ ਕਰਨਾ ਚਾਹੁੰਦੇ ਹਾਂ, ਪ੍ਰੋਪਰਲੀ ਇਹਨੂੰ ਦੇਖਣਾ ਚਾਹੁੰਦੇ ਹਾਂ। ਔਰ ਹੁਣ ਮੈਂ ਤੁਹਾਨੂੰ ਇੱਕ ਹੋਰ ਆંકੜੇ ਦੇ ਦਿਆਂ ਕਿ ਅਸੀਂ ਅਗਰ ਧਿਆਨ ਦੇ ਨਾਲ ਦੇਖੀਏ, 2016 ਦਾ ਆંકੜਾ ਹੈ, ਜਿਹੜੀ ਰੋਡ ਐਕਸੀਡੈਂਟਸ ਦੇ ਵਿੱਚ ਡੈਥ ਹੋਈ ਹੈ ਅਵਾਰਾ ਪਸ਼ੂਆਂ ਦੇ ਕਰਕੇ, 102 ਹੋਈਆਂ ਨੇ। ਜਿਹੜੀਆਂ ਇੰਜਰੀਆਂ ਹੋਈਆਂ ਨੇ ਉਹ 57 ਹੋਈਆਂ ਨੇ, ਜਿਹੜੀਆਂ ਰਿਕਾਰਡਡ ਹੈ। 2017 ਦੇ ਵਿੱਚ 154 ਡੈਥ ਹੋਈਆਂ ਨੇ, 127 ਇੰਜਰੀਜ਼ ਹੋਈਆਂ ਨੇ। 2018 ਦੇ ਵਿੱਚ 114 ਡੈਥ, 42 ਇੰਜਰੀਜ਼ ਹੋਈਆਂ ਨੇ। ਐਦਾਂ ਹੀ ਸਾਰੇ ਇਹ ਆંકੜੇ ਚੱਲਦੇ ਆ ਰਹੇ ਨੇ। ਔਰ ਇਹ ਕਿਉਂ ਐਦਾਂ ਹੋ ਰਿਹਾ? ਔਰ ਇਹ ਵੀ ਕਿਹਾ ਗਿਆ ਕਿ ਜਿਹੜੇ 2019 ਦੇ ਵਿੱਚ ਜਦੋਂ ਇਹਦਾ ਵਿਸ਼ਲੇਸ਼ਣ ਕੀਤਾ ਗਿਆ ਕਿ ਇਹ ਜਿਹੜਾ ਗਊ ਸੈਸ ਲਗਾਇਆ ਸੀਗਾ, ਉਹਦੇ ਤਹਿਤ ਜਿਹੜੇ ਗਵਰਨਮੈਂਟ ਦੇ ਕਾਓ ਸ਼ੈਲਟਰ ਹੋਮ ਬਣੇ ਆ, ਇਹ ਸਿਰਫ ਆਪਣੀ 50% ਕੈਪੈਸਿਟੀ ਤੇ ਹੀ ਕੰਮ ਕਰ ਰਹੇ ਨੇ। ਅੱਛਾ, 50% ਕੈਪੈਸਿਟੀ ਖਾਲੀ ਪਈ ਹੈ। ਇਹਨਾਂ ਪਸ਼ੂਆਂ ਦੇ ਅਵਾਰਾ ਘੁੰਮਣ ਦਾ ਇੱਕ ਇਹ ਵੀ ਬਹੁਤ ਬੜਾ ਕਾਰਨ ਹੈ। ਔਰ ਇਹਦੇ ਕਰਕੇ ਸਾਰੀ ਐਕਸਪੋਜ਼ਰ, ਯਾਨੀ ਕਿ ਕਹਿ ਲਓ ਐਕਸੀਡੈਂਟਸ ਦੇ ਰੂਪ ਵਿੱਚ ਪਰਿਣਤੀ, ਉਹ ਸਾਡੇ ਸਾਹਮਣੇ ਆ ਰਹੀ ਹੈ। ਔਰ ਜੇ ਦੇਖਿਆ ਜਾਵੇ, ਪ੍ਰੋਜੈਕਟਡ ਕੈਪੈਸਿਟੀ ਇਸ ਟਾਈਮ ਹੈ 1,25,000 ਗਵਰਨਮੈਂਟ ਦੀ, ਪੰਜਾਬ ਗਵਰਨਮੈਂਟ ਦੀ ਮੈਂ ਗੱਲ ਕਰ ਰਿਹਾ, ਪੰਜਾਬ ਸਰਕਾਰ ਦੀ, ਹੈ ਨਾ। ਔਰ ਜਦ ਕਿ ਉੱਥੇ 20 ਸ਼ੈਲਟਰ ਹੋਮ ਹੈ, 14,000 ਸਟ੍ਰੇ ਕੈਟਲ ਹੈ। ਔਰ ਸਟ੍ਰੇ ਕੈਟਲ ਮਤਲਬ ਜਿਹੜੇ ਅਵਾਰਾ ਘੁੰਮਦੇ ਪਏ ਨੇ, ਲੇਕਿਨ ਇਹਨਾਂ ਦੇ ਲਈ ਪ੍ਰੋਪਰ ਵਿਵਸਥਾ ਸਾਡੀ ਬਿਊਰੋਕ੍ਰੇਸੀ ਦੀ ਕਿਸੇ ਨਾ ਕਿਸੇ ਤਰੀਕੇ ਦੀ ਕਹਿ ਲਈਏ ਇਹਨਾਂ ਦੇ ਵੱਲੋਂ ਕੋਈ ਘਾਟ ਹੈ, ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਪ੍ਰੋਪਰ, ਕਿਉਂਕਿ ਜਦੋਂ ਇੱਕ ਵਿਸ਼ੇਸ਼ ਮਹਿਕਮੇ ਹਨ ਤੇ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ ਹੈ। ਸ਼ਹਿਰੀ ਇਲਾਕਿਆਂ ਦੇ ਵਿੱਚ ਕਾਰਪੋਰੇਸ਼ਨਸ, ਕਾਉਂਸਲਸ ਨੇ, ਔਰ ਪੇਂਡੂ ਇਲਾਕਿਆਂ ਦੇ ਵਿੱਚ ਵੀ ਬਣੀਆਂ ਹੋਈਆਂ ਨੇ ਸੰਸਥਾਵਾਂ, ਐਨੀਮਲ ਹਸਬੈਂਡਰੀ ਡਿਪਾਰਟਮੈਂਟ ਹੈ। ਇਹਨਾਂ ਸਾਰਿਆਂ ਨੂੰ ਇਹ ਇਨਫਰਾਸਟ੍ਰਕਚਰ ਕ੍ਰੀਏਟ ਕਰਨਾ ਚਾਹੀਦਾ ਹੈ।
ਔਰ ਮੈਂ ਤੁਹਾਨੂੰ ਦੱਸਦਾ 510 ਪ੍ਰਾਈਵੇਟ ਗਊਸ਼ਾਲਾਵਾਂ ਵੀ ਇੱਥੇ ਵਰਕ ਕਰ ਰਹੀਆਂ ਨੇ, ਜਿਹੜੀਆਂ ਲੋਕਾਂ ਨੇ ਖੋਲੀਆਂ ਹੋਈਆਂ ਨੇ। ਔਰ ਜਿਹੜੇ 510 ਪ੍ਰਾਈਵੇਟ ਗਊਸ਼ਾਲਾਵਾਂ ਨੇ, ਕਿਉਂਕਿ ਇਹ ਦੱਸਣਾ ਬਹੁਤ ਜ਼ਰੂਰੀ ਹੈ, ਕਿਉਂਕਿ ਤੁਸੀਂ ਕਿਹਾ ਵੀ ਇੱਕ ਵਰਗ ਵਿਸ਼ੇਸ਼ ਨੂੰ ਕਿਹਾ ਜਾਂਦਾ ਕਿ ਇਹਨਾਂ ਦੀ ਮਾਂ ਹੈ ਜਾਂ ਹੈ ਇਹਦੇ ਵਿੱਚ ਕੋਈ ਗੁੱਸਾ ਮੰਨਣ ਵਾਲੀ ਗੱਲ ਨਹੀਂ ਹੈ, ਦੁਰਭਾਵਨਾ ਵਾਲੀ ਗੱਲ ਨਹੀਂ ਹੈ। ਸਨਾਤਨ ਪਰੰਪਰਾ ਇਹ ਕਹਿੰਦੀ ਹੈ ਉਹ ਸਾਡੀ ਵੀ ਮਾਂ ਹੈ, ਉਹ ਤੁਹਾਡੀ ਵੀ ਮਾਂ ਹੈ, ਸਾਡੇ ਸਾਰਿਆਂ ਦੀ ਮਾਂ ਹੈ। ਉਹਨਾਂ ਪ੍ਰਾਈਵੇਟ 510 ਗਊਸ਼ਾਲਾਵਾਂ ਦੇ ਵਿੱਚ 3,84,000 ਸਟ੍ਰੇ ਕੈਟਲ ਰੱਖੀਆਂ ਹੋਈਆਂ ਨੇ। ਇਹ ਮੈਂ ਤੁਹਾਨੂੰ ਇਹ ਕਰ ਰਿਹਾ ਕਿਉਂਕਿ ਸਵਾਲ ਕਰਨ ਵਾਲੇ ਕਹਿ ਸਕਦੇ ਨੇ ਕਿ ਉਹਨਾਂ ਨੇ ਕਿਉਂ ਨਹੀਂ ਰੱਖੀਆਂ, ਜਿਹੜੀਆਂ ਆਲਰੇਡੀ ਚੱਲ ਰਹੀਆਂ। ਗਵਰਨਮੈਂਟ ਦੇ ਉੱਤੇ ਕਿਉਂ ਦੇਖ ਰਹੇ ਹੋ? ਗਵਰਨਮੈਂਟ ਦੇ ਉੱਤੇ ਦੇਖਣ ਦੇ ਦੋ ਕਾਰਨ ਹੈ। ਇੱਕ, ਉਹਨਾਂ ਕੋਲ ਕਾਊ ਸੈਸ ਦੇ ਰੂਪ ਨਾਲ ਪੈਸਾ ਇਕੱਠਾ ਹੁੰਦਾ ਹੈ। ਮੈਂ ਇਹ ਨਹੀਂ ਕਹਿੰਦਾ ਕਿ ਉਹ ਪ੍ਰਾਈਵੇਟ ਗਊਸ਼ਾਲਾਵਾਂ ਨੂੰ ਗਵਰਨਮੈਂਟ ਨਹੀਂ ਦਿੰਦੀ, ਉਹ ਦਿੰਦੀ ਹੋਏਗੀ, ਲੇਕਿਨ ਮੈਂ ਫਿਰ ਵੀ ਇਹ ਕਹਿਦਾ ਕਿ ਜਿਹੜੀ ਪ੍ਰਾਈਵੇਟ ਗਊਸ਼ਾਲਾ ਦੇ ਵਿੱਚ 3,84,000 ਗਊਆਂ ਰੱਖੀਆਂ ਹੋਣ ਦੇ ਬਾਵਜੂਦ ਵੀ 1 ਲੱਖ ਦੇ ਕਰੀਬ ਪਸ਼ੂ ਐਦਾਂ ਦੇ ਨੇ ਜਿਹੜੇ ਕਿ ਅਵਾਰਾ ਘੁੰਮ ਰਹੇ ਨੇ, ਅੱਜ ਵੀ ਘੁੰਮ ਰਹੇ ਨੇ ਸੜਕਾਂ ਤੇ, ਅੱਜ ਵੀ ਘੁੰਮ ਰਹੇ ਨੇ। ਔਰ ਇਸ ਚੀਜ਼ ਨੂੰ ਬੜਾ ਹੀ, ਔਰ ਇਹ ਕਿਉਂ ਹੋਇਆ? ਜਿਹੜੇ ਮੇਨਟੇਨੈਂਸ ਆਫ ਕਾਊ ਸ਼ੈਲਟਰਸ ਹੈ, ਮੈਨੇਜਮੈਂਟ ਆਫ ਸਟ੍ਰੇ ਕੈਟਲ ਹੈ ਜਾਂ ਸਟ੍ਰੇ ਕੁੱਤੇ ਜਾਂ ਹੋਰ ਪਸ਼ੂ ਘੁੰਮਦੇ ਨੇ, ਇਹਨਾਂ ਨੂੰ ਕਰਨ ਦੀ ਜ਼ਿੰਮੇਵਾਰੀ ਸਾਡੇ ਸਮਾਜ ਨੇ ਸਾਡੀ ਸਰਕਾਰ ਨੂੰ ਸੌਂਪੀ ਹੋਈ ਹੈ ਜੀ, ਔਰ ਅਸੀਂ ਸਰਕਾਰ ਦਾ ਸਹਿਯੋਗ ਕਰਨਾ। ਬਿਲਕੁਲ। ਔਰ ਇਸ ਚੀਜ਼ ਨੂੰ ਆਪਾਂ ਧਿਆਨ ਦੇ ਵਿੱਚ ਨਹੀਂ ਲੈ ਰਹੇ। ਔਰ ਜੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ, ਪੰਜਾਬ ਵਿਧਾਨ ਸਭਾ ਦੇ ਵਿੱਚ, ਕਿਉਂਕਿ ਵਿਧਾਨ ਸਭਾ ਨੇ ਹੀ ਕਾਰਜਪਾਲਿਕਾ ਐਗਜ਼ੈਕਟਿਵ ਦੇ ਉੱਤੇ, ਬਿਊਰੋਕ੍ਰੇਸੀ ਦੇ ਉੱਤੇ ਨਜ਼ਰ ਰੱਖਣੀ ਹੁੰਦੀ ਹੈ, ਉੱਥੇ ਇੱਕ ਕਮੇਟੀ ਬਣੀ ਹੋਈ ਹੈ, ਦਾ ਪੰਜਾਬ ਵਿਧਾਨ ਸਭਾ ਕਮੇਟੀ ਔਨ ਗਵਰਨਮੈਂਟ ਐਸ਼ੋਰੈਂਸਿਸ, ਕਿ ਜਿਹੜੀ ਗਵਰਨਮੈਂਟ ਹੈ, ਸਰਕਾਰ ਐਸ਼ੋਰ ਕਰ ਦਿੰਦੀ ਹੈ ਵੀ ਅਸੀਂ ਆਹ ਕਰਾਂਗੇ ਆਹ ਕਰਾਂਗੇ। ਉਹਨਾਂ ਨੇ ਕੀਤਾ ਜਾਂ ਨਹੀਂ, ਉਹ ਇੱਕ ਕਮੇਟੀ ਬਣਾ ਦਿੰਦੀ ਹੈ ਆਪਣੇ ਐਮਐਲਏਸ ਦੀ ਜੀ। 13 ਉਹਦੇ ਮੈਂਬਰ ਨੇ। ਸ਼੍ਰੀ ਇੰਦਰਬੀਰ ਸਿੰਘ ਸਰਕਾਰ ਬੁਲਾਰੀਆ, ਇਹ ਜਿਹੜੇ ਅੰਮ੍ਰਿਤਸਰ ਤੋਂ ਐਮਐਲਏ ਨੇ ਜੀ, ਇੰਡੀਅਨ ਨੈਸ਼ਨਲ ਕਾਂਗਰਸ ਦੇ ਨੇ, ਇਹ ਉਹਦੇ ਚੇਅਰਮੈਨ ਨੇ। ਬਾਕੀ ਜਿਹੜੇ 12 ਸਦੱਸਿਆ ਹੈ, ਅਲੱਗ-ਅਲੱਗ ਦਲਾਂ ਦੇ ਐਮਐਲਏ ਉਹਦੇ ਮੈਂਬਰ ਨੇ ਜੀ। ਇਹਨਾਂ ਨੇ ਇੱਕ ਰਿਪੋਰਟ ਇਸ ਸਾਲ ਹੀ ਵਿਧਾਨ ਸਭਾ ਦੇ ਵਿੱਚ ਦਿੱਤੀ ਹੈ ਜੀ। ਉਹ ਰਿਪੋਰਟ ਕੀ ਹੈ? ਉਹ ਕਹਿੰਦੇ ਆ ਕਿ 2018-19 ਦੇ ਵਿੱਚ 71 ਕਰੋੜ ਐਕਸਾਈਜ਼ ਡਿਪਾਰਟਮੈਂਟ ਨੇ ਕਲੈਕਟ ਜਿਹੜਾ ਕੀਤਾ ਹੋਇਆ ਕਾਊ ਸੈਸ ਦੇ ਨਾਮ ਤੇ, ਉਹ ਹਲੇ ਤੱਕ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਨਹੀਂ ਕਰਵਾਇਆ। ਜਿਹੜੇ ਅਲੱਗ-ਅਲੱਗ ਡਿਪਾਰਟਮੈਂਟ ਨੇ ਜਿਹੜੇ ਕਾਊ ਸੈਸ, ਜਿਨ੍ਹਾਂ ਨੇ ਕਾਊ ਸੈਸ ਇਕੱਠਾ ਕਰਨਾ ਸੀ, ਜਿਹੜਾ ਐਕਸਾਈਜ਼ ਡਿਪਾਰਟਮੈਂਟ ਹੈ, ਜਿਹੜਾ ਸ਼ਰਾਬ ਦੇ ਉੱਤੇ, ਕਾਰਨ ਕੀ ਹੈ? ਇੱਕ ਤਾਂ ਫੋਰਨ ਲਿਕਰ ਹੈ ਜੀ, ਉਹਦੇ ਉੱਤੇ ਟੈਕਸ ਲੱਗਦਾ ਹੈ। ਜਿਹੜਾ ਇੰਡੀਅਨ ਮੇਡ ਫੋਰਨ ਲਿਕਰ ਹੈ, 10 ਰੁਪਏ ਹਰ ਬੋਤਲ ਦੇ ਉੱਤੇ ਕਾਊ ਸੈਸ ਹੈ। ਔਰ ਜਿਹੜਾ ਪੰਜਾਬ ਮੇਡ ਲਿਕਰ ਐਂਡ ਬੀਅਰ ਹੈ, ਉਹਦੇ ਤੇ 5 ਰੁਪਏ ਪਰ ਬੋਤਲ ਦੇ ਉੱਤੇ ਟੈਕਸ ਹੈ। ਇਹ ਐਕਸਾਈਜ਼ ਮਹਿਕਮਾ ਇਕੱਠਾ ਕਰਦਾ ਹੈ ਨਾ, ਕਿਉਂਕਿ ਐਕਸਾਈਜ਼ ਠੇਕੇ ਦਿੰਦਾ ਜੀ। ਉਹਨਾਂ ਦੀ ਰਿਪੋਰਟ ਦੇ ਮੁਤਾਬਿਕ ਬਈ ਗਵਰਨਮੈਂਟ ਦੀ ਟ੍ਰੇਜਰੀ ਖਜ਼ਾਨੇ ਦੇ ਵਿੱਚ, ਕਿਉਂਕਿ ਖਜ਼ਾਨੇ ਚੋਂ ਹੀ ਆਬੰਟਨ ਹੋਣਾ ਹੈ ਨਾ ਅੱਗੇ, ਜੀ, ਚਾਹੇ ਉਹ ਲੋਕਲ ਬੋਡੀਜ਼ ਨੂੰ ਜਾਣਾ ਹੈ, ਚਾਹੇ ਉਹ ਗਊਸ਼ਾਲਾ ਦੇ ਵਿੱਚ ਜਾਣਾ ਹੈ ਜਾਂ ਜਿੱਦਾਂ ਵੀ ਜਾਣਾ ਹੈ, ਜਾਂ ਐਨੀਮਲ ਹਸਬੈਂਡਰੀ ਡਿਪਾਰਟਮੈਂਟ 'ਚ ਜਾਣਾ ਹੈ। 71 ਕਰੋੜ ਰੁਪਇਆ 18-19 ਦਾ ਹੀ ਜਿਹੜਾ ਇਕੱਠਾ ਕੀਤਾ ਹੋਇਆ, ਹਲੇ ਤੱਕ ਉਸ ਪੈਸੇ ਦੇ ਵਿੱਚੋਂ 71 ਕਰੋੜ ਐਕਸਾਈਜ਼ ਡਿਪਾਰਟਮੈਂਟ ਨੇ ਜਮ੍ਹਾਂ ਨਹੀਂ ਕਰਵਾਇਆ। ਉਹ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ ਨੇ 13 ਕਰੋੜ ਰੁਪਈਆ ਨਹੀਂ ਕਰਵਾਇਆ। ਓਹੋ, ਇਹ ਤੁਸੀਂ ਸਵਾਲ ਇਹ ਕੀਤਾ ਵੀ ਇਹ ਕਿਉਂ ਅਵਾਰਾ ਪਸ਼ੂ ਘੁੰਮਦੇ? ਤਾਂ ਜਦੋਂ ਖਜ਼ਾਨੇ 'ਚ ਇਹਨਾਂ ਮਹਿਕਮੇ ਨੇ, ਔਰ ਸਰਕਾਰ ਦੇ ਹੀ ਮਹਿਕਮੇ ਨੇ, ਬਿਲਕੁਲ, ਔਰ ਇਹ ਇੱਥੇ ਕਮੀ ਕਿਉਂ ਆ ਰਹੀ ਹੈ? ਮੈਂ ਕਹਿੰਦਾ ਕੋਆਰਡੀਨੇਸ਼ਨ। ਅਲੱਗ-ਅਲੱਗ ਮਹਿਕਮਿਆਂ ਨੂੰ ਆਪਸ ਦੇ ਵਿੱਚ ਕੋਆਰਡੀਨੇਟ ਹੋ ਕੇ ਚੱਲਣਾ ਚਾਹੀਦਾ ਹੈ। ਹੁਣ ਜਿਹੜੀ ਚੀਜ਼ ਹੈ, ਇਹ ਪੰਜਾਬ ਵਿਧਾਨ ਸਭਾ ਕਮੇਟੀ ਔਨ ਗਵਰਨਮੈਂਟ ਐਸ਼ੋਰੈਂਸਿਸ ਦੀ ਰਿਪੋਰਟ ਹੈ, ਔਰ ਉਹ ਕਹਿੰਦੇ ਕਿ ਜਦੋਂ ਕਰੋੜਾਂ ਰੁਪਏ ਇਕੱਠੇ ਹੋਏ ਸੀਗੇ, ਇਹਨੂੰ ਹਲੇ ਤੱਕ ਆਪਾਂ ਜਮ੍ਹਾਂ ਨਹੀਂ ਕਰਵਾ ਸਕੇ। PSPCL ਨੇ ਵੀ ਇਕੱਠਾ ਕਰ ਲਿਆ ਹੋਇਆ, ਲੇਕਿਨ ਉਹ ਸਰਕਾਰ ਨੂੰ ਫਾਰਵਰਡ ਨਹੀਂ ਕੀਤਾ ਉਹ ਪੈਸਾ ਹਲੇ ਤੱਕ। ਹੁਣ ਇਹਦੀ 2020-21 ਦੀ ਜਿਹੜੀ ਇਸ ਕਮੇਟੀ ਨੇ ਆਪਣੀ 50ਵੀਂ ਰਿਪੋਰਟ ਸਬਮਿਟ ਕੀਤੀ ਹੈ। ਔਰ ਕਦੋਂ ਕੀਤੀ ਸੀ? ਜਿਹੜਾ ਪਿਛਲਾ ਬਜਟ ਸੈਸ਼ਨ ਗਿਆ ਉਹਦੇ ਵਿੱਚ ਕੀਤੀ ਸੀ। ਔਰ ਹੁਣ ਉਹਦੇ ਵਿੱਚ ਦੇਖੀਏ, ਲੋਕਲ ਬੋਡੀਜ਼ ਡਿਪਾਰਟਮੈਂਟ ਦੇ, ਯਾਨੀ ਕਿ ਜਿਹੜੇ ਕਾਰਪੋਰੇਸ਼ਨਸ ਵਗੈਰਾ ਚਲਾਉਂਦੇ ਨੇ ਜੀ, ਅਫਸਰਸ਼ਾਹੀ ਹੈ, ਬਿਊਰੋਕਰੇਟਸ ਨੇ, ਜਾਂ ਰੂਰਲ ਡਿਵੈਲਪਮੈਂਟ ਤੇ ਪੰਚਾਇਤ ਸੀ ਅਫਸਰਸ਼ਾਹੀ ਹੈ, ਇਹਨਾਂ ਦੇ ਵਿੱਚ ਵੀ ਜਦੋਂ ਤੱਕ ਪੈਸਾ ਨਹੀਂ ਜਾਏਗਾ, ਔਰ ਜਦ ਇਹ ਪੈਸਾ ਨਹੀਂ ਜਾਏਗਾ ਤਾਂ ਉਹ ਆਪਾਂ ਇਹ ਲਗਾਈਏ,
ਇਹ ਜਿਹੜਾ ਪੈਸਾ ਹੈ ਉਹ ਯੂਜ਼ ਕਿੱਦਾਂ ਹੋਏਗਾ ਜੀ ਔਰ ਇੱਕ ਅਵਾਰਾ ਪਸ਼ੂਆਂ ਦੀ ਸਮੱਸਿਆਵਾਂ ਵੀ ਕਿੱਦਾਂ ਖਤਮ ਹੋਣਗੀਆਂ। ਬਿਲਕੁਲ। ਔਰ ਇੰਟਰਸਟਿੰਗਲੀ ਮੈਂ ਤੁਹਾਨੂੰ ਹੋਰ ਗੱਲ ਦੱਸ ਦਿਆਂ, 71 ਕਰੋੜ ਜਿਹੜਾ ਐਕਸਾਈਜ਼ ਡਿਪਾਰਟਮੈਂਟ ਨੇ ਇਕੱਠਾ ਕੀਤਾ। ਹੁਣ ਦੇਖੋ ਪੰਜਾਬ ਦੇ ਵਿੱਚ ਇੱਕ ਰੂਰਲ ਏਰੀਆ, ਇੱਕ ਅਰਬਨ ਏਰੀਆ ਹੈ। ਇਹਦੇ ਵਿੱਚ 27 ਕਰੋੜ ਰੁਪਇਆ ਰੂਰਲ ਏਰੀਆ ਤੋਂ ਇਕੱਠਾ ਕੀਤਾ ਗਿਆ ਔਰ 44 ਕਰੋੜ ਰੁਪਇਆ ਅਰਬਨ ਏਰੀਆ ਤੋਂ ਇਕੱਠਾ ਕੀਤਾ ਗਿਆ। ਕਹਿਣ ਦਾ ਮਤਲਬ ਇਹ ਹੈ, ਇਹ ਇਹਦਾ ਜਿਹਨੂੰ ਕਹਿੰਦੇ ਆ ਵੀ ਅਲੱਗ-ਅਲੱਗ ਅਗਰ ਇਹਦੇ ਵਿਖੰਡਨ ਕਰਕੇ ਦੇਖ ਲਈਏ ਵੀ ਕਿੱਥੋਂ ਕਿੱਥੋਂ ਇਹ ਪੈਸਾ ਆਇਆ, ਇਹ ਸਾਰਾ ਗਵਰਨਮੈਂਟ ਨੂੰ ਦੇ ਐਕਸਾਈਜ਼ ਡਿਪਾਰਟਮੈਂਟ ਨੇ ਇਕੱਠਾ ਕਰ ਲਿਆ। ਐਗਜ਼ੈਕਟ ਫਿਗਰ ਜਿੱਦਾਂ ਮੈਂ ਤੁਹਾਨੂੰ ਅੰਦਾਜ਼ਾ 13 ਕਰੋੜ ਪੀਐਸਪੀਸੀਐਲ ਕੋਲ ਦੱਸਿਆ, 12.92 ਕਰੋੜ ਦੀ ਫਿਗਰ ਉਹਨਾਂ ਨੇ ਇਹਦੇ ਵਿੱਚ ਦੱਸੀ ਹੋਈ ਸੀਗੀ ਜੀ। ਔਰ ਇਹ ਵੀ ਇਹਦੇ ਵਿੱਚ ਦੱਸਿਆ ਗਿਆ ਵੀ ਜਿਹੜੇ ਲੋਕ ਮਰ ਰਹੇ ਨੇ, ਜਿਹੜੇ ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਕਰਕੇ, ਔਰ ਉਹ ਐਕਸੀਡੈਂਟ ਲਗਾਤਾਰ ਇਨਕਰੀਜ਼ ਹੋ ਰਹੇ ਨੇ, ਲਗਾਤਾਰ ਵੱਧ ਰਹੇ ਨੇ। ਔਰ ਇਹ ਡਿਟੇਲਡ ਰਿਪੋਰਟ ਵਿਧਾਨ ਸਭਾ ਦੇ ਵਿੱਚ ਪਈ ਹੈ ਔਰ ਉਹਦੇ ਵਿੱਚ ਇਹ ਵੀ ਕਿਹਾ ਵੀ ਕੋਆਰਡੀਨੇਸ਼ਨ ਦੀ ਕਮੀ ਹੈ। ਗਵਰਨਮੈਂਟ ਨੂੰ ਚੇਤਾਇਆ ਵੀ ਗਿਆ ਹੈ ਔਰ ਜੇ ਇਸ ਤਰੀਕੇ ਨਾਲ ਕੀਤਾ ਜਾਵੇ ਤਾਂ ਉਹਨਾਂ ਨੇ ਇੱਕ ਬੜੀ ਹੀ ਇੰਪੋਰਟੈਂਟ ਗੱਲ ਕਹੀ ਹੈ, ਪੀਪੀਪੀ ਹੁੰਦਾ, ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ। ਕਿ ਆ ਜਿਹੜੇ ਗਵਰਨਮੈਂਟ ਰਨ ਸ਼ੈਲਟਰ ਨੇ, ਸਾਡੇ ਬਿਊਰੋਕਰੇਟ ਦੇ ਵਿੱਚ ਨਾ ਤਾਂ ਉਹਨਾਂ ਕੋਲ ਇੰਨਾ ਸਮਾਂ ਜੀ, ਨਾ ਹੀ ਉਸ ਤਰੀਕੇ ਦੀ ਭਾਵਨਾ ਰਹੀ ਹੈ ਬਿਲਕੁਲ, ਕਿ ਉਹ ਖੁਦ ਚਲਾ ਸਕਣ। ਜੀ। ਉਹ ਇਹ ਕਹਿੰਦੇ ਹੈ ਕਿਉਂਕਿ ਪਹਿਲਾਂ ਕੀ ਹੈ, ਇਹ ਬਣਿਆ ਹੋਇਆ ਕਿ ਇੱਕ ਸੰਸਥਾ ਜਾਂ ਇੱਕ ਵਿਅਕਤੀ ਸਿਰਫ ਇੱਕ ਲਿਮਿਟਿਡ ਅਦਾਰਾ ਹੀ ਲੈ ਸਕਦਾ ਸੀ ਜੀ। ਉਹ ਇਹ ਕਹਿੰਦੇ ਕਿ ਅਗਰ ਇੱਕ ਸੰਸਥਾ ਕੁਝ 10 ਕਾਊ ਸ਼ੈਲਟਰ ਚਲਾਣਾ ਚਾਹੁੰਦੀ ਨੇ, ਦੇ ਦਿਓ ਉਹਨੂੰ। ਜੇ ਉਹ ਪ੍ਰੋਫੈਸ਼ਨਲ ਲਾਈਨਸ ਦੇ ਉੱਤੇ ਚਲਾ ਸਕਣ ਦੇ ਵਿੱਚ ਸક્ષਮ ਹੈ ਤਾਂ ਦੇ ਦਿਓ। ਅੱਛਾ, ਉਹਦੀ ਸੁਪਰਵਿਜ਼ਨ ਤੁਸੀਂ ਕਰ ਲਓ, ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਮਾਡਲ ਦੇ ਉੱਤੇ ਇਹਨੂੰ ਦੇ ਦਿਓ ਜੀ। ਇਹ ਵੀ ਉਹਨਾਂ ਨੇ ਰეკਮੈਂਡ ਕੀਤਾ ਹੈ। ਪਰ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿਆਂ ਕਿ ਇਹ ਜਿਹੜਾ ਮਾਡਲ ਹੈ, ਹਲੇ ਸਰਕਾਰੀ ਜਾਮਾ ਚਾਹੇ ਇਹਨੂੰ ਪਨਾਣਾ ਹੈ, ਵਿਧਾਨਿਕ ਜਾਮਾ ਚਾਹੇ ਇਹਨੂੰ ਪਹਿਨਾਣਾ ਹੋਵੇ, ਲੇਕਿਨ ਅੱਜ ਤੱਕ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਮਾਡਲ ਆਲਰੇਡੀ ਚੱਲ ਰਿਹਾ ਹੈ। ਓਕੇ। ਜੇ ਆਪਾਂ ਦੇਖੀਏ ਜਿਹੜੀਆਂ ਗਊਸ਼ਾਲਾ ਲੋਕਾਂ ਨੇ ਇਕੱਠੇ ਹੋ ਕੇ ਚਾਲੂ ਕੀਤੀਆਂ ਹੋਈਆਂ ਨੇ, ਜੀ ਜੀ, ਅਸੀਂ ਸਾਰੇ ਲੋਕ ਭਾਰਤ ਦੇ ਨਾਗਰਿਕ ਹੀ ਹੈ, ਅਸੀਂ ਇਹਨਾਂ ਨੂੰ ਚਲਾ ਰਹੇ ਹਾਂ। ਔਰ ਕਈ ਵਾਰ ਸਾਡੇ ਜਿਹੜੇ ਇਲਾਕੇ ਦੇ ਐਮਐਲਏ ਸਾਹਿਬ ਹੁੰਦੇ ਨੇ, ਐਮਪੀ ਸਾਹਿਬ ਹੁੰਦੇ ਨੇ, ਜਾਂ ਹੋਰ ਜਿਹੜੇ ਸਾਡੀ ਸਰਕਾਰਾਂ ਦੇ ਅਲੱਗ-ਅਲੱਗ ਮਹਿਕਮੇ ਹੁੰਦੇ ਨੇ, ਉਹ ਵੀ ਇਹਨਾਂ ਨੂੰ ਕਦੀ ਮੈਡੀਸਿਨ ਦੇ ਰੂਪ ਵਿੱਚ, ਕਦੀ ਫੋਡਰ ਦੇ ਰੂਪ ਦੇ ਵਿੱਚ, ਕਦੀ ਸ਼ੈਲਟਰ ਨੂੰ ਚਲਾਉਣ ਦੇ ਰੂਪ ਦੇ ਵਿੱਚ ਕੋਈ ਨਾ ਕੋਈ ਅਨੁਦਾਨ ਬਿਲਕੁਲ ਦਿੰਦੇ ਰਹਿੰਦੇ ਨੇ। ਜੀ ਜੀ। ਔਰ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਮਾਡਲ ਚੱਲ ਰਿਹਾ ਹੈ ਜੀ। ਔਰ ਇਹਨੂੰ ਅੱਗੇ ਵਧਾਉਣ ਦੀ ਲੋੜ ਹੈ ਤਾਂ ਕਿ ਇਹ ਜਿਹੜੀ ਸਾਰੀ ਸਮੱਸਿਆ ਹੈ ਇਹਨੂੰ ਕਾਬੂ ਕੀਤਾ ਜਾ ਸਕੇ। ਜਿਹੜੀ ਤੁਸੀਂ ਪੀਪੀਪੀ ਦੀ ਗੱਲ ਕੀਤੀ, ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ, ਹਾਂਜੀ। ਜੇ ਮੰਨ ਲਓ ਕੋਈ ਅਸੀਂ ਜੇ ਗੱਲ ਕਰੀਏ ਕਿ ਕੋਈ ਸੰਸਥਾ ਇੱਛੁਕ ਹੈਗੀ ਆ ਕਿ ਚਲੋ ਅਸੀਂ 5 ਗਊਸ਼ਾਲਾ ਜਿਹੜੀਆਂ ਹੈਗੀਆਂ ਉਹ ਅਡਾਪਟ ਕਰ ਲੈਂਦੇ ਆ, ਤੇ ਜੋ ਕੋਸਟ ਸਰਕਾਰ ਇਕੱਠਾ ਕਰ ਰਹੀ ਹੈ, ਕੀ ਉਹਨਾਂ ਨੂੰ ਉਹਦੇ ਵਿੱਚੋਂ ਫੰਡਿੰਗ ਹੋਏਗੀ, ਉਹਨਾਂ ਦੀ ਹੈਲਪ ਹੋਏਗੀ? ਦੇਖੋ, ਜਿਹੜੇ ਸਰਕਾਰੀ ਸ਼ੈਲਟਰ ਹੈ ਉਹ ਤਾਂ ਟੋਟਲੀ ਸਰਕਾਰ ਹੀ ਉਹਨੂੰ ਦੇਗੀ ਜੀ। ਔਰ ਇਹ ਕਿਉਂ ਹੈ, ਪ੍ਰਾਈਵੇਟ ਐਂਟੀਟੀ ਨੂੰ ਕਿਉਂ ਇਨਵੋਲਵ ਕੀਤਾ ਗਿਆ ਹੈ, ਤਾਂ ਕਿ ਉਹ ਕਮਿਊਨਿਟੀ ਪਾਰਟਿਸਿਪੇਸ਼ਨ ਇਨਸ਼ੋਰ ਕਰੇ। ਕਮਿਊਨਿਟੀ ਪਾਰਟਿਸਿਪੇਸ਼ਨ ਕਿੱਦਾਂ ਹੈ, ਸਾਡੇ ਇੱਥੇ ਘਰਾਂ ਦੇ ਵਿੱਚ ਅੱਜ ਵੀ ਪਹਿਲੀ ਰੋਟੀ ਗਊ ਦੀ ਨਿਕਲਦੀ ਹੈ ਜੀ। ਜਦੋਂ ਪਹਿਲੀ ਰੋਟੀ ਗਊ ਦੀ ਨਿਕਲਦੀ ਹੈ ਤਾਂ ਤੁਹਾਡੀ ਕਮਾਈ ਦਾ ਵੀ ਜਿਹੜਾ ਪਹਿਲਾ ਹਿੱਸਾ ਹੈ ਅਸੀਂ ਗਊ ਪਾਲਣ ਦੇ ਉੱਤੇ, ਅਸੀਂ ਪਸ਼ੂਆਂ ਦੇ ਉੱਤੇ ਦਿੰਨੇ ਹਾਂ। ਉਹ ਜਿਹੜੀ ਕਮਿਊਨਿਟੀ ਪਾਰਟਿਸਿਪੇਸ਼ਨ ਹੈ, ਤੁਸੀਂ ਇੱਥੇ ਦੇਖਿਆ ਹੋਣਾ, ਇੱਕ ਗਊਸ਼ਾਲਾ ਹੈ ਸਾਡੇ ਬੜੇ ਹੀ ਅੱਛੇ ਲੋਕ ਫਗਵਾੜੇ ਦੇ ਵਿੱਚ ਵੀ ਚਲਾ ਰਹੇ ਨੇ। ਉਹਨਾਂ ਨੇ ਸ਼ਹਿਰ ਦੇ ਅਲੱਗ-ਅਲੱਗ ਵਪਾਰਿਕ ਅਦਾਰਿਆਂ ਦੇ ਵਿੱਚ ਇੱਕ ਛੋਟੀਆਂ ਗੁਲਕਾਂ ਰੱਖ ਦਿੱਤੀਆਂ ਸੀ ਜੀ ਕਿ ਅਗਰ ਕੋਈ ਵਿਅਕਤੀ ਆਂਦਾ ਹੈ, ਕੋਈ 5 ਰੁਪਏ ਪਾ ਗਿਆ, ਕੋਈ 10 ਰੁਪਏ ਪਾ ਗਿਆ, ਉੱਥੇ ਕਰੋ। ਮਹੀਨੇ ਬਾਅਦ ਉਹਨਾਂ ਦੇ ਬੰਦੇ ਉੱਥੇ ਜਾਂਦੇ ਸੀਗੇ ਜਿਹੜੇ ਗਊ ਸੇਵਕ ਹੈ, ਔਰ ਉੱਥੋਂ ਉਹ ਜੋ ਅਨੁਦਾਨ ਇਕੱਠਾ ਹੋਇਆ ਆਪੇ ਖੋਲ ਕੇ ਲੈ ਆਉਂਦੇ ਸੀਗੇ। ਦੁਕਾਨਦਾਰ ਦਾ ਇਹੀ ਸਹਿਯੋਗ ਹੁੰਦਾ ਸੀ ਕਿ ਉਹਨੇ ਰੱਖਿਆ ਹੋਇਆ। ਬਿਲਕੁਲ। ਪਾਣਾ ਗਾਹਕਾਂ ਨੇ ਆ, ਉਹਦੇ ਨੇ ਵੋਲੰਟਰੀ ਹੈ ਜੀ। ਕਹਿਣ ਦਾ ਮਤਲਬ ਕਰਾਊਡ ਸੋਰਸਿੰਗ ਹੈ। ਹੁਣ ਜਿਹੜਾ ਇਸ ਹਿਸਾਬ ਨਾਲ ਪੈਸੇ ਇਕੱਠੇ ਹੋਣਗੇ, ਮੈਂ ਤੁਹਾਨੂੰ ਕਿਹਾ ਕਿ ਗਵਰਨਮੈਂਟ ਕਿੱਦਾਂ ਦੇਗੀ। ਗਵਰਨਮੈਂਟ ਨੇ 30 ਰੁਪਏ ਪਰ ਕੈਟਲ ਦੇਣਾ ਜੀ, ਖਰਚਾ ਉੱਥੇ 100 ਰੁਪਏ ਹੈ। 70 ਰੁਪਏ ਕਿੱਥੋਂ ਆਣਗੇ? ਬਿਲਕੁਲ, ਉਹ 70 ਰੁਪਏ ਇਸੇ ਤਰੀਕੇ ਨਾਲ ਆਣਗੇ ਜੀ। ਔਰ ਜਦੋਂ ਤੱਕ ਇਹਨੂੰ ਨਹੀਂ ਸੁਧਾਰਿਆ ਜਾਂਦਾ, ਔਰ ਇੱਕ ਆਪਣੀ ਸਾਡੀ ਵਿਧਾਨ ਸਭਾ ਦੇ ਮਾਨਯੋਗ ਐਮਐਲਏ ਸਾਹਿਬ ਦੀ ਬਣਾਈ ਹੋਈ ਸਿਫਾਰਿਸ਼ਾਂ ਨੇ
ਇਹਦੇ ਉੱਤੇ ਮੈਨੂੰ ਉਮੀਦ ਹੈ ਕਿ ਸਰਕਾਰ ਛੇਤੀ ਤੋਂ ਛੇਤੀ ਧਿਆਨ ਚ ਦੇਵੇਗੀ, ਕਿਉਂਕਿ ਨਾ ਕੇਵਲ ਇਹ ਪਸ਼ੂਆਂ ਲਈ ਬਲਕਿ ਸਾਡੀ ਖੇਤੀਬਾੜੀ ਲਈ ਔਰ ਖੇਤੀਬਾੜੀ ਔਰ ਸਾਡੇ ਸਾਰਿਆਂ ਦੇ ਨਾਲ, ਕਿਉਂਕਿ ਜੀ ਸਾਰੇ ਖੇਤੀਬਾੜੀ ਨਾਲ ਜੁੜੇ ਹੋਏ ਨੇ। ਔਰ ਜੇ ਦੇਖਿਆ ਜਾਵੇ ਤਾਂ ਜਿੰਨੇ ਐਕਸੀਡੈਂਟ ਹੁੰਦੇ ਨੇ ਇਹਨਾਂ ਨੂੰ ਟਾਲਿਆ ਜਾ ਸਕਦਾ ਹੈ। ਇਹ ਸਾਰੀਆਂ ਵਿਵਸਥਾਵਾਂ ਸਾਡੇ ਉਹਦੇ ਵਿੱਚ ਕੀਤੀਆਂ ਜਾ ਸਕਦੀਆਂ ਨੇ ਔਰ ਇਹਦੇ ਪ੍ਰਾਵਧਾਨ ਹੋ ਚੁੱਕੇ ਹੋਏ ਜੀ। ਤੋ ਪ੍ਰਸ਼ਰ ਜੀ, ਜਾਂਦੇ ਜਾਂਦੇ ਮੈਂ ਚਾਹਾਂਗਾ ਕਿ ਸਾਡੇ ਲਈ ਕੁਝ ਇਦਾਂ ਦੀਆਂ ਕੋਈ ਪੁਆਇੰਟ ਸਾਡੇ ਅੱਗੇ ਰੱਖੋ ਕਿ ਇਹਨਾਂ ਗਊਸ਼ਾਲਾ ਲਈ, ਇਹਨਾਂ ਗਾਵਾਂ ਦੇ ਲਈ, ਇਹਨਾਂ ਦੀ ਵੈਲਫੇਅਰ ਲਈ ਸਾਨੂੰ ਕਿਹੜੇ ਹੋਰ ਕੰਮ ਕਰਨੇ ਚਾਹੀਦੇ ਨੇ ਜਿਨ੍ਹਾਂ ਦੇ ਨਾਲ ਇਹਨਾਂ ਦਾ ਜੀਵਨ ਵੀ ਸੁਖਾਲਾ ਹੋ ਸਕਦਾ ਤੇ ਆਮ ਜਿਹੜੇ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਨੇ ਉਹਨਾਂ ਤੋਂ ਵੀ ਬਚਾਅ ਹੋ ਸਕਦਾ। ਦੇਖੋ, ਇਹਦੇ ਲਈ ਸਾਨੂੰ ਆਪਣੀ ਜਿਹੜੀ ਖੇਤੀਬਾੜੀ ਦਾ ਟੱਰਾ ਹੈ ਉਹ ਆਰਗੈਨਿਕ ਫਾਰਮਿੰਗ ਵੱਲ ਲਿਜਾਣਾ ਚਾਹੀਦਾ ਹੈ। ਔਰ ਜਦੋਂ ਆਰਗੈਨਿਕ ਫਾਰਮਿੰਗ ਵੱਲ ਲਿਜਾਵਾਂਗੇ ਸਾਰੇ ਲੋਕਾਂ ਨੂੰ ਇਹ ਚੇਤਨਾ ਹੋ ਜਾਏਗੀ ਕਿ ਗੋਵੰਸ਼ ਤੋਂ ਬਿਨਾ ਜਾਂ ਇਹਨਾਂ ਪਸ਼ੂ ਪਕਸ਼ੀਆਂ ਤੋਂ ਬਿਨਾ ਸਾਡਾ ਸੁਧਾਰ ਨਹੀਂ ਰਹਿਣ ਵਾਲਾ, ਇਹਨਾਂ ਦੀ ਮਹੱਤਤਾ, ਸਾਡਾ ਭਲਾ ਨਹੀਂ ਰਹਿਣ ਵਾਲਾ। ਔਰ ਦੇਖੀਏ, ਮੈਂ ਤੁਹਾਨੂੰ ਇਹ ਕਹਿਣਾ ਹੈ ਕਿ ਆ ਜਿਹੜੀ ਦੂਜੀ ਫਾਰਮਿੰਗ ਹੁੰਦੀ ਹੈ, ਜਿਹੜੀ ਇਨਆਰਗੈਨਿਕ ਫਾਰਮਿੰਗ ਹੈ, ਇਹਦੇ ਨਾਲ ਅਨਾਜ ਜ਼ਰੂਰ ਪੈਦਾ ਹੋ ਜਾਂਦਾ ਹੈ ਪਰ ਇਹਦੇ ਐਸੋਸੀਏਟਡ ਸਾਈਡ ਕੋਸਟ ਬਹੁਤ ਜ਼ਿਆਦਾ ਨੇ ਜੀ ਔਰ ਮਨੁੱਖੀ ਹੈਲਥ ਨੂੰ ਵੀ ਵਿਗਾੜਦੀਆਂ ਨੇ ਜੀ। ਔਰ ਅਗਰ ਜੇ ਅਸੀਂ ਉਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖੀਏ, ਪਿਛਲੇ 60 ਸਾਲ ਦੇ ਨਤੀਜੇ ਸਾਡੇ ਸਾਹਮਣੇ ਹੈ। ਬਿਲਕੁਲ, ਨਾ ਤਾਂ ਕਿਸਾਨ ਭਰਾਵਾਂ ਭੈਣਾਂ ਦਾ ਇਹਨਾਂ ਨਾਲ ਇਨਆਰਗੈਨਿਕ ਫਾਰਮਿੰਗ ਯਾਨੀ ਕਿ ਜਿਹੜੀ ਕਿ ਕੈਮੀਕਲ ਬੇਸਡ ਫਾਰਮਿੰਗ ਹੈ ਉਹਦੇ ਨਾਲ ਕੋਈ ਫਾਇਦਾ ਹੋ ਸਕਿਆ, ਬਿਲਕੁਲ। ਨਾ ਸਾਡੇ ਕੈਂਸਰ ਟ੍ਰੇਨਾਂ ਚੱਲ ਪਈਆਂ ਜੀ ਉਹਦੇ ਕਰਕੇ, ਨਾ ਸਾਡੇ ਦੇਸ਼ ਦਾ ਫਾਇਦਾ ਹੋ ਸਕਿਆ ਜੀ। ਅਸੀਂ ਜੇ ਆਰਗੈਨਿਕ ਫਾਰਮਿੰਗ ਵੱਲ ਜਾਵਾਂਗੇ ਤਾਂ ਲੋਕਾਂ ਦੇ ਵਿੱਚ ਇਹ ਚੇਤਨਾ ਆਏਗੀ ਔਰ ਹੌਲੀ ਹੌਲੀ ਜੇ ਅਸੀਂ ਦੇਖੀਏ ਹਰ ਤਰੀਕੇ ਦੀ ਅਸੀਂ ਜਿਵੇਂ ਕਹਿੰਦੇ ਆ ਕਿ ਸਮੱਸਿਆਵਾਂ ਤੋਂ ਇਹਦਾ ਨਿਜਾਤ ਪਾ ਲਵਾਂਗੇ ਔਰ ਅਸੀਂ ਲੋਕਾਂ ਦੇ ਵਿੱਚ ਇਹ ਚੇਤਨਾ ਵੀ ਪੈਦਾ ਕਰੀਏ। ਔਰ ਇਹਦੇ ਲਈ ਕੋਈ ਦੇਖੋ, ਧਰਮ ਕੀ ਹੈ? ਧਰਮ ਸਹੀ ਔਰ ਗਲਤ ਦੇ ਵਿੱਚ ਮਨੁੱਖ ਨੂੰ ਇੱਕ ਜਾਗਰਤੀ ਪੈਦਾ ਕਰਦਾ ਹੈ, ਸਾਡੀ ਅੰਤਰਾਤਮਾ ਦੇ ਵਿੱਚ, ਸਾਡੇ ਦਿਮਾਗ ਦੇ ਵਿੱਚ, ਸਾਡੇ ਹਿਰਦੇ ਦੇ ਵਿੱਚ ਜੀ। ਉਹੀ ਧਰਮ ਹੈ। ਔਰ ਅਸੀਂ ਫਿਰਕੂਪਣੇ ਔਰ ਸੰਪਰਦਾਇ ਦੇ ਵਿੱਚ ਨਾ ਜਾਈਏ, ਅਸੀਂ ਇੱਕ ਦੂਜੇ ਨੂੰ ਕਿਸੇ ਤਰੀਕੇ ਦੀ ਜ਼ਲੀਲ ਕਰਨ ਦੀ ਕੋਸ਼ਿਸ਼ ਨਾ ਕਰੀਏ। ਕੋਈ ਉੱਪਰ ਨਹੀਂ, ਕੋਈ ਨੀਚੇ ਨਹੀਂ, ਸਾਰੇ ਮਨੁੱਖ ਬਰਾਬਰ ਨੇ। ਇਹੀ ਉਹ ਜਿਹਨੂੰ ਕੀ ਕਹਿੰਦੇ ਆ, ਭਗਵਾਨ ਦਾ ਆਦੇਸ਼ ਵੀ ਹੈ ਮਨੁਰਭਵਾ, ਕਿ ਮਨੁੱਖ ਬਣੋ, ਮਨਨਸ਼ੀਲ ਬਣੋ। ਸਾਰਿਆਂ ਨੂੰ ਇਹ ਹੈ, ਉਹਨਾਂ ਨੇ ਕਿਤੇ ਨਹੀਂ ਕਿਹਾ ਵੀ ਤੁਸੀਂ ਹਿੰਦੂ ਬਣੋ, ਤੁਸੀਂ ਸਨਾਤਨੀ ਬਣੋ, ਤੁਸੀਂ ਮੁਸਲਮਾਨ ਬਣੋ, ਉਹਨਾਂ ਨੇ ਕਿਹਾ ਮਨੁੱਖ ਬਣੋ ਤੁਸੀਂ। ਅਸੀਂ ਉਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖੀਏ ਔਰ ਮਨੁੱਖ ਦਾ ਕੀ ਹੈ ਕਿ ਮੈਂ ਖੁਦ ਵੀ ਜੀਵਾਂਗਾ ਔਰ ਦੂਜੇ ਨੂੰ ਵੀ ਜੀਣ ਦੇਵਾਂਗਾ ਜੀ। ਔਰ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸ ਦਵਾਂ, ਕਿਉਂਕਿ ਇਹ ਮਾਸ ਦੇ ਉੱਤੇ ਹੈ। ਕਈ ਵਾਰ ਕੁਝ ਲੋਕ ਤਰਕ ਦੇ ਦਿੰਦੇ ਨੇ ਕਿ ਅਸੀਂ ਵੱਢਦੇ ਤਾਂ ਨਹੀਂ ਨਾ ਹੈ, ਅਸੀਂ ਤਾਂ ਬਾਜ਼ਾਰ 'ਚ ਵਿਕ ਰਿਹਾ ਤਾਂ ਖਾ ਰਹੇ ਹਾਂ ਜੀ। ਹੁਣ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ, ਮੈਂ ਗਊ ਤੋਂ ਵੀ ਅੱਗੇ ਆ ਕੇ ਕਹਿ ਰਿਹਾ, ਸਾਨੂੰ ਕਿਸੇ ਵੀ ਜੀਵ ਦਾ ਮਾਸ ਨਹੀਂ ਖਾਣਾ ਚਾਹੀਦਾ। ਮੈਂ ਇਹ ਨਹੀਂ ਕਹਿੰਦਾ ਕਿ ਇਸ ਚੱਕਰ ਦੇ ਵਿੱਚ ਨਹੀਂ ਪੈਣਾ ਚਾਹੁੰਦਾ, ਇਹ ਸਾਰਿਆਂ ਦੀ ਸੁਤੰਤਰਤਾ ਹੈ। ਜਦ ਤੱਕ ਕਾਨੂੰਨ ਜਿੱਦਾਂ ਦੀ ਸੁਤੰਤਰਤਾ ਦਿੰਦਾ ਸਾਰੇ ਇੰਜੋਏ ਕਰੋ, ਲੇਕਿਨ ਸਾਨੂੰ ਆਪਣੀ ਮੋਰਲ ਡਿਊਟੀ ਵੀ ਸਮਝਣੀ ਚਾਹੀਦੀ ਹੈ ਕਿ ਹਰ ਪਸ਼ੂ ਪਕਸ਼ੀ ਨੂੰ ਸਾਡੇ ਵਾਂਗ ਹੀ ਜੀਵਨ ਜੀਣ ਦਾ ਅਧਿਕਾਰ ਹੈ। ਔਰ ਇੱਕ ਜੇ ਅਸੀਂ ਗੱਲ ਦੇਖੀਏ, ਸਾਡੀ ਇੱਕ ਸਮਰਤੀ ਦੇ ਵਿੱਚ ਗੱਲ ਆਉਂਦੀ ਹੈ, ਕੀ ਆਉਂਦੀ ਹੈ? ਉਹ ਕਹਿੰਦਾ ਅਨੁਮੰਤਾ ਵਿਸ਼ਸਿਤਾ ਨਿਹੰਤਾ ਕ੍ਰੈ ਵਿਕਰਈ ਸਸਕਰਤਾ ਚੋਪ ਹਰਤਾ ਚ ਖਾਦ ਕਸ਼ਚੇਤੀ ਖਾਤਕਾ। ਅਧਿਆਏ 5 ਹੈ, ਮੰਤਰ 51, ਸ਼ਲੋਕ 51 ਹੈ। ਅਧਿਆਏ 5 51ਵਾਂ ਸ਼ਲੋਕ। ਇਹਦੇ ਵਿੱਚ ਕੀ ਕਿਹਾ ਗਿਆ? ਮਾਰਨ ਦੀ ਆਗਿਆ ਦੇਣ ਵਾਲਾ, ਮਾਸ ਨੂੰ ਕੱਟਣ ਵਾਲਾ, ਪਸ਼ੂਆਂ ਨੂੰ ਮਾਰਨ ਵਾਲਾ, ਪਸ਼ੂਆਂ ਨੂੰ ਮਾਰ ਕੇ ਵੇਚਣ ਖਰੀਦਣ ਵਾਲਾ ਯਾਨੀ ਕਿ ਵਪਾਰ ਕਰਨ ਵਾਲਾ, ਪਸ਼ੂਆਂ ਨੂੰ ਦੇ ਮਾਸ ਨੂੰ ਪਸ਼ੂ ਪਕਸ਼ੀਆਂ ਦੇ ਮਾਸ ਨੂੰ ਕਿਸੇ ਵੀ ਤਰੀਕੇ ਦਾ ਮਾਸ ਹੋਵੇ ਪਕਾਉਣ ਵਾਲਾ, ਉਹਨੂੰ ਸਰਵ ਕਰਨ ਵਾਲਾ ਤੇ ਉਹਨੂੰ ਖਾਣ ਵਾਲਾ। 8 ਤਰੀਕੇ ਦੇ ਲੋਕ ਨੇ ਔਰ ਇਹ ਕਹਿੰਦੇ ਕਿ ਸਾਰੇ ਦੇ ਸਾਰੇ ਮਨੁੱਖਤਾ ਲਈ ਘਾਤਕ ਹੈ। ਵਾਹ, ਸਾਡੇ ਵਿਸ਼ਵ ਵਾਸਤੇ ਘਾਤਕ ਨੇ। ਤਾਂ ਤੁਸੀਂ ਦੇਖੋ ਇੱਥੇ ਕੱਲਾ ਉਹਨੂੰ ਹੀ ਨਹੀਂ ਗਿਆ ਜਿਹੜਾ ਖਾ ਲਿਆ, ਇਹਦੇ ਨਾਲ ਜੁੜੇ ਜਿੰਨੇ ਵੀ ਆਹ ਕੰਮ ਹੈ, ਅਗਰ ਮੰਨ ਲਓ ਕਾਨੂੰਨ ਦੇ ਵਿੱਚ ਕਾਨੂੰਨਦਾਨ ਅੱਜ ਕੋਈ ਕਾਨੂੰਨ ਲਿਆ ਦਿੰਦੇ ਨੇ, ਨਹੀਂ ਤੁਸੀਂ ਸਲੌਟਰ ਕਰ ਲਓ, ਜਾਂ ਰੂਲਸ ਬਣਾਏ ਹੋਏ ਨੇ ਕਿ ਉਹਦਾ ਕਾਓ ਦੀ ਪ੍ਰੋਹਿਬਿਸ਼ਨ ਹੈ,
ਲੇਕਿਨ ਜੇ ਤੁਸੀਂ ਲਾਇਸੈਂਸ ਲੈ ਲਿਆ ਤਾਂ ਤੁਸੀਂ ਬਿਲਕੁਲ। ਕਤਲਖਾਨੇ 'ਚ ਲੈ ਜਾਓ। ਲੈ ਜੀ। ਪਹਿਲੀ ਲਾਈਨ ਹੀ ਹੈ ਅਨੁਮੰਤਾ, ਕਿ ਵੱਧ ਕਰਨ ਦੀ ਪਰਮਿਸ਼ਨ ਦੇਣ ਵਾਲਾ ਉਹ ਵੀ ਘਾਤਕ ਹੈ, ਪਾਪੀ ਹੈ, ਹਥਿਆਰਾ ਹੈ। ਔਰ ਤੁਸੀਂ ਦੇਖੋ ਕਿ ਸਾਡੀ ਜਿਹੜੀ ਪਰੰਪਰਾ ਹੈ ਇਹ ਬੜੀ ਗੂੜੀ ਹੈ, ਬੜੀ ਹੀ ਵਧੀਆ ਗੂੜ ਪਰੰਪਰਾ ਹੈ, ਔਰ ਬੜੇ ਹੀ ਢੰਗ ਦੇ ਨਾਲ ਸਾਨੂੰ ਇਹ ਗੱਲ ਸਮਝਾਇਆ ਗਿਆ ਹੈ। ਹੁਣ ਮੈਂ ਹੋਟਲ ਦੇ ਵਿੱਚ ਜੇ ਮੰਨ ਲਓ ਅਸੀਂ ਵੇਟਰ ਦਾ ਕੰਮ ਕਰ ਲਈਏ ਜੀ, ਕੋਈ ਆਂਦੇ ਨੇ ਉੱਥੇ ਕਹਿੰਦੇ ਨੇ ਸਾਨੂੰ ਮਾਸ ਦਾ ਆਰਡਰ ਦਿੰਦੇ ਨੇ ਤੇ ਸਾਡਾ ਤਾਂ ਨੌਕਰੀ ਇਹ ਹੈ ਕਿ ਅਸੀਂ ਚੱਕ ਕੇ ਉਹਨਾਂ ਨੂੰ ਪਰੋਸਣਾ ਹੈ। ਬਿਲਕੁਲ ਉੱਥੇ ਆ ਗਿਆ ਚੋਪ ਹਰਤਾ ਕਿ ਪਰੋਸਣ ਵਾਲਾ, ਬਿਲਕੁਲ ਉਹ ਵੀ ਘਾਤਕ ਹੈ, ਪਾਪੀ ਹੈ, ਹਥਿਆਰੇ ਦੇ ਉਹਦੇ ਚ ਆਏਗਾ ਖਾਣ ਵਾਲੇ ਦੇ ਨਾਲ ਨਾਲ। ਤਾਂ ਸਾਨੂੰ ਇਹ ਸਾਰੀ ਪਕਾਉਣ ਵਾਲਾ, ਹੁਣ ਮੈਂ ਕਹਿੰਦਾ ਕਿ ਮੈਂ ਯਾਰ ਪਕਾਨਾ ਹੀ ਹੈ, ਮੈਂ ਖੁਦ ਨਹੀਂ ਖਾਂਦਾ, ਤਾਂ ਲੇਕਿਨ ਇਹਦੇ ਵਿੱਚ ਆ ਗਿਆ ਕਿ 8 ਜਿਹੜੀਆਂ ਉਹਨਾਂ ਨੇ ਕੈਟੇਗਰੀਜ਼ ਦਸੀਆਂ ਨੇ ਔਰ ਸਾਰੇ ਕਵਰ ਹੋ ਜਾਂਦੇ ਨੇ। ਜੀ ਜੀ, ਔਰ ਇਹ ਕੱਲੀ ਗਊ ਦੀ ਗੱਲ ਨਹੀਂ ਮੈਂ ਕਰ ਰਿਹਾ, ਹਰ ਤਰੀਕੇ ਦੇ ਪਸ਼ੂ ਪਕਸ਼ੀ ਦੇ ਮਾਸ ਦੀ ਇਹਦੇ ਵਿੱਚ ਗੱਲ ਹੈ। ਜੀ ਜੇ ਅਸੀਂ ਧਿਆਨ ਦੇ ਨਾਲ ਦੇਖੀਏ ਤਾਂ ਇਹ ਚੀਜ਼ ਹੈ। ਇੱਕ ਉਹ ਤਰਕ ਦੇ ਦਿੰਦੇ ਨੇ, ਕੀ ਤਰਕ ਦੇ ਦਿੰਦੇ ਨੇ, ਮਾਸ ਖਾਣ ਦੇ ਨਾਲ ਤੁਹਾਡੀਆਂ ਕਈ ਕਿਸਮ ਦੀਆਂ ਪ੍ਰੋਟੀਨ ਦੀਆਂ ਹੋਰ ਡੈਫੀਸ਼ੀਐਂਸੀਜ਼ ਹੁੰਦੀਆਂ ਨੇ, ਵਿਟਾਮਿਨਸ ਦੀਆਂ, ਅਲੱਗ-ਅਲੱਗ ਚੀਜ਼ਾਂ ਦੀਆਂ ਉਹ ਦੂਰ ਹੁੰਦੀਆਂ ਨੇ। ਜੀ, ਯਾਨੀ ਕਿ ਕਹਿਣ ਦਾ ਮਤਲਬ ਮਾਸ ਖਾਣਾ ਇੱਕ ਤੁਹਾਡੇ ਅੰਦਰ ਸ਼ਕਤੀ ਦਾ ਸੰਚਾਰ ਕਰਦਾ ਹੈ, ਇਹ ਸਿਹਤ ਲਈ ਤੁਹਾਡੇ ਜ਼ਰੂਰੀ, ਸਿਹਤ ਲਈ ਬਹੁਤ ਜ਼ਰੂਰੀ ਹੈ। ਹੁਣ ਮੈਂ ਤੁਹਾਨੂੰ ਇੱਕ ਡਿਫਰੈਂਟ ਗੱਲ ਦੱਸਦਾ, ਇੱਕ ਕਾਰਨੀਵੋਰਸ ਐਨੀਮਲਸ ਹੁੰਦੇ ਨੇ, ਉਹ ਪਰਮਾਤਮਾ ਦੀ ਬਣਾਈ ਪ੍ਰਕਿਰਤੀ ਦੇ ਵਿੱਚ ਹੀ ਨੇ, ਜਿਹੜੇ ਕਿ ਦੂਜੇ ਦੇ ਮਾਸ ਦੇ ਉੱਤੇ ਰਹਿੰਦੇ ਨੇ, ਜਿਵੇਂ ਸ਼ੇਰ, ਚੀਤਾ ਜੀ ਵਗੈਰਾ। ਜੀ, ਤੁਸੀਂ ਕਦੀ ਉਹਨਾਂ ਨੂੰ ਝੁੰਡ ਦੇ ਉੱਤੇ, ਮਨੁੱਖੀ ਝੁੰਡ ਦੇ ਉੱਤੇ ਵੀ ਹਮਲਾ ਕਰਦੇ ਦੇਖ ਲਈਓ, ਜਦੋਂ ਹਮਲਾ ਕਰਦੇ ਨੇ ਇੱਕ ਅੱਧਾ ਬੰਦਾ ਹੀ ਮਾਰਦੇ ਨੇ, ਜੀ ਜ਼ਿਆਦਾ ਨਹੀਂ ਉਹ ਮਾਰਦੇ। ਬਿਲਕੁਲ ਇੱਕ ਅੱਧਾ ਪਸ਼ੂ ਮਾਰ ਕੇ ਜਦੋਂ ਤੱਕ ਪੇਟ ਭਰ ਜਾਂਦਾ ਛੱਡ ਕੇ ਚਲੇ ਜਾਂਦੇ ਨੇ, ਐਦਾਂ ਹੀ ਹੈ ਨਾ ਉਹਨਾਂ ਦਾ। ਬਿਲਕੁਲ ਲੇਕਿਨ ਸਾਡੀ ਲਾਲਚ ਦੀ ਦਾ ਖਾਣ ਦੀ ਐਦਾਂ ਦੀ ਕੋਈ ਸੀਮਾ ਹੀ ਨਹੀਂ ਹੈ। ਜੀ, ਔਰ ਜੇ ਦੂਜੇ ਪਾਸੇ ਅਸੀਂ ਦੇਖੀਏ, ਬਫੈਲੋ ਜਿਹੜਾ ਜੰਗਲੀ ਬਫੈਲੋ ਹੈ, ਜੰਗਲੀ ਭਾਲੂ ਹੈ, ਇਹ ਦੋਨੋਂ ਹੀ ਮਾਸ ਨਹੀਂ ਖਾਂਦੇ, ਲੇਕਿਨ ਤਾਕਤ ਐਦਾਂ ਦੀ ਹੁੰਦੀ ਹੈ ਜਦੋਂ ਇਹ ਕਿਸੇ ਝੁੰਡ ਤੇ ਹਮਲਾ ਕਰਦੇ ਆ ਤਾਂ ਕਈ ਬੰਦਿਆਂ ਨੂੰ ਮਾਰ ਦਿੰਦੇ ਆ, ਈਵਨ ਸ਼ੇਰ ਚੀਤਿਆਂ ਨੂੰ ਵੀ ਹਰਾ ਦਿੰਦੇ ਆ। ਬਿਲਕੁਲ। ਔਰ ਮੈਂ ਤੁਹਾਨੂੰ ਹੋਰ ਦੱਸਦਾ, ਜਦੋਂ ਸ਼ੇਰ ਚੀਤੇ ਦਾ ਸ਼ਿਕਾਰ ਕਰਨਾ ਹੋਵੇ, ਤੁਸੀਂ ਕਦੀ ਵੀ ਸ਼ਿਕਾਰੀ ਇਹ ਕਿਤਾਬਾਂ ਪੜ੍ਹ ਲਓ, ਵੀਡੀਓਜ਼ ਦੇਖ ਲਓ, ਅੱਜ ਕੱਲ੍ਹ ਬਣੀਆਂ ਹੋਈਆਂ ਨੇ, ਹੋਰ ਚੀਜ਼ਾਂ ਦੇਖ ਲਓ, ਇਹ ਇੱਕ ਅੱਧੀ ਗੋਲੀ ਦੇ ਨਾਲ ਹੀ ਜਾਂ ਤਲਵਾਰ ਦੇ ਇੱਕ ਅੱਧੇ ਵਾਰ ਦੇ ਨਾਲ ਹੀ ਐਦਾਂ ਦਾ ਇਹਨਾਂ ਨੂੰ ਜ਼ਖਮ ਪੈ ਜਾਂਦਾ ਕਿ ਇਹਨਾਂ ਦੀ ਮ੍ਰਿਤਿੂ ਹੋ ਜਾਂਦੀ ਹੈ। ਜੀ, ਤੁਸੀਂ ਜੰਗਲੀ ਭਾਲੂ, ਜੰਗਲੀ ਬਫੈਲੋ, ਯਾਨੀ ਕਿ ਜਿਹੜੇ ਹੈ ਬੈਲ ਨੇ, ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਪੈਂਸੇ ਨੇ, ਹਨਾ, ਇਹਨਾਂ ਨੂੰ ਕਈ ਜ਼ਖਮ ਦੇ ਲਓ, ਕਈ ਗੋਲੀਆਂ ਮਾਰ ਲਓ, ਇਹ ਆਸਾਨੀ ਨਾਲ ਨਹੀਂ ਮਰਦੇ। ਨਹੀਂ ਮਰ। ਔਰ ਵੈਜੀਟੇਰੀਅਨ ਹੈ ਇਹ, ਘਾਹ ਫੂਸ ਖਾਂਦੇ ਨੇ ਜੰਗਲਾਂ ਦੇ ਵਿੱਚ। ਜੀ, ਹੁਣ ਜੇ ਅਸੀਂ ਜੰਗਲ ਦੀ ਵਿਵਸਥਾ ਵੀ ਦੇਖ ਲਈਏ, ਜ਼ਿਆਦਾ ਤਾਕਤਵਰ ਉੱਥੇ ਕੌਣ ਹੈ? ਬਿਲਕੁਲ ਜ਼ਿਆਦਾ ਤਾਕਤਵਰ, ਠੀਕ ਹੈ ਕਿ ਇੱਕ ਉਹ ਦੇਖਣ 'ਚ ਸੋਹਣਾ ਲੱਗਦਾ ਹੈ, ਉਹ ਵੀ ਇੱਕ ਪਰਮਾਤਮਾ ਦੀ ਬਣਾਈ ਰਚਨਾ ਹੈ, ਤਾਂ ਉਹਨੂੰ ਜੰਗਲ ਦਾ ਰਾਜਾ ਅਸੀਂ ਆਪਣੀ ਬੁੱਧੀ ਨਾਲ ਕਿਹਾ ਹੈ। ਬਿਲਕੁਲ। ਲੇਕਿਨ ਜੇ ਸ਼ਕਤੀ ਦੇ ਨਾਲ ਦੇਖਣਾ ਹੋਵੇ, ਸ਼ਕਤੀ ਉਹਦੇ 'ਚ ਹੀ ਕਹੀ ਜਾਏਗੀ ਮੇਰੇ ਵੀਰ, ਕਿ ਇਹ ਬੰਦਾ ਜ਼ਿਆਦਾ ਜ਼ਖਮ ਖਾ ਕੇ ਵੀ ਕੰਮ ਕਰ ਰਿਹਾ ਹੈ, ਜੀ ਜੀ, ਔਰ ਅੱਜ ਵੀ ਲੜ ਰਿਹਾ ਹੈ, ਹਨਾ, ਔਰ ਕਿਤੇ ਇੱਕ ਗੋਲੀ ਨਾਲ ਖਤਮ ਹੋ ਗਿਆ, ਕਿਤੇ 10 ਖਾ ਕੇ ਵੀ, 10 ਤਲਵਾਰ ਦੇ ਘਾਵ ਲੈ ਕੇ ਵੀ ਅੱਗੇ ਵਧ ਰਿਹਾ ਹੈ। ਬਿਲਕੁਲ। ਔਰ ਲਗਾਤਾਰ ਸੰਘਰਸ਼ ਕਰ ਰਿਹਾ ਹੈ। ਦੋਨਾਂ ਵਿੱਚ ਕਿਹੜਾ ਤਾਕਤਵਰ ਹੈ? ਔਰ ਕਹਿਣ ਦਾ ਮਤਲਬ ਇਹ ਹੈ ਵੀ ਇਹ ਸਾਰੀਆਂ ਨਿਰਰਥਕ ਗੱਲਾਂ ਨੇ, ਇਹ ਸਾਰੀਆਂ ਦੀਆਂ ਸਾਰੀਆਂ ਮੰਨੀਆਂ ਨਹੀਂ ਜਾ ਸਕਦੀਆਂ। ਤਾਂ ਦੇਖਿਆ ਜਾਵੇ ਤਾਂ ਸਾਨੂੰ ਪਸ਼ੂਆਂ ਨੂੰ ਜਾਂ ਪੰਛੀਆਂ ਨੂੰ ਮਾਰ ਕੇ ਖਾਣਾ ਛੱਡਣਾ ਚਾਹੀਦਾ। ਇਹ ਸੀ ਸਾਡੇ ਨਾਲ ਹਿਮਾਂਸ਼ੂ ਪ੍ਰਾਸ਼ਰ ਜੀ, ਜਿਨ੍ਹਾਂ ਨੇ ਗਊ ਦੀ ਮਹੱਤਤਾ ਤੋਂ ਲੈ ਕੇ ਜੋ ਕਾਨੂੰਨੀ ਦਾਅ ਪੇਚ ਹੁੰਦੇ ਨੇ ਜਾਂ ਕੌਸੈਸ ਜਿਹੜਾ ਇਕੱਠਾ ਹੁੰਦਾ ਹੈ ਉਹਦੇ ਬਾਰੇ, ਜਾਂ ਜਿਹੜੀਆਂ ਗਾਵਾਂ ਸੜਕਾਂ ਦੇ ਉੱਪਰ ਘੁੰਮ ਰਹੀਆਂ ਨੇ ਉਹਨਾਂ ਦੇ ਬਾਰੇ ਬੜੇ ਵਿਸਤਾਰ ਸਹਿਤ, ਲੌਜੀਕਲੀ, ਔਰ ਜੋ ਸਰਕਾਰੀ ਆંકੜੇ ਨੇ ਉਹਨਾਂ ਦੇ ਆਧਾਰ ਦੇ ਉੱਪਰ ਸਾਡੇ ਸਾਹਮਣੇ ਸਾਰੀਆਂ ਗੱਲਾਂ ਰੱਖੀਆਂ ਨੇ। ਔਰ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀਆਂ ਗਾਵਾਂ ਨੇ ਸੜਕਾਂ ਉੱਪਰ ਘੁੰਮ ਰਹੀਆਂ ਨੇ, ਜਾਂ ਜਿਹੜੀਆਂ ਗਾਵਾਂ ਦਾ ਪਾਲਣ ਪੋਸ਼ਣ ਨਹੀਂ ਹੋ ਪਾ ਰਿਹਾ, ਉਹਦੇ ਲਈ ਸਰਕਾਰ ਨੂੰ ਵੀ ਧਿਆਨ ਦੇਣ ਦੀ ਜ਼ਰੂਰਤ ਹੈ। ਜੋ ਉਹਦੇ ਡਿਪਾਰਟਮੈਂਟ ਬਣਾਏ ਹੋਏ ਨੇ ਉਹਨਾਂ ਨੂੰ ਉਚੇਚਿਤ ਢੰਗ ਦੇ ਨਾਲ ਉਹਨਾਂ ਦੇ ਉੱਪਰ ਕੰਮ ਕਰਨਾ ਚਾਹੀਦਾ ਹੈ ਕਿ ਉਹਨਾਂ ਗਾਵਾਂ ਦੀ ਰੱਖਿਆ ਹੋ ਸਕੇ, ਉਹਨਾਂ ਲੋਕਾਂ ਦੀ ਰੱਖਿਆ ਹੋ ਸਕੇ ਜਿਨ੍ਹਾਂ ਦੀਆਂ ਇਹਨਾਂ ਦੇ ਕਰਕੇ ਜਾਨਾਂ ਜਾ ਰਹੀਆਂ ਨੇ। ਸੋ ਅਸੀਂ ਹਿਮਾਂਸ਼ੂ ਪ੍ਰਾਸ਼ਰ ਜੀ,
ਇਹ ਬਹੁਤ ਹੀ ਧੰਨਵਾਦੀ ਹਾਂ ਕਿ ਤੁਸੀਂ ਇੰਨੇ ਵਧੀਆ ਤਰੀਕੇ ਦੇ ਨਾਲ ਆਪਣੀ ਗੱਲ ਨੂੰ ਸਾਡੇ ਸਾਹਮਣੇ ਰੱਖਿਆ। ਬਹੁਤ ਬਹੁਤ ਧੰਨਵਾਦ। ਧੰਨਵਾਦ।